ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਨਵੇਂ ਵਿਸ਼ੇ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਜਿਹੜੀ ਅਸੀਂ ਚਰਚਾ ਛੇੜਨ ਜਾ ਰਹੇ ਹਾਂ ਉਹ ਕਿਤੇ ਨਾ ਕਿਤੇ ਪੂਰੀ ਇਨਸਾਨੀਅਤ ਦੇ ਭਲੇ ਨੂੰ ਇੱਕ ਵਾਰ ਟੱਚ ਕਰਕੇ ਨਿਕਲੇਗੀ, ਇੱਕ ਵਾਰ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰ ਦੇਗੀ ਕਿ ਕੀ ਅਸੀਂ ਇੱਦਾਂ ਹੀ ਚੱਲਦੇ ਰਹਿਣਾ ਜਾਂ ਫਿਰ ਜੋ ਕੁਝ ਵੀ ਹੋ ਰਿਹਾ ਹੈ। ਹਰ ਬੰਦੇ ਨੂੰ ਇਹ ਪਤਾ ਹੈ ਕਿ ਅੱਜ ਹਰ ਬੰਦਾ ਜਿਹੜਾ ਉਹ ਜੋ ਇਨਵਾਇਰਮੈਂਟ ਹੈ, ਜੋ ਖਾ ਰਹੇ ਹਾਂ ਆਪਾਂ, ਜੋ ਆਪਾਂ ਪੀ ਰਹੇ ਹਾਂ, ਜੋ ਕੁਝ ਵੀ ਧਰਤੀ ਉਗਾ ਰਹੀ ਹੈ, ਉਹ ਸਾਰਾ ਦਾ ਸਾਰਾ ਜਿਹੜਾ ਉਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਿਸਾਨਾਂ ਨੂੰ ਪਤਾ ਹੈ ਕਿ ਜੋ ਅਸੀਂ ਉਗਾ ਰਹੇ ਹਾਂ ਉਹ ਬਿਮਾਰ ਕਰ ਰਹੇ ਨੇ, ਹਰੇਕ ਬੰਦੇ ਨੂੰ ਬਿਮਾਰ ਕਰ ਰਿਹਾ। ਜਿਹੜੇ ਡਾਕਟਰਸ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਜੋ ਦਵਾਈਆਂ ਦੇ ਰਹੇ ਹਾਂ ਉਹ ਉਸ ਦੇ ਨਾਲ ਅੱਗੇ ਸਾਈਡ ਇਫੈਕਟ ਹੋ ਕੇ ਬੰਦਾ ਇੱਕ ਰੋਗ ਦਬੇਗਾ ਤੇ 4 ਰੋਗ ਜਿਹੜੇ ਹੋਰ ਉੱਭਰ ਕੇ ਸਾਹਮਣੇ ਆ ਜਾਣਗੇ। ਪਰ ਇਹਦੇ ਬਾਵਜੂਦ ਵੀ ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਨੇ ਕਿ ਕੋਈ ਵੀ ਇਸ ਮੁੱਦੇ ਨੂੰ ਲੈ ਕੇ ਸਹੀ ਢੰਗ ਦੇ ਨਾਲ ਅੱਗੇ ਨਹੀਂ ਵੱਧ ਰਿਹਾ। ਹਰ ਬੰਦਾ ਜਿਹੜਾ ਆਪਣੇ ਆਪਣੇ ਲੈਵਲ ਦੇ ਉੱਤੇ ਗੱਲ ਤਾਂ ਜ਼ਰੂਰ ਕਰ ਰਿਹਾ, ਮੰਨ ਸਾਰੇ ਰਹੇ ਨੇ, ਪਰ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਇੱਕ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਗੱਲ ਹਾਲੇ ਤੱਕ ਵੀ ਉੱਭਰ ਕੇ ਸਾਹਮਣੇ ਨਹੀਂ ਆਈ। ਸਰਕਾਰਾਂ ਹਾਲੇ ਵੀ ਇਸ ਮਾਮਲੇ ਦੇ ਉੱਤੇ ਖਾਮੋਸ਼ ਨੇ। ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਤੋਂ ਜਾਣਦੇ ਹਾਂ ਕਿ ਛੋਟੇ ਲੈਵਲ ਦੇ ਉੱਤੇ ਡਾਕਟਰ ਅਮਰ ਸਿੰਘ ਆਜ਼ਾਦ ਹੋਣੀ, ਆਚਾਰਿਆ ਮਨੀਸ਼, ਡਾਕਟਰ ਵਿਸ਼ਵਰੂਪ ਰਾਏ ਚੌਧਰੀ, ਡਾਕਟਰ ਅਵਧੇਸ਼ ਪਾਂਡੇ, ਬਹੁਤ ਸਾਰੇ ਲਾਈਕ ਮਾਈਂਡਡ ਡਾਕਟਰਸ ਜਿਹੜੇ ਨੇ ਉਹ ਛੋਟੀਆਂ ਸੀਟੀਆਂ ਤਾਂ ਵਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ। ਲੇਕਿਨ ਵੱਡਾ ਬਿਗਲ ਜਿਹੜਾ ਉਹ ਪਬਲਿਕ ਤੱਕ ਵਿਸਲ ਬਲੋਰ ਆਪਾਂ ਕਹਿੰਦੇ ਨਾ, ਵਿਸਲ ਬਲੋਰ, ਮੈਂ ਚਾਹ ਰਿਹਾ ਕੋਈ ਵੱਡਾ ਬਿਗਲ ਜਿਹੜਾ ਉਹ ਕਦੋਂ ਵੱਜੇਗਾ, ਕੀ ਵੱਜੇਗਾ ਵੀ ਜਾਂ ਨਹੀਂ ਵੱਜੇਗਾ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਮੈਨੂੰ ਯਾਦ ਹੈ ਕਿ ਆਪਾਂ 2.5 ਸਾਲ ਪਹਿਲਾਂ 2019 ਦੇ ਵਿੱਚ ਆਪਾਂ ਹੀ ਸਟਾਰਟ ਕੀਤਾ ਸੀ ਇਹ ਜਿਹੜਾ ਪਬਲਿਕ ਤੱਕ ਰੀਅਲ ਹੈਲਥ ਦੇ ਇਸ਼ੂਜ਼ ਨੂੰ ਸੋਲਵ ਕਰਨ ਦੀ ਜਿਹੜੀ ਗੱਲਬਾਤ ਹੈ ਉਹ ਆਪਾਂ ਹੀ ਸ਼ੁਰੂ ਕੀਤੀ ਸੀ ਦੋਨਾਂ ਜਣਿਆਂ ਨੇ। ਤੇ ਅੱਜ ਇੰਨੀ ਕੁ ਜਿਹੜੀ ਉਹ ਚੇਤਨਾ ਆ ਚੁੱਕੀ ਹੈ, ਇੰਨੀ ਕੁ ਰੈਵੋਲੂਸ਼ਨ ਆ ਚੁੱਕਿਆ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਬੰਦਾ ਜਿਹੜਾ ਚੈਨਲ ਵਾਲਾ ਉਹ ਕਿਸੇ ਨਾ ਕਿਸੇ ਜਿਹੜੇ ਐਕਸਪਰਟ ਨੂੰ ਬਿਠਾ ਕੇ ਤੇ ਉਹ ਹੈਲਥ ਇਸ਼ੂਜ਼ ਦੀ ਗੱਲ ਕਰ ਰਿਹਾ ਹੈ, ਜਿਹੜੇ ਕਿ ਰੀਅਲ ਹੈਲਥ ਦੀ ਗੱਲ ਕਰ ਰਹੇ ਹਾਂ ਆਪਾਂ, ਜਿਹੜਾ ਕਿਉਰ ਕਰਨ ਵਾਲੀ ਹੈਲਥ ਦੀ ਗੱਲ ਕਰ ਰਹੇ ਹਾਂ, ਚਾਹੇ ਨੈਚੁਰਲ ਸਾਇੰਸਿਸ ਦੇ ਵਿੱਚ। ਪਰ ਇਹ ਮੈਨੂੰ ਲੱਗਦਾ ਹੈ ਕਿ ਇਹ ਪਬਲਿਕ ਤੱਕ ਜਾਣਕਾਰੀਆਂ ਤਾਂ ਪਹੁੰਚ ਰਹੀਆਂ ਨੇ, ਬਹੁਤ ਸਾਰੀਆਂ ਅਵੇਅਰਨੈਸ ਵੀ ਪਹੁੰਚ ਰਹੀਆਂ, ਲੇਕਿਨ ਇਹਦੇ ਬਾਵਜੂਦ ਵੀ ਛੋਟੀਆਂ ਸੀਟੀਆਂ ਲੱਗਦੀਆਂ ਨੇ ਮੈਨੂੰ, ਜਿਵੇਂ ਆਪਾਂ ਕਹਿੰਦਾ ਵਿਸਲ ਬਲੋਰ ਆਪਾਂ ਕਹਿ ਦਿੰਦੇ ਹਾਂ, ਇਹ ਮੈਨੂੰ ਇਹ ਛੋਟੀਆਂ ਸੀਟੀਆਂ ਲੱਗਦੀਆਂ ਨੇ ਕਿ ਪਬਲਿਕ ਤੱਕ ਚਲੋ ਥੋੜ੍ਹੀ ਬਹੁਤੀ ਆਵਾਜ਼ ਪਹੁੰਚ ਰਹੀ ਹੈ। ਲੇਕਿਨ ਅੱਜ ਜੇਕਰ ਅਗਰ ਸਰਕਾਰੀ ਪੱਧਰ ਦੇ ਉੱਤੇ ਗੱਲ ਕਰੀਏ ਤਾਂ ਨੈਚੁਰਲ ਹੈਲਥ ਸਾਇੰਸਿਸ, ਚਾਹੇ ਉਹ ਆਯੁਰਵੇਦ ਦਾ, ਚਾਹੇ ਕੁਛ ਵੀ ਕਿਸੇ ਵੀ ਪੱਧਤੀ ਨੂੰ ਲਾ ਲਓ, 2% ਬਜਟ ਜਿਹੜਾ ਸਿਰਫ ਸਰਕਾਰਾਂ ਅਲਾਟ ਕਰਦੀਆਂ ਨੇ, 98% ਬਜਟ ਜਿਹੜਾ ਉਹ ਮਾਡਰਨ ਮੈਡੀਕਲ ਸਾਇੰਸ ਨੂੰ ਮਿਲਦਾ ਹੈਗਾ। ਕੀ ਆਪਾਂ ਛੋਟੀਆਂ ਸੀਟੀਆਂ ਵਜਾ ਕੇ ਪਬਲਿਕ ਤੱਕ ਆਵਾਜ਼ ਪਹੁੰਚਾਉਣ ਦੀ ਹੀ ਗੱਲ ਕਰਾਂਗੇ? ਕਿਉਂਕਿ 2.5 ਸਾਲ ਬੀਤ ਚੁੱਕੇ ਨੇ ਹੁਣ ਆਪਣੇ, ਤੇ ਮੈਨੂੰ ਲੱਗਦਾ ਕਿ ਇਹ ਸੀਟੀਆਂ ਦੀ ਆਵਾਜ਼ ਪਬਲਿਕ ਤੱਕ ਹੌਲੀ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਬਦਲਾਅ ਆ ਰਿਹਾ। ਕੀ ਆਪਾਂ ਅਲੱਗ ਹੋ ਕੇ ਛੋਟੀਆਂ ਸੀਟੀਆਂ ਵਜਾਉਂਦੇ ਰਹਾਂਗੇ ਜਾਂ ਫਿਰ ਇਕੱਠੇ ਹੋ ਕੇ ਇੱਕ ਵੱਡਾ ਬਿਗਲ ਵੀ ਵਜਾਵਾਂਗੇ ਕਦੇ? ਕੁਲਵੰਤ ਜੀ, ਤੁਸੀਂ 2.5 ਸਾਲ ਦਾ ਜ਼ਿਕਰ ਕੀਤਾ, ਬਿਲਕੁਲ ਸਹੀ ਹੈ ਕਿ ਆਪਾਂ 2.5 ਸਾਲ ਤੋਂ ਵੀਡੀਓਜ਼ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਇਸ ਗੱਲ ਨੂੰ ਪ੍ਰਚਾਰਿਤ ਕਰ ਰਹੇ ਹਾਂ। ਲੇਕਿਨ ਮੈਂ ਇਸ ਤੋਂ ਥੋੜ੍ਹਾ ਜਿਹਾ ਬੈਕਗਰਾਊਂਡ ਦਾ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਇਹ ਬੈਕਗਰਾਊਂਡ ਇੰਨੀ ਛੋਟੀ ਨਹੀਂ ਹੈ, ਬਹੁਤ ਲੰਬੀ ਬੈਕਗਰਾਊਂਡ ਹੈ। ਜਿੱਥੋਂ ਤੱਕ ਮੇਰਾ ਸੰਬੰਧ ਹੈ ਜਾਂ ਮੇਰੀ ਜਿਹੜੀ ਜਥੇਬੰਦੀ ਖੇਤੀ ਵਿਰਾਸਤ ਮਿਸ਼ਨ ਹੈ, ਜਿਹਦੇ ਨਾਲ ਕਿ ਮੈਂ ਪਿਛਲੇ 16-17 ਸਾਲ ਤੋਂ ਜੁੜਿਆ ਹੋਇਆ, ਉਹਦਾ ਸੰਬੰਧ ਹੈ। ਮੈਨੂੰ ਤਾਂ MBBS ਡੇਜ਼ ਤੋਂ ਹੀ ਇਹ ਗੱਲ ਜਿਹੜੀ ਹੈ ਇਹ ਡਾਕਟਰੀ ਪੜ੍ਹਦੇ ਹੋਏ ਪਾਸ ਗਈ ਸੀਗੀ ਕਿ ਦਵਾਈਆਂ ਦੇਣਾ ਅਤੇ ਸਰਜਰੀਆਂ ਕਰਨਾ ਜਿਹੜਾ ਇਹ ਸਮਾਜ ਦੀਆਂ ਸਿਹਤ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ। ਅਤੇ ਮੈਨੂੰ ਅੱਜ ਵੀ ਯਾਦ ਹੈ, ਮੈਂ ਉਹਨਾਂ ਦਿਨਾਂ 'ਚ ਵੀ ਟਿਕੜਕਾ ਹੁੰਦਾ ਸੀ, ਜਿਹੜੇ ਮੁੱਖ ਧਾਰਾ ਸਾਡੇ ਟੀਚਰ ਹੁੰਦੇ ਸੀਗੇ ਕਿ ਵੀ ਜਦ ਤੱਕ ਤੁਸੀਂ ਸਮਾਜ ਨਾਲ ਜੋੜ ਕੇ ਗੱਲ ਨਹੀਂ ਕਰੋਗੇ, ਜਦ ਤੱਕ ਸਮਾਜ ਦੇ ਜਿਹੜੇ ਬੇਸਿਕ ਮੁੱਦੇ ਹੈ, ਉੱਥੋਂ ਦੀ ਫੂਡ ਦੀ ਗੱਲ ਹੈ, ਹਵਾ ਦੀ ਗੱਲ ਹੈ, ਪਾਣੀ ਦੀ ਗੱਲ ਹੈ, ਸਮਾਜ ਦੇ ਬਾਕੀ ਹੋਰ ਸੋਸ਼ਲ ਮੁੱਦੇ ਨੇ, ਜਾਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਤਦ ਤੱਕ ਸਿਹਤ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਉਹ MBBS ਡੇਜ਼ ਤੋਂ ਔਨਵਰਡ 50 ਸਾਲ ਹੋ ਗਏ ਇਸ ਗੱਲ ਨੂੰ। ਲੇਕਿਨ 15-16 ਸਾਲ ਤੋਂ ਇਸੇ ਸਰਚ ਦੇ ਵਿੱਚ ਜਦੋਂ ਮੇਰੀ ਇਹ ਗੱਲ 'ਤੇ ਮੇਰੀ ਬਹੁਤ ਜ਼ਿਆਦਾ ਮੈਨੂੰ ਸਮਝ ਆ ਗਈ ਪੜ੍ਹਦੇ ਹੋਏ, ਡਾਕਟਰੀ ਪੜ੍ਹਦੇ ਹੋਏ, ਕਿ ਵੀ ਇਹ ਮਸਲਾ ਇਕੱਲੀਆਂ ਮਰੀਜ਼ਾਂ ਨੂੰ ਦਵਾਈਆਂ ਦੇ ਕੇ ਜਾਂ ਇੱਦਾਂ ਦੀ ਜਿਹੜੀ ਕੋਸ਼ਿਸ਼ਾਂ ਨਾਲ ਕੋਈ ਮਸਲੇ ਹੱਲ ਨਹੀਂ ਹੋਣੇ, ਇੱਕ ਸਿਰਫ ਥੋੜ੍ਹਾ ਬਹੁਤਾ ਸਕੂਨ ਦੇ ਸਕਦੇ ਆਪਾਂ। ਲੇਕਿਨ ਉਹ ਚਲਦੇ ਉਸੇ ਸਰਚ ਦੇ ਵਿੱਚ ਮੈਨੂੰ ਮਿੰਦਰ ਜੀ ਮਿਲੇ। ਮਿੰਦਰ ਦੱਤ ਸਾਡੇ ਬਹੁਤ ਹੀ ਕਮਿਟਡ ਲੀਡਰ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੂਟਾ ਲਾਇਆ ਆ ਕੇ ਇਸੇ ਸਾਇੰਸ ਦਾ, ਇਸੇ ਵਿਗਿਆਨ ਦਾ, ਆਰਗੈਨਿਕ ਫਾਰਮਿੰਗ ਦਾ, ਇਨਵਾਇਰਨਮੈਂਟ ਦਾ, ਹੈਲਥ ਦੇ ਇਸ਼ੂਜ਼ ਦਾ। ਅਤੇ 16-17 ਸਾਲ ਤੋਂ ਮੈਂ ਵੀ ਜੁੜਿਆ ਹੋਇਆ ਉਹਨਾਂ ਦੇ ਨਾਲ। ਅਤੇ ਉਹਦੇ 'ਚ ਅਸੀਂ ਜਿਹੜਾ ਕੰਮ ਕਰਦੇ ਹਾਂ ਉਹ ਸਾਰਾ ਇਹੀ ਹੈ, ਜਿਹਦੇ 'ਚ ਅਸੀਂ ਆਰਗੈਨਿਕ ਫਾਰਮਿੰਗ ਕਰਵਾਉਂਦੇ ਹਾਂ,
ਅਸੀਂ ਵਾਤਾਵਰਣ ਦੀ ਗੱਲ ਕਰਦੇ ਹਾਂ, ਅਸੀਂ ਹੈਲਥ ਦੀ ਗੱਲ ਕਰਦੇ ਹਾਂ, ਔਰ ਹੈਲਥ ਨੂੰ ਫੂਡ ਦੇ ਨਾਲ, ਖੇਤੀ ਨਾਲ, ਹਵਾ ਨਾਲ, ਪਾਣੀ ਨਾਲ ਔਰ ਸਮਾਜ ਨਾਲ ਜੋੜ ਕੇ ਗੱਲ ਕਰਦੇ ਹਾਂ, ਕਿਉਂਕਿ ਉਹ ਮਸਲੇ ਹੱਲ ਕਰਨ ਦਾ ਇੱਕੋ ਉਹੀ ਸਾਧਨ ਹੈ। ਉਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਹੈ ਸਾਂਝੀ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ 10-11 ਸਾਲ ਤੋਂ, ਜਦੋਂ ਅਸੀਂ 4-5 ਸਾਲ ਮੈਂ ਕੰਮ ਕਰ ਚੁੱਕਿਆ ਸੀ ਖੇਤੀ ਵਿਕਾਸ ਮਿਸ਼ਨ, ਤਾਂ ਸਾਨੂੰ ਹੌਲੀ ਹੌਲੀ ਇਹ ਡਿਸਕਸ਼ਨਸ 'ਚੋਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਸ ਰੀਜਨ ਦੇ ਅੰਦਰ ਅਸੀਂ ਬਹੁਤ ਕਲੈਕਟਿਵਲੀ ਰਿਸਰਚ ਕੀਤੀ। ਅਸੀਂ ਲੋਕਾਂ 'ਚ ਗਏ, ਅਸੀਂ ਇੱਕ ਮੈਥਡ ਇਵੋਲਵ ਕੀਤਾ ਜਿਹਨੂੰ ਅਸੀਂ ਕਹਿੰਦੇ ਸੀਗੇ ਕਮਿਊਨਿਟੀ ਪਾਰਟੀਸਪੇਸ਼ਨ ਨਾਲ ਲੋਕਾਂ ਦੇ ਮੁੱਦੇ ਸਮਝਣੇ, ਲੋਕਾਂ 'ਚ ਜਾਓ। ਕਿਉਂਕਿ ਜੇ ਆਪਾਂ ਇਕੱਲੀ ਰਿਸਰਚ ਹਸਪੀਟਲ ਬੇਸਡ ਕਰਾਂਗੇ ਤਾਂ ਸਾਨੂੰ ਸੀਮਤ ਸਮਝ ਆਉਂਦੀ ਹੈ ਲੇਕਿਨ ਸੀਮਤ ਸਮਝ ਆਉਂਦੀ ਹੈ। ਲੇਕਿਨ ਜਦੋਂ ਅਸੀਂ ਲੋਕਾਂ 'ਚ ਜਾਵਾਂਗੇ, ਲੋਕਾਂ ਨਾਲ ਬੈਠ ਕੇ ਸੱਥਾਂ 'ਚ ਬੈਠਾਂਗੇ, ਤਾਂ ਅਸੀਂ ਉਹ ਤਰੀਕਾ ਬਹੁਤ ਐਕਸਟੈਂਸਿਵਲੀ ਯੂਜ਼ ਕੀਤਾ। ਮੈਂ ਤੇ ਅਮਰਿੰਦਰ ਜੀ ਦੇ ਨਾਲ ਹੋਰ ਸਾਥੀ ਸਾਡੇ ਜਾਂਦੇ ਹੁੰਦੇ ਸੀਗੇ ਅਸੀਂ ਇਕੱਠੇ, ਅਤੇ ਲੋਕਾਂ 'ਚ ਜਾ ਕੇ ਬੈਠ ਕੇ ਚਰਚਾ ਕਰਦੇ ਸੀ ਵੀ ਕੀ ਹੈਲਥ ਦੇ ਵਿਸ਼ੇ ਨੇ, ਕੀ ਕਾਰਨ ਨੇ। ਤਾਂ ਉਹ ਸਾਰਾ ਕੁਝ ਸਮਝਦੇ ਸਾਨੂੰ ਇਹ ਸਮਝ ਆਈ ਕਿ ਜਿਹੜਾ ਪੰਜਾਬ ਹੈ ਖਾਸ ਕਰਕੇ ਉਹ ਇਹ ਪੰਜਾਬ ਦੇ ਆਲੇ ਦੁਆਲੇ ਜਿਹੜੇ ਬਾਕੀ ਸਟੇਟਾਂ ਦੇ ਖਿੱਤੇ ਨੇ, ਚਾਹੇ ਉਹ ਰਾਜਸਥਾਨ ਦਾ ਕੁਛ ਹਿੱਸਾ ਹੈ ਜਾਂ ਹਿਮਾਚਲ ਦਾ ਜਾਂ ਹਰਿਆਣੇ ਦਾ, ਉਹ ਅਤੇ ਪਲੱਸ ਜਿੱਥੇ ਕਿਤੇ ਵੀ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਰਿਹਾ ਵਰਤਾਰਾ, ਉਹ ਸਾਰੇ ਖਿੱਤੇ ਜਿਹੜੇ ਨੇ ਉਹ ਬਹੁਤ ਬੁਰੀ ਤਰ੍ਹਾਂ ਇਕੋਲੋਜੀਕਲ ਔਰ ਹੈਲਥ ਦੇ ਸੰਕਟ 'ਚ ਫਸ ਚੁੱਕੇ ਆ। ਔਰ ਅਸੀਂ ਹੌਲੀ ਹੌਲੀ ਇਸ ਸਿੱਟੇ 'ਤੇ ਪਹੁੰਚੇ ਔਰ ਅਸੀਂ ਓਪਨਲੀ ਡਿਕਲੇਅਰ ਕੀਤਾ ਔਰ ਚਿੱਠੀ ਲਿਖੀ ਮੁੱਖ ਮੰਤਰੀਆਂ ਨੂੰ ਔਰ ਮੰਤਰੀਆਂ ਨੂੰ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਤੁਸੀਂ ਇਨਵਾਇਰਨਮੈਂਟਲ ਔਰ ਹੈਲਥ ਐਮਰਜੈਂਸੀ ਐਲਾਨੋ, ਕਿਉਂਕਿ ਜਿਹੜਾ ਇਹ ਰੀਜਨ ਹੈ ਇਹ ਮਰ ਰਿਹਾ। ਅਸੀਂ ਉਦੋਂ ਲਫ਼ਜ਼ ਵਰਤਿਆ ਸੀ ਮਰ ਰਹੀ ਸੱਭਿਅਤਾ, ਪੰਜਾਬ ਇੱਕ ਮਰ ਰਹੀ ਸੱਭਿਅਤਾ। ਔਰ ਸਾਨੂੰ ਬਹੁਤ, ਮੈਨੂੰ ਅੱਜ ਵੀ ਯਾਦ ਹੈ, ਸਾਡੇ ਨਾਲ ਬਹੁਤ ਲੋਕ ਔਖੇ ਹੋਏ ਸੀਗੇ ਕਿ ਤੁਸੀਂ ਕਿਵੇਂ ਸਾਨੂੰ ਮਰ ਰਹੀ ਸੱਭਿਅਤਾ ਕਹਿੰਦੇ ਹੋ। ਅਸੀਂ ਕਿਹਾ ਬਿਲਕੁਲ ਠੀਕ ਕਹਿੰਦੇ ਹਾਂ, ਜੋ ਅਸੀਂ ਕਹਿ ਰਹੇ ਹਾਂ ਬੜੀ ਸੋਚ ਸਮਝ ਕੇ ਕਿਹਾ, ਬੜੇ ਸਾਲ ਚੁੱਪ ਰਹੇ ਹਾਂ, ਉਸ ਤੋਂ ਬਾਅਦ ਕਿਹਾ। ਅਤੇ ਅਸੀਂ ਇਸ ਗੱਲ 'ਤੇ ਕਮਿਟਡ ਹਾਂ ਕਿ ਇਹ ਜਿਹੜੀ ਸਾਡੀ ਲਗਾਤਾਰ ਸੱਭਿਅਤਾ ਜਿਹੜੀ ਹੈ ਇਸ ਰੀਜਨ ਦੀ ਹੈ, ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਦਾ ਅਸੀਂ ਵਾਰਸ ਹਾਂ, ਜਿਹੜੀ ਕਿ ਬਹੁਤ ਅਮੀਰ ਸੱਭਿਅਤਾ ਰਹੀ ਹੈ ਕਿਸੇ ਸਮੇਂ 'ਚ, ਔਰ ਉਸਨੇ ਅਮੀਰੀ ਹੰਢਾਈ ਹੈ, ਹਰ ਕਿਸਮ ਦੀ ਅਮੀਰੀ ਹੰਢਾਈ ਹੈ। ਤਾਂ ਉਹ ਸੱਭਿਅਤਾ ਜਦੋਂ ਮਰਦੀ ਹੈ ਤਾਂ ਫਿਰ ਬਹੁਤ ਦੁੱਖ ਹੁੰਦਾ, ਬਹੁਤ ਦਰਦ ਹੁੰਦਾ। ਤਾਂ ਉਹ ਇਸ ਕਰਕੇ ਅਸੀਂ ਇਹ ਓਪਨਲੀ ਮੰਗ ਕੀਤੀ ਸੀਗੀ ਕਿ ਹੈਲਥ ਅਤੇ ਇਨਵਾਇਰਮੈਂਟਲ ਔਰ ਹੈਲਥ ਐਮਰਜੈਂਸੀ ਡਿਕਲੇਅਰ ਕਰੋ। ਔਰ ਅੱਜ ਵੀ ਅਸੀਂ ਉਸ ਮੰਗ 'ਤੇ ਖੜ੍ਹੇ ਹਾਂ ਔਰ ਅੱਜ ਵੀ ਅਸੀਂ ਬਾਰ-ਬਾਰ ਇਸ ਗੱਲ ਨੂੰ ਹਰ ਪਲੇਟਫਾਰਮ 'ਤੇ ਜਿਹੜਾ ਉਹ ਉਭਾਰਦੇ ਹਾਂ ਕਿ ਪੰਜਾਬ ਦਾ ਖਿੱਤਾ ਔਰ ਉਹਦੇ ਆਲੇ ਦੁਆਲੇ ਬਾਕੀ ਸਟੇਟਾਂ ਦੇ ਜਿਹੜੇ ਹੋਰ ਇਲਾਕੇ ਪੈਂਦੇ ਆ, ਸਾਡਾ ਜਿਹੜਾ ਇਨਵਾਇਰਮੈਂਟ ਹੈ, ਸਾਡੀ ਹਵਾ, ਸਾਡਾ ਪਾਣੀ, ਸਾਡੀ ਫੂਡ ਚੇਨ ਇੰਨੀ ਕੁ ਜ਼ਿਆਦਾ ਕੈਮੀਕਲਾਂ ਨਾਲ ਭਰ ਗਈ ਹੈ। ਔਰ ਉਹਦੇ ਵਿੱਚ ਜਿਹੜਾ ਐਡ ਕੀਤਾ ਉਹ ਫੂਡ ਇੰਡਸਟਰੀ ਨੇ ਕੀਤਾ ਜਾਂ ਕਾਰਪੋਰੇਟ ਦੇ ਲਾਲਚ ਨੇ ਕੀਤਾ, ਜਿਨ੍ਹਾਂ ਨੇ ਆਪਣੇ ਪ੍ਰੋਫਿਟ ਦੀ ਖਾਤਰ ਮੁਨਾਫੇ ਨੂੰ ਕੇਂਦਰ 'ਚ ਰੱਖ ਕੇ ਪੂਰੀ ਦੀ ਪੂਰੀ ਜਿਹੜੀ ਹੈ ਹਵਾ, ਪਾਣੀ ਔਰ ਫੂਡ ਚੇਨ ਦਾ ਸੱਤਿਆਨਾਸ਼ ਕੀਤਾ, ਜਿਹਦੇ ਨਾਲ ਕਿ ਸਾਡਾ ਸਰੀਰ ਵੀ ਬਿਮਾਰ ਹੋ ਗਏ। ਅਸੀਂ ਬਿਮਾਰੀਆਂ ਦੇ ਹੜ੍ਹ 'ਚ ਬੈਠੇ ਹਾਂ ਇਸ ਵੇਲੇ। ਹਰ ਘਰ ਦੇ ਅੰਦਰ ਬਿਮਾਰੀ ਨੇ ਆਪਣੇ ਪੈਰ ਜਮਾ ਰੱਖੇ ਆ ਔਰ ਉਹ ਘਰ ਦੀ ਤਬਾਹੀ ਹੋ ਰਹੀ ਹੈ। ਉਹ ਆਰਥਿਕ ਵੀ ਹੁੰਦੀ ਹੈ, ਉਹ ਸਮਾਜਿਕ ਵੀ ਹੁੰਦੀ ਹੈ, ਉਹ ਇਮੋਸ਼ਨਲ ਭਾਵਨਾਤਮਕ ਵੀ ਹੁੰਦੀ ਹੈ, ਉਹ ਫੈਮਿਲੀ ਪਰਿਵਾਰ ਟੁੱਟ ਰਹੇ ਹੈ, ਉਹਦੇ ਸੰਕਟ ਹੈ, ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਉਹ ਤਰ੍ਹਾਂ ਦੇ ਜਿਹੜੇ ਸੰਕਟ ਉਹਦੇ ਨਾਲ ਜੁੜਦੇ ਆ। ਤਾਂ ਇਸ ਕਰਕੇ ਅਸੀਂ ਅੱਜ ਵੀ ਇਸ ਗੱਲ 'ਤੇ ਖੜ੍ਹੇ ਹਾਂ ਕਿ ਸਰਕਾਰਾਂ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਨੂੰ ਜਿਹੜੀ ਹੈ ਇਨਵਾਇਰਨਮੈਂਟਲ ਹੈਲਥ ਐਮਰਜੈਂਸੀ ਡਿਕਲੇਅਰ ਕਰਨੀ ਚਾਹੀਦੀ ਹੈ ਔਰ ਇਹਦੇ ਅੰਦਰ ਬਹੁਤ ਵੱਡੇ ਪੱਧਰ ਦਾ ਕਮਿਸ਼ਨ ਬਿਠਾਉਣਾ ਚਾਹੀਦਾ। ਉਹ ਕਮਿਸ਼ਨ ਜਿਹੜਾ ਇਸ ਗੱਲ ਦੀ ਸਾਰੀ ਇਨਕੁਆਇਰੀ ਕਰੇ ਕਿ ਇਸ ਰੀਜਨ ਦੇ ਵਿੱਚ ਜੋ ਵਰਤਾਰਾ ਹੋ ਰਿਹਾ, ਚਾਹੇ ਉਹ ਸਰੀਰਕ ਸਿਹਤ ਦਾ, ਚਾਹੇ ਉਹ ਮਾਨਸਿਕ ਸਿਹਤ ਦਾ, ਚਾਹੇ ਉਹ ਪ੍ਰਜਨਨ ਸਿਹਤ ਦਾ। ਅਸੀਂ ਜਦੋਂ ਪ੍ਰਜਨਨ ਸਿਹਤ ਦੀ ਗੱਲ ਕੀਤੀ ਸੀ ਅੱਜ ਤੋਂ 10 ਸਾਲ ਪਹਿਲਾਂ, 2009 ਤੋਂ ਸ਼ੁਰੂ ਕੀਤੀ ਸੀ ਅਸੀਂ, ਤਾਂ ਉਦੋਂ ਸਾਨੂੰ ਬਹੁਤ ਜ਼ਿਆਦਾ ਲੋਕਾਂ ਨੇ ਇਸ ਗੱਲ 'ਤੇ ਕਿਹਾ ਸੀ ਵੀ ਤੁਸੀਂ ਡਰਾ ਰਹੇ ਹੋ ਐਵੇਂ। ਅੱਜ ਜਣਾ ਖਣਾ ਇਹ ਗੱਲ ਕਰ ਰਿਹਾ। ਅੱਜ ਹਰ ਛੋਟੀ ਵੱਡੀ ਚੈਨਲ ਵੀ ਕਰ ਰਹੀ ਹੈ, ਪੱਤਰਕਾਰ ਵੀ ਕਰ ਰਹੇ ਹੈ ਕਿ ਦੇਖੋ ਹਨੇਰੀ ਆ ਗਈ। ਕੱਲ੍ਹ ਵੀ ਪੱਤਰਕਾਰ ਆਏ ਸੀ ਮੇਰੇ ਕੋਲ ਵੀ ਜਿਹੜਾ ਇਰੈਕਟਾਈਲ ਡਿਸਫੰਕਸ਼ਨ ਹੈ, ਮਰਦਾਨਾ ਕਮਜ਼ੋਰੀ ਹੈ, ਇਹਦੀ ਹਨੇਰੀ ਆਈ ਪਈ ਪੰਜਾਬ 'ਚ। ਸਪਰਮ ਕਾਊਂਟ ਬਹੁਤ ਡਾਊਨ ਜਾ ਰਹੇ ਹੈ, ਅਬਾਰਸ਼ਨਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ, ਮੰਦਬੁੱਧੀ ਬੱਚੇ ਪੈਦਾ ਹੋ ਰਹੇ ਹੈ, ਬਿਮਾਰੀਆਂ ਦਾ ਖੜ੍ਹਾ ਆਇਆ ਪਿਆ, ਸ਼ੂਗਰ ਹੈ, ਕਿਤੇ BP ਹੈ, ਕਿਤੇ ਆਟੋਮਿਊਨ ਡਿਸਆਰਡਰ ਨੇ, ਕਿਤੇ ਐਲਰਜੀਆਂ ਨੇ, ਕਿਤੇ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ ਇਹ ਬਹੁਤ ਗੰਭੀਰ ਕਿਸਮ ਦਾ ਵਰਤਾਰਾ ਹੈ ਔਰ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪਿਛਲੇ 2.5 ਸਾਲ ਤੋਂ, ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਆਪਾਂ ਜਿਹੜੀ 2.5 ਸਾਲ ਤੋਂ ਕੋਸ਼ਿਸ਼ ਲੱਗੇ ਹੋਏ, ਉਹ ਵੀ ਇਹੀ ਕੋਸ਼ਿਸ਼ ਹੈ ਕਿ ਇਹ ਗੱਲ ਜਿਹੜੀ ਹੈ, ਜਿਹੜੀ ਤੁਸੀਂ ਕਿਹਾ ਕਿ ਵਿਸਲ ਬਲੋਅਰ ਤਾਂ ਅਸੀਂ ਹੈਗੇ ਹੀ ਹਾਂ, ਅਸੀਂ ਆਪਣੇ ਆਪ ਨੂੰ ਵਿਸਲ ਬਲੋਅਰ ਹੀ ਕਹਿੰਦੇ ਹਾਂ ਕਿ ਸਾਡਾ ਇਹੀ ਰੋਲ ਹੈ ਕਿ ਅਸੀਂ ਜਾਗਦੇ ਰਹੋ ਦਾ ਹੋਕਾ ਦੇਣਾ, ਕਿਉਂਕਿ ਸਾਡੀ ਤਾਕਤ ਇੰਨੀ ਕੁ ਸੀਮਤ ਹੈ ਕਿ ਅਸੀਂ ਜਾਗਦੇ ਰਹੋ ਦਾ ਹੋਕਾ ਹੀ ਦੇ ਸਕਦੇ ਹਾਂ ਅਤੇ ਲੋਕਾਂ ਨੂੰ ਕਹਿ ਸਕਦੇ ਵੀ ਆਓ ਆਪਾਂ ਇਕੱਠੇ ਹੋ ਕੇ ਇਸ ਪਾਸੇ ਹੰਭਲਾ ਮਾਰੀਏ ਅਤੇ ਉਹ ਜਿਹੜਾ ਕੁਛ ਬ੍ਰੇਕ ਥਰੂ ਦੇਈਏ, ਵੱਡਾ ਬਿਗਲ ਵਜਾਈਏ, ਜਿਹੜਾ ਤੁਸੀਂ ਕਹਿ ਰਹੇ ਸੀ ਵੱਡਾ ਬਿਗਲ ਵਜਾਈਏ ਕਿ ਸਮਾਜ ਸਾਰਾ ਇਕੱਠਾ ਹੋਵੇ, ਲੋਕ ਇਕੱਠੇ ਹੋਣ, ਜਥੇਬੰਦ ਹੋਣ, ਚੇਤਨ ਹੋਣ ਔਰ ਇਹਦੇ ਜੜ ਤੱਕ ਜਾਣ ਕਿ ਕਿਹੜੀ ਚੀਜ਼ ਸਾਨੂੰ ਬਿਮਾਰ ਕਰ ਰਹੀ ਹੈ।
ਕਿਹੜੀ ਚੀਜ਼ ਸਾਡੀ ਪ੍ਰਜਨਨ ਪ੍ਰਕਿਰਿਆ ਨੂੰ ਕਮਜ਼ੋਰ ਕਰ ਰਹੀ ਹੈ, ਕਿਉਂਕਿ ਪ੍ਰਜਨਨ ਕਿਰਿਆ ਕੁਲਵੰਤ ਜੀ ਇੰਨੀ ਸੈਂਸਿਟਿਵ ਚੀਜ਼ ਹੈ, ਇੰਨੀ ਸੂਖਸ਼ਮ ਚੀਜ਼ ਹੈ ਕਿ ਸਭ ਤੋਂ ਪਹਿਲਾਂ ਇਹ ਪ੍ਰਭਾਵਿਤ ਹੁੰਦੀ ਹੈ। ਠੀਕ ਹੈ, ਸਾਨੂੰ ਸਮਝ ਲੇਟ ਆਈ, ਪਹਿਲਾਂ ਅਸੀਂ ਬਿਮਾਰੀਆਂ ਦੇਖੀਆਂ, ਫਿਰ ਸਾਨੂੰ ਸਮਝ ਆਈ ਵੀ ਸਥਿਰਤਾ ਸਾਡੀ ਪ੍ਰਜਨਨ ਕਿਰਿਆ। ਲੇਕਿਨ ਤੁਸੀਂ ਜੇ ਪ੍ਰਜਨਨ ਕਿਰਿਆ ਦਾ ਸੁਭਾਅ ਦੇਖੋ ਤਾਂ ਪ੍ਰਜਨਨ ਕਿਰਿਆ ਜਿਹੜੀ ਹੁੰਦੀ, ਕਿਉਂਕਿ ਜਿੱਥੇ ਸੈੱਲ ਜ਼ਿਆਦਾ ਤੇਜ਼ੀ ਨਾਲ ਵੰਡੇ ਜਾਂਦੇ ਆ, ਡਿਵਾਈਡ ਹੁੰਦੇ ਆ, ਉੱਥੇ ਜ਼ਹਿਰ ਜ਼ਿਆਦਾ ਅਸਰ ਕਰਦੇ ਆ। ਜਦੋਂ ਤੁਹਾਡੇ ਪ੍ਰਜਨਨ ਅੰਗ ਨੇ, ਚਾਹੇ ਉਹ ਟੈਸਟਿਸ ਨੇ, ਚਾਹੇ ਉਹ ਓਵਰੀਜ਼ ਨੇ, ਜਾਂ ਜਦੋਂ ਮਾਂ ਦੇ ਪੇਟ 'ਚ ਬੱਚਾ ਇੱਕ ਸੈੱਲ ਤੋਂ 4 ਕਿਲੋ ਦਾ ਬਣ ਜਾਂਦਾ ਮਲਟੀਪਲਾਈ ਕਰਕੇ, ਉਹ ਸੈਂਸਿਟਿਵ ਥਾਂ ਹੈ, ਉੱਥੇ ਸਭ ਤੋਂ ਜ਼ਿਆਦਾ ਅਸਰ ਹੋ ਰਿਹਾ। ਔਰ ਸਭ ਤੋਂ ਜ਼ਿਆਦਾ ਉਹਦੇ ਸਿੱਟੇ ਜਿਹੜੇ ਅਸੀਂ ਭੁਗਤ ਰਹੇ ਹਾਂ, ਉਹ ਸਾਰੇ ਇਕੱਲੇ ਜ਼ਿੰਦਗੀ ਦੇ ਪੱਖ 'ਚ, ਇਕੱਲੇ ਸਿਹਤ ਦੇ ਪੱਖ 'ਚ ਸਾਨੂੰ ਦਿਖ ਰਹੇ ਆ। ਉਹ ਚਾਹੇ ਉਹ PCOD ਦਾ ਮਸਲਾ ਕੁੜੀਆਂ ਦੇ ਵਿੱਚ ਆ ਰਿਹਾ, ਕੁੜੀਆਂ ਦੇ ਵਿਚਾਰਿਆਂ ਦੇ ਮੂੰਹ 'ਤੇ ਵਾਲ ਆਈ ਜਾ ਰਹੇ ਹੈ, ਫਾਈਬਰਾਇਡਸ ਨੇ, ਸਿਸਟ ਨੇ, ਕੈਂਸਰ ਹੈ, ਸ਼ੂਗਰ ਹੈ, ਸਪਰਮ ਕਾਊਂਟ ਡਾਊਨ ਨੇ, ਇੰਨੀ ਜ਼ਿਆਦਾ ਪ੍ਰਕੋਪ ਹੈ ਕਿ ਇਹਦੇ ਵੱਲ ਕੋਈ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਨਿੱਕੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ। ਹੁਣ ਇਲੈਕਸ਼ਨਾਂ ਆ ਰਹੀਆਂ ਨੇ ਪੰਜਾਬ ਦੇ ਅੰਦਰ। ਮੈਂ ਸਮਝਦਾ ਕਿ ਇਹਨਾਂ ਮੁੱਦਿਆਂ ਨੂੰ ਸਾਨੂੰ ਕੇਂਦਰ 'ਚ ਲੈ ਕੇ ਆਉਣਾ ਚਾਹੀਦਾ, ਪੋਲੀਟੀਕਲ ਪਾਰਟੀਆਂ ਨੂੰ, ਕਿ ਸਾਡੇ ਵਾਤਾਵਰਨ ਦਾ ਕੀ ਬਣੇਗਾ, ਸਾਡੀ ਸਿਹਤ ਦਾ ਕੀ ਬਣੇਗਾ, ਸਾਡੇ ਕਿਵੇਂ ਅਸੀਂ ਇਸ ਸੰਕਟ 'ਚੋਂ ਨਿਕਲਾਂਗੇ। ਇਹ ਮੁੱਦਾ ਹੋਣਾ ਚਾਹੀਦਾ। ਜਦੋਂ ਕਿ ਮੁੱਦੇ ਜਿਹੜੇ ਨੇ ਐਸੇ ਬਣਾਏ ਜਾਂਦੇ ਆ ਜਿਹੜੇ ਕਿ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਹੁੰਦਾ, ਉਹਨਾਂ ਮੁੱਦਿਆਂ ਦੇ ਸਿਰ 'ਤੇ ਇਲੈਕਸ਼ਨਾਂ ਜਿੱਤ ਲਈਆਂ ਜਾਂਦੀਆਂ, ਅਤੇ ਫਿਰ ਜਿਹੜੀ ਹੈ ਦੋਨੀ ਹੱਥੀਂ ਜਿਹੜਾ ਉਹ ਦੇਸ਼ ਨੂੰ ਔਰ ਸੂਬੇ ਨੂੰ ਜਿਹੜਾ ਲੁਟਾਇਆ ਜਾਂਦਾ। ਤਾਂ ਇਸ ਕੇ ਅੰਦਰ ਜਿਹੜੇ ਚੱਕਰ 'ਚੋਂ ਨਿਕਲਣ ਵਾਸਤੇ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਲੋੜ ਹੈ, ਔਰ ਆਪਾਂ ਜਿਸ ਕੋਸ਼ਿਸ਼ 'ਚ ਲੱਗੇ ਹੋਏ ਹਾਂ, ਆਪਾਂ ਨੂੰ ਲੱਗੇ ਰਹਿਣਾ ਚਾਹੀਦਾ। ਪੰਜਾਬ ਇੱਕ ਮਰ ਰਹੀ ਸੱਭਿਅਤਾ, ਤੁਸੀਂ ਇੱਕ ਬੜੀ ਵੱਡੀ ਗੱਲ ਕਹੀ ਹੈ, ਅਤੇ ਅੱਜ ਤੋਂ ਕੁਝ ਸਾਲ ਪਹਿਲਾਂ ਤੁਸੀਂ ਇਹ ਗੱਲ ਕਹਿ ਦਿੱਤੀ ਹੈਗੀ, ਕੁਝ ਸਾਲ ਪਹਿਲਾਂ ਕੀਤੀ ਹੈ। ਕੀ ਤੁਸੀਂ ਅੱਜ ਵੀ ਇਸ ਗੱਲ ਦੇ ਉੱਤੇ ਕਾਇਮ ਹੋ ਕਿ ਵਾਕਈ ਹੀ ਪੰਜਾਬ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀ ਇੱਕ ਬੜੀ ਅਮੀਰ ਵਿਰਾਸਤ ਜਿਹੜੀ ਹੈ ਸਾਡੀ, ਅੱਜ ਵੀ ਇਸ ਗੱਲ 'ਤੇ ਕਾਇਮ ਹੋ ਕਿ ਉਹ ਖਤਮ ਹੋ ਰਹੀ ਹੈ? ਹਾਂ, ਬਿਲਕੁਲ। ਮੈਂ ਔਰ ਮੇਰੀ ਜਥੇਬੰਦੀ ਖੇਤੀ ਵਿਰਾਸਤ ਮਿਸ਼ਨ, ਅਸੀਂ ਪੂਰੀ ਤਰ੍ਹਾਂ ਕਮਿਟਡਲੀ ਇਸ ਗੱਲ 'ਤੇ ਖੜ੍ਹੇ ਹਾਂ ਕਿ ਪੰਜਾਬ ਦੇ ਅੰਦਰ ਜਿਹੜਾ ਵਰਤਾਰਾ ਵਾਪਰ ਰਿਹਾ ਹੈ। ਉਸ ਤੋਂ ਬਾਅਦ ਇੱਕ ਰੈਫਰੈਂਸ ਹੋਰ ਥੋੜ੍ਹੀ ਦੇ ਦਾਂ ਮੈਨੂੰ। ਉਸ ਤੋਂ ਬਾਅਦ ਜਦੋਂ ਅਸੀਂ ਇਹ ਲਿਖਿਆ ਸੀਗਾ, ਤਾਂ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਇੱਕ ਲੇਖ ਛਪਿਆ ਸੀਗਾ, ਉਹਦਾ ਜਿਹੜਾ ਸਿੰਗਰ ਹੈ, ਬੁੱਲਾ ਕੀ ਜਾਣਾ ਮੈਂ ਕੌਣ ਵਾਲਾ, ਕੀ ਨਾਂ ਉਹਦਾ, ਉਹਨੇ ਆਰਟੀਕਲ ਲਿਖਿਆ ਸੀ ਪੰਜਾਬੀ ਟ੍ਰਿਬਿਊਨ 'ਚ, ਸਿੰਧ ਘਾਟੀ ਫਿਰ ਮਰਨ ਲਈ ਤਿਆਰ ਹੈ। ਬਹੁਤ ਵੱਡਾ ਆਰਟੀਕਲ ਸੀਗਾ, ਮੈਨੂੰ ਅੱਜ ਵੀ ਯਾਦ ਆ ਉਹ। ਅਤੇ ਸਿੰਧ ਘਾਟੀ ਫਿਰ ਮਰਨ ਲਈ ਤਿਆਰ ਹੈ। ਤਾਂ ਇਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਇਹ ਬਹੁਤ ਸਪਸ਼ਟ ਰੂਪ 'ਚ ਦਿਖ ਰਿਹਾ। ਹੁਣ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਅਸੀਂ ਸ਼ੁਰੂ 'ਚ ਇਸ ਗੱਲ ਦੇ ਬਹੁਤੇ ਸਬੂਤ ਨਹੀਂ ਦੇ ਸਕੇ, ਕਿਉਂਕਿ ਖੋਜਾਂ ਵੀ ਬਹੁਤ ਘੱਟ ਨੇ, ਔਰ ਸਾਡੀਆਂ ਜਿਹੜੀਆਂ ਸਾਧਨ ਸੀਗੇ ਉਹ ਵੀ ਸੀਮਤ ਨੇ। ਤਾਂ ਇਸ ਕਰਕੇ ਟੀਮ ਵੀ ਬਹੁਤ ਛੋਟੀ ਹੈ ਸਾਡੇ ਕੋਲੇ, ਸਾਧਨ ਬਹੁਤ ਥੋੜ੍ਹੇ ਨੇ। ਹਰ ਚੀਜ਼ 'ਤੇ ਤੋਰੇ ਫੇਰੇ 'ਤੇ ਹਰ ਚੀਜ਼ 'ਤੇ ਪੈਸਾ ਲੱਗਦਾ। ਹਰ ਚੀਜ਼ ਦੇ ਵਿੱਚ ਤੁਹਾਨੂੰ ਸੰਸਥਾਵਾਂ ਚਾਹੀਦੀਆਂ ਨੇ। ਸਰਕਾਰੀ ਸੰਸਥਾਵਾਂ ਇੱਧਰ ਤੁਰਨ ਨੂੰ ਤਿਆਰ ਨਹੀਂ ਹੈ, ਮੇਨ ਸਟ੍ਰੀਮ ਮੈਡੀਕਲ ਪ੍ਰੋਫੈਸ਼ਨ ਇੱਧਰ ਤੁਰਨ ਨੂੰ ਤਿਆਰ ਨਹੀਂ ਹੈ। ਤਾਂ ਇਸ ਕਰਕੇ ਇਹ ਜਿਹੜੀ ਸਮੱਸਿਆਵਾਂ ਸੀਗੀਆਂ, ਉਹਦੇ 'ਚ ਜੇ ਅਸੀਂ 2-4 ਹੁੰਦੇ ਰਹੇ ਇਹਦੇ ਨਾਲ, ਅਸੀਂ ਅੱਜ ਵੀ ਕਹਿੰਦੇ ਹਾਂ ਕਿ ਜਿਹੜੀ ਪੰਜਾਬ ਹੈ ਉਹ ਮਰਨ ਵੱਲ ਜਾ ਰਿਹਾ। ਤੁਸੀਂ ਹਵਾ ਦਾ ਹਾਲ ਦੇਖ ਲਓ, ਤੁਸੀਂ ਪਾਣੀ ਦਾ ਹਾਲ ਦੇਖ ਲਓ, ਤੁਸੀਂ ਮਿੱਟੀ ਦਾ ਹਾਲ ਦੇਖ ਲਓ, ਤੁਸੀਂ ਸਿਹਤਾਂ ਦਾ ਹਾਲ ਦੇਖ ਲਓ, ਤੁਸੀਂ ਆਰਥਿਕਤਾ ਦਾ ਹਾਲ ਦੇਖ ਲਓ, ਤੁਸੀਂ ਸਮਾਜ ਦੇ ਵਿੱਚ ਐਜੂਕੇਸ਼ਨ ਦਾ ਹਾਲ ਦੇਖ ਲਓ, ਤੁਸੀਂ ਹੈਲਥ ਦਾ ਹਾਲ ਦੇਖ ਲਓ, ਸਮਾਜ ਕਿਸ ਢੰਗ ਨਾਲ ਟੁੱਟ ਰਿਹਾ ਉਹਦਾ ਹਾਲ ਦੇਖ ਲਓ, ਸੋਚ ਦਾ ਹਾਲ। ਹਾਂ, ਤੇ ਜਿਹੜਾ ਜਿਸ ਕਿਸਮ ਦੇ ਸੰਕਟ 'ਚ ਅਸੀਂ ਫਸ ਚੁੱਕੇ ਹਾਂ, ਪੰਜਾਬ ਮੈਂ ਸਮਝਦਾ ਕਿ ਗਰਦਨ ਤੱਕ ਇਸ ਵੇਲੇ ਡੁੱਬਣ ਦੇ ਕਿਨਾਰੇ ਆਇਆ ਹੋਇਆ। ਜੇ ਅਸੀਂ ਇੱਕ ਦਹਾਕਾ ਹੋਰ ਕੁਛ ਨਾ ਕਰ ਸਕੇ ਤਾਂ ਇਹ ਪੰਜਾਬ ਬਖਰਾਓ ਦੇ ਰਾਹ ਪਏਗਾ ਕਿਸੇ ਨਾ ਕਿਸੇ ਰੂਪ 'ਚ। ਮੈਂ ਸਮਝਦਾ ਕਿ ਇਹ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ, ਕਿਉਂਕਿ ਪੰਜਾਬ ਗੁਰੂਆਂ ਦੇ ਨਾਂ 'ਤੇ ਵਸਦਾ। ਇੱਕ ਆਇਡੈਂਟੀਟੀ ਹੈ ਪੂਰੀ ਦੁਨੀਆ ਦੇ ਅੰਦਰ ਉਸ ਸੱਭਿਅਤਾ ਦੀ, ਜਿਹਨੂੰ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਹੀ ਲੰਬੇ ਸਿਰ ਨਾਲ ਅਤੇ ਲੰਬੀ ਮਿਹਨਤ ਨਾਲ, ਕੁਰਬਾਨੀਆਂ ਨਾਲ ਸਿਰਜਿਆ। ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦੇਖੋ, ਉਹ ਗੁਰੂ ਨਾਨਕ ਸਾਹਿਬ ਕਿਵੇਂ ਉਦਾਸੀਆਂ 'ਤੇ ਇਕੱਲੇ ਤੁਰ ਪੈਂਦੇ ਸੀਗੇ, 2 ਦੋਸਤ ਲੈ ਕੇ ਨਾਲ, ਅਤੇ ਉਹਨਾਂ ਅਣਜਾਣ ਧਰਤੀਆਂ 'ਤੇ ਜਾਂਦੇ ਸੀਗੇ ਜਿੱਥੇ ਕੋਈ ਬੰਦਾ ਸੋਚ ਵੀ ਨਹੀਂ ਸਕਦਾ। ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੇਖ ਲਓ, ਜੋ ਉਹ ਸਾਰਾ ਇਤਿਹਾਸ ਪਿਆ। ਜੇ ਅਸੀਂ ਅੱਜ ਵੀ ਜਾਗਦੇ ਨਹੀਂ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਆਪਣੇ ਇਤਿਹਾਸ ਨਾਲ ਗੱਦਾਰੀ ਹੈ। ਅੱਜ ਸਾਨੂੰ ਜਾਗਣ ਦੀ ਲੋੜ ਹੈ, ਉੱਠਣ ਦੀ ਲੋੜ ਹੈ, ਕਿਉਂਕਿ ਬੜਾ ਹੀ ਭਾਵਾਤਮਕ ਮਸਲਾ ਹੈ। ਕਿਉਂਕਿ ਜੇ ਅੱਜ ਅਸੀਂ ਨਹੀਂ ਜਾਗੇ ਤਾਂ ਫਿਰ ਸ਼ਾਇਦ 10 ਸਾਲ ਬਾਅਦ ਸਾਨੂੰ ਇਹ ਸਮਾਂ ਨਾ ਮਿਲੇ ਅਤੇ ਉਹ ਇੰਨਾ ਬਖਰਾਓ ਆਵੇ ਇਸ ਰੀਜਨ 'ਚ ਕਿ ਫਿਰ ਅਸੀਂ ਉਹਨੂੰ ਸੰਭਾਲ ਨਾ ਸਕੀਏ। ਅੱਜ ਜਿਵੇਂ ਕਿਸਾਨ ਅੰਦੋਲਨ ਨੇ ਇੱਕ ਸਿੱਧ ਕਰਤਾ ਕਿ ਅਜੇ ਸਾਡੇ 'ਚ ਜਾਨ ਹੈ, ਅਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ। ਸੋ ਕਿਸਾਨ ਅੰਦੋਲਨ ਨੇ ਇੱਕ ਸਾਡੇ ਸਾਹਮਣੇ ਬਹੁਤ ਵੱਡੀ ਉਦਾਹਰਨ ਖੜੀ ਕੀਤੀ ਹੈ। ਸਾਡੇ ਸਾਹਮਣੇ ਇੱਕ
ਇੱਕ ਪ੍ਰੂਫ ਖੜਾ ਕੀਤਾ, ਸਬੂਤ ਦਿੱਤਾ ਕਿ ਅਸੀਂ ਜਾਗਦੇ ਹਾਂ, ਅਸੀਂ ਮਰੇ ਹੋਏ ਨਹੀਂ, ਜਿਉਂਦੇ ਹਾਂ। ਤਾਂ ਉਸ ਜਿਉਂਦੇ ਹੋਣ ਦਾ ਸਬੂਤ ਜਿਹੜਾ ਇਹ ਬਾਕੀ ਜਿਹੜੇ ਮੁੱਦੇ ਨੇ, ਜਿਹੜੇ ਕਿਸਾਨੀ ਦੇ ਕੁਝ ਮੁੱਦਿਆਂ 'ਤੇ ਅੰਦੋਲਨ ਲੜਿਆ ਗਿਆ, ਜਿਹੜੇ ਬਾਕੀ ਸਮਾਜ ਦੇ ਵਿੱਚ ਮੁੱਦੇ ਖੜੇ ਆ, ਚਾਹੇ ਉਹ ਵਾਤਾਵਰਨ ਦਾ ਹੈ, ਇਕੋਲੋਜੀ ਦਾ ਹੈ, ਸਿਹਤ ਦਾ ਹੈ, ਜਾਂ ਜਿਹੜੇ ਸਮਾਜ ਦੇ ਹੋਰ ਮੁੱਦੇ ਨੇ ਸਿਹਤ ਐਜੂਕੇਸ਼ਨ ਦਾ, ਇਹ ਸਾਰੇ ਮੁੱਦਿਆਂ ਦੇ ਉੱਪਰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਹੈ ਚੇਤਨਾ ਹੋਣੀ ਚਾਹੀਦੀ ਹੈ। ਔਰ ਥਾਂ ਥਾਂ 'ਤੇ ਬੈਠ ਕੇ ਇਹਦੇ ਬਦਲ ਲੱਭਣੇ ਚਾਹੀਦੇ ਆ। ਦੋ ਢੰਗ ਹੁੰਦੇ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੇ। ਇੱਕ ਹੁੰਦਾ ਅੰਦੋਲਨ, ਗਲਤ ਨੂੰ ਕ੍ਰਿਟੀਸਾਈਜ਼ ਕਰਨਾ, ਗਲਤ ਨੂੰ ਵਾਪਰਨ ਤੋਂ ਰੋਕਣਾ। ਦੂਜਾ ਹੁੰਦਾ ਤਾਂ ਬਦਲ ਦੇਣਾ। ਅਸੀਂ ਖੇਤੀ ਵਿਰਾਸਤ ਮਿਸ਼ਨ 'ਚ ਕਿਸਾਨ ਅੰਦੋਲਨ ਨੇ ਜਿਵੇਂ ਗਲਤ ਨੂੰ ਰੋਕਿਆ, ਅਸੀਂ ਉਹਦੇ ਨਾਲ ਸਪਲੀਮੈਂਟ ਕਰਦੇ ਹਾਂ, ਉਹਦੇ 'ਚ ਐਡ ਕਰਦੇ ਹਾਂ ਇੱਕ ਬਦਲ। ਖੇਤੀ ਵਿਰਾਸਤ ਮਿਸ਼ਨ ਨੇ ਉਹਦਾ ਇੱਕ ਬਦਲ ਖੜਾ ਕੀਤਾ ਕਿ ਉਹ ਮਾਡਲ ਜਿਹੜਾ ਕਾਰਪੋਰੇਟ ਦਾ ਮਾਡਲ ਹੈ, ਅਸੀਂ ਓਪਨਲੀ ਕਹਿੰਦੇ ਕਿ ਕਾਰਪੋਰੇਟ ਦਾ ਮਾਡਲ ਹੈ ਖੇਤੀ, ਇਹਨੂੰ ਰੱਦ ਕਰਨਾ ਚਾਹੀਦਾ। ਇਹ ਬਿਲਕੁਲ ਹੀ ਨਾ ਤਾਂ ਲੋਕ ਪੱਖੀ ਹੈ, ਨਾ ਕੰਜ਼ਿਊਮਰ ਪੱਖੀ ਹੈ, ਨਾ ਕੁਦਰਤ ਪੱਖੀ ਹੈ, ਨਾ ਸਿਹਤ ਪੱਖੀ ਹੈ। ਸੱਤਿਆਨਾਸੀ ਮਾਡਲ ਹੈ ਇਹ, ਕੋਈ ਵਿਕਾਸ ਵਕੂਸ ਨਹੀਂ ਹੈ, ਵਿਨਾਸ਼ ਹੈ ਇਹ, ਟੋਟਲ ਵਿਨਾਸ਼ ਹੋ ਰਿਹਾ। ਤਾਂ ਉਸ ਵਿਨਾਸ਼ ਦੇ ਮਾਡਲ ਨੂੰ ਛੱਡ ਕੇ ਜੋ ਖੇਤੀ ਵਿਰਾਸਤ ਮਿਸ਼ਨ ਪਿਛਲੇ 15-20 ਸਾਲ ਤੋਂ ਕਹਿ ਰਿਹਾ ਕਿ ਸਾਨੂੰ ਕੋਆਪਰੇਟਿਵ ਅਤੇ ਆਰਗੈਨਿਕ ਫਾਰਮਿੰਗ ਕਰਨੀ ਚਾਹੀਦੀ ਹੈ। ਕੋਆਪਰੇਟਿਵ ਅਤੇ ਆਰਗੈਨਿਕ ਫਾਰਮਿੰਗ ਜਿਹੜੀ ਹੈ ਉਹ ਬਦਲ ਹੈ, ਜਿਹਦੇ ਰਾਹੀਂ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਬਹੁਤ ਹੀ ਵਧੀਆ ਢੰਗ ਨਾਲ ਹੋ ਸਕਦਾ। ਮਾਫ ਕਰਨਾ, ਤੁਹਾਨੂੰ ਰੋਕ ਰਿਹਾ। ਤੁਸੀਂ ਇਹ ਕਹਤੇ ਹੋ ਵੀ ਅਸੀਂ ਬਦਲ ਦੇਣਾ ਚਾਹ ਰਹੇ ਹਾਂ, ਅਸੀਂ ਬਹੁਤ, ਤੁਸੀਂ ਜਿੰਨਾ ਵੀ ਤੁਸੀਂ ਕੰਮ ਕਰ ਰਹੇ ਹੋ, ਇਹ ਆਮ ਪਬਲਿਕ ਇਸ ਨੂੰ ਬਹੁਤ ਜ਼ਿਆਦਾ ਸਰਾਹਨਾ ਕਰ ਰਹੀ ਹੈ, ਐਪਰੀਸ਼ੀਏਟ ਕਰ ਰਹੀ ਹੈ, ਔਰ ਪਬਲਿਕ ਤੁਹਾਡੇ ਨਾਲ ਜੁੜ ਵੀ ਰਹੀ ਹੈ। ਪਰ ਜਿੱਥੇ ਤੱਕ ਸਰਕਾਰਾਂ ਦਾ ਕੰਮ ਹੈ, ਦੂਜੇ ਪਾਸੇ ਇੱਕ ਬਹੁਤ ਵੱਡੀ ਲਾਬੀ ਹੈਗੀ ਹੈ। ਜੇ ਆਪਾਂ ਗੱਲ ਕਰੀਏ ਫਾਰਮਾਸਿਊਟੀਕਲ ਕੰਪਨੀਜ਼ ਦੀ ਹੈਗੀ ਹੈ, ਔਰ ਬੜਾ ਵੱਡਾ ਜਿਹੜਾ ਬੜੇ ਵੱਡੇ ਲੈਵਲ ਦੇ ਉੱਤੇ ਜਿਹੜਾ ਜਿਹੜਾ ਇਹਨਾਂ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਹੈਗੀ ਹੈ, ਔਰ ਦੂਜੇ ਵੀ ਹੋਰ ਜਿਹੜੇ ਸਰਕਾਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਬੜੀ ਵੱਡੀ ਪਹੁੰਚ ਹੈਗੀ ਹੈ। ਪੈਸਾ ਜਿਹੜਾ ਉਹ ਤੁਸੀਂ ਸੋਚ ਸਕਦੇ ਹੋ ਵੀ ਵਿਸ਼ਵ ਦਾ ਸਾਰਾ ਪੈਸਾ ਲਗਭਗ ਜਿਹੜਾ ਇਹਨਾਂ ਕੰਪਨੀਆਂ ਦੇ ਹੱਥਾਂ ਦੇ ਵਿੱਚ ਹੈਗਾ। ਦੂਜੇ ਪਾਸੇ ਤੁਸੀਂ ਕੁਝ ਚੰਦ ਵਿਸਲ ਬਲੋਅਰ, ਤੁਸੀਂ ਕੁਝ ਵਿਸਲਸ ਵਜਾਈਆਂ ਸੀ, ਪਰ ਉਹਦਾ ਤੁਹਾਨੂੰ ਵੀ ਖਮਿਆਜਾ ਭੁਗਤਣਾ ਪਿਆ, ਅਤੇ ਕੁਝ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੂੰ ਵੀ ਖਮਿਆਜਾ ਭੁਗਤਣਾ ਪਿਆ, ਜਿਹੜੇ ਕਿ ਓਪਨਲੀ ਆਏ। ਕੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇਕੱਲੇ ਰਹਿ ਕੇ ਜਿਹੜਾ ਤੁਹਾਨੂੰ ਇਸ ਤਰ੍ਹਾਂ ਜਿਹੜੀ ਤੁਸੀਂ ਇੱਕ ਵੱਡੀ ਲੜਾਈ ਨੂੰ ਲੜੋਗੇ? ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਤੁਹਾਡੇ ਨਾਲ ਦੇ ਲਾਈਕ ਮਾਈਂਡਡ ਡਾਕਟਰਸ ਨੇ, ਕਿ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਇਕੱਠੇ ਹੋ ਕੇ ਜਿੰਨੇ ਵੀ ਉਹਨਾਂ ਨਾਲ ਪਬਲਿਕ ਜੁੜੀ ਹੋਈ ਹੈ, ਇਸ ਤਰ੍ਹਾਂ ਵੱਡੇ ਲੈਵਲ ਦੇ ਉੱਤੇ ਇੱਕ ਪ੍ਰਚਾਰ ਦੀ ਵੀ ਲੋੜ ਹੈ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਆ ਰਹੀ ਹੈ, ਕਿਉਂ ਨਹੀਂ ਤੁਸੀਂ ਇੱਕ ਵੱਡੇ ਲੈਵਲ ਦੇ ਉੱਤੇ ਇਕੱਠੇ ਹੋ ਕੇ ਇੱਕ ਅਜਿਹਾ ਕੁਝ ਕਰਦੇ ਤਾਂ ਕਿ ਪਬਲਿਕ ਤੱਕ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਇੰਟੈਲੈਕਚੁਅਲ, ਸਮਝਦਾਰ, ਬੁੱਧੀਜੀਵੀ ਜਿਹੜੇ ਉਹ ਲੋਕ ਮੰਨੇ ਜਾਂਦੇ ਹੈਗੇ ਹੋ, ਤਾਂ ਕਿਉਂ ਨਹੀਂ ਤੁਸੀਂ ਸਾਰੇ ਜਣੇ ਬੁੱਧੀਜੀਵੀ ਇਕੱਠੇ ਹੋ ਕੇ ਪਬਲਿਕ ਤੱਕ ਅਵੇਅਰਨੈਸ ਪਹੁੰਚਾਉਂਦੇ? ਕਿਉਂਕਿ ਤੁਹਾਡੀ ਗੱਲ ਨੂੰ ਹਰ ਬੰਦਾ ਅੱਜ ਸੁਣ ਰਿਹਾ, ਤੇ ਜਦੋਂ ਸੁਣਦਾ ਤਾਂ ਉਹ ਬੰਦਾ ਉਹਦੇ 'ਤੇ ਅਸਰ ਵੀ ਕਰਦਾ। ਕਿਉਂ ਨਹੀਂ ਤੁਸੀਂ ਸਾਰੇ ਜਣੇ ਇਕੱਠੇ ਹੋ ਜਾਂਦੇ? ਕਿਉਂਕਿ ਏਕਤਾ ਜਦੋਂ ਸ਼ੋਅ ਕਰੋਗੇ, ਨਾ ਤੁਹਾਨੂੰ ਕੋਈ ਹੱਥ ਪਾ ਸਕਦਾ, ਸਰਕਾਰਾਂ ਹੱਥ ਪਾਉਂਦੀਆਂ ਨੇ, ਅਤੇ ਨਾ ਹੀ ਤੁਹਾਨੂੰ ਜਿਹੜਾ ਕੋਈ ਤੁਹਾਡੀ ਗੱਲ ਜਿਹੜੀ ਆ ਉਹ ਸੁਣਨ ਤੋਂ ਕੋਈ ਰੋਕ ਸਕਦਾ। ਜਿਸ ਤਰ੍ਹਾਂ ਸਵਾਲ ਜੀ ਕੁਲਵੰਤ ਜੀ, ਖਮਿਆਜੇ ਦਾ ਸਵਾਲ ਹੈ, ਮੇਰੇ 'ਤੇ ਕੇਸ ਪਿਆ ਜਾਂ ਡਾਕਟਰ ਵਿਸ਼ਵਰੂਪ ਰਾਏ ਚੌਧਰੀ 'ਤੇ ਪਿਆ, ਇਹ ਕੋਈ ਖਾਸ ਇਹਦੀ ਜਿਹੜੀ ਹੈ ਕੀਮਤ ਨਹੀਂ ਹੈ, ਬੜੀ ਛੋਟੀ ਕੀਮਤ ਹੈ। ਅਸੀਂ ਇਸ ਤੋਂ ਵੱਡੀ ਕੀਮਤ ਲਈ ਵੀ ਤਿਆਰ ਹਾਂ, ਕਿਉਂਕਿ ਜੇ ਬੰਦਾ ਜਿਸ ਕੰਮ ਨੂੰ ਕਹਿੰਦਾ ਹੈ, ਜੇ ਉਹਦੇ ਤਿਆਰ ਨਹੀਂ ਹੈਗਾ ਮਾਨਸਿਕ ਤੌਰ 'ਤੇ, ਤਾਂ ਫਿਰ ਲਾਹਨਤ ਹੈ ਉਹਦੇ 'ਤੇ, ਤਿਆਰ ਵੀ ਹੋਣਾ ਚਾਹੀਦਾ। ਸੋ ਜਿਹੜੀ ਇਹ ਕੇਸ ਕੂਸ ਪੈਣੇ ਤਾਂ ਆਮ ਜਿਹੀਆਂ ਗੱਲਾਂ ਹੁੰਦੀਆਂ, ਇੱਥੇ ਤਾਂ ਫਾਂਸੀਆਂ ਲੱਗਦੀਆਂ ਨੇ ਅਤੇ ਕੁਰਬਾਨੀਆਂ ਹੁੰਦੀਆਂ ਨੇ, ਉਹ ਕੋਈ ਖਾਸ ਗੱਲ ਨਹੀਂ ਹੈ। ਇਹਦੇ ਲਈ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ, ਤਾਂ ਜਾ ਕੇ ਆਜ਼ਾਦੀ ਮਿਲੀ। ਤੋ ਇਸ ਕਰਕੇ ਕੀਮਤ ਤਾਂ ਦੇਣੀ ਪੈਂਦੀ ਹੈ, ਕੀਮਤ ਦੇਣ ਲਈ ਤਿਆਰ ਵੀ ਰਹਿਣਾ ਚਾਹੀਦਾ। ਤੁਹਾਡੇ ਵਰਗੇ ਬੁੱਧੀਜੀਵੀ ਲੋਕਾਂ ਦੀ ਸਮਾਜ ਨੂੰ ਲੋੜ ਹੈ। ਜੇ ਤੁਸੀਂ ਕੀਮਤ ਦੇ ਕੇ ਚਲੇ ਗਏ ਤਾਂ ਫਿਰ ਹੋਰ ਅੱਗੇ ਕੌਣ ਸਾਹਮਣੇ ਆਊਗਾ? ਮੈਂ ਇਹ ਚਾਹ ਰਿਹਾ ਕਿ ਕਿਉਂ ਨਹੀਂ ਆਪਾਂ ਕੀਮਤ ਦੀ ਗੱਲ ਛੱਡ ਕੇ, ਕਿਉਂ ਨਹੀਂ ਆਪਾਂ ਇਕੱਠੇ ਹੋ ਕੇ ਆਪਾਂ ਹਮਲਾ ਮਾਰੀਏ? ਨਹੀਂ, ਉਹ ਆਪਾਂ ਕੋਸ਼ਿਸ਼ ਤਾਂ ਇਹੀ ਕਰ ਰਹੇ ਹਾਂ, ਪਰ ਉਹਦੇ 'ਚ ਜਿਹੜੀ ਦਿੱਕਤ ਆ ਰਹੀ ਹੈ ਨਾ ਬਹੁਤ ਜ਼ਿਆਦਾ। ਦੇਖੋ, ਜਿਹੜੀ ਆਪਣੇ ਕੋਲੇ ਬਹੁਤ ਵੱਡੀ ਇੱਕ ਪਿਆਰੀ ਉਦਾਹਰਨ ਹੈ ਮੀਰ ਜਾਫਰ ਦੀ, ਔਰ ਜਿਹੜਾ ਹਿੰਦੁਸਤਾਨ ਦੇ ਅੰਦਰ ਜਿਸ ਬੰਦੇ ਨੇ 18,000 ਫੌਜ ਨੂੰ 300 ਦੀ ਫੌਜ ਤੋਂ ਸਰੈਂਡਰ ਕਰਵਾਤਾ ਸੀਗਾ ਪਲਾਸੀ ਦੀ ਲੜਾਈ 'ਚ, ਤਾਂ ਉਹ ਜਿਹੇ ਗੱਦਾਰ ਜਿਹੜੇ ਨੇ, ਉਹ ਜਿਹੇ ਲੋਕ ਜਿਹੜੇ ਸਿਰਫ ਉਹਨੂੰ ਇਹ ਕਿਹਾ ਗਿਆ ਵੀ ਤੈਨੂੰ ਬੰਗਾਲ ਦਾ ਗਵਰਨਰ ਬਣਾ ਦਾਂਗੇ ਅਸੀਂ, ਉਹ ਨਵਾਬ, ਅਤੇ ਨਾਲ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਦਾਂਗੇ, ਅਤੇ ਉਹਦੇ ਚੱਕਰ 'ਚ ਉਹਨੇ 18,000 ਫੌਜੀਆਂ ਨੂੰ ਆਪਣਿਆਂ ਨੂੰ ਸੈਨਾਪਤੀ ਹੁੰਦੇ ਹੋਏ ਸਰੈਂਡਰ ਕਰਵਾਤਾ ਸੀਗਾ। ਅਤੇ ਮਤਲਬ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਜਿਹੜੀ ਉਹਦੇ ਪੈਰ ਲੱਗੇ, ਅਤੇ ਉਸ ਤੋਂ ਬਾਅਦ ਸਾਰਾ ਹਿੰਦੁਸਤਾਨ ਗੁਲਾਮ ਹੋਇਆ। ਤਾਂ ਇੱਦਾਂ ਦਾ ਵੀ ਸਾਡਾ ਇਤਿਹਾਸ ਹੈਗਾ ਜਿਹੜਾ ਕਲੰਕਤ ਹੈ।
ਉਹ ਦੂਜਾ ਵੀ ਇਤਿਹਾਸ ਪਿੱਛਾ ਹੈ ਜਿੱਥੇ ਭਗਤ ਸਿੰਘ ਨੇ, ਚੰਦਰ ਸ਼ੇਖਰ ਆਜ਼ਾਦ ਹੈ, ਲੱਖਾਂ ਲੋਕਾਂ ਨੇ ਹੋਰ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਲੱਖਾਂ ਲੋਕ ਲੜੇ। ਸੋ ਇਹ ਜਿਹੜਾ ਇਹਦਾ ਇਤਿਹਾਸ ਦੀਆਂ ਗੱਲਾਂ ਹੁੰਦੀਆਂ ਨੇ, ਇੱਦਾਂ ਹੀ ਚੱਲਦੀਆਂ ਨੇ। ਤੋ ਦੂਜੇ ਪਾਸੇ ਜਿਹੜੇ ਹੁਣ ਜੋ ਮੀਰ ਜਾਫਰ ਜਿਹੜੇ ਅੱਜ ਦੇ ਮੀਰ ਜਾਫਰ ਨੇ, ਉਹ ਤੁਹਾਡੇ ਸਾਹਮਣੇ ਨੇ ਕਿਵੇਂ ਕਿਸ ਢੰਗ ਦੇ ਨਾਲ ਮੁਲਕ ਵੇਚੇ ਜਾ ਰਹੇ ਆ, ਕਿਸ ਢੰਗ ਦੇ ਨਾਲ ਸਾਰਾ ਜਿਹੜਾ ਹੈ ਆਪਣੀਆਂ ਸਿਰਫ ਕੁਛ ਬੈਨੀਫਿਟਸ ਲੈਣ ਲਈ ਜਾਂ ਤਾਕਤ ਲੈਣ ਲਈ ਜਾਂ ਕੁਰਸੀ ਲੈਣ ਲਈ ਕਿਸ ਢੰਗ ਦੇ ਨਾਲ ਮੁਲਕ ਨੂੰ ਵੇਚਿਆ ਜਾਂਦਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਣੇ ਸਾਹਮਣੇ ਨੇ। ਸੋ ਇਸ ਕਰਕੇ ਜਿਹੜਾ ਮੁਕਾਬਲਾ ਹੈ ਜਿਹੜਾ ਉਹ ਬਹੁਤ ਤਗੜੇ ਲੋਕਾਂ ਨਾਲ ਹੈ। ਮੈਂ ਇਹੀ ਚਾਹ ਰਿਹਾ ਕਿ ਮੁਕਾਬਲਾ ਤੁਹਾਡਾ ਬਹੁਤ ਤਗੜੇ ਲੋਕਾਂ ਨਾਲ, ਤੇ ਜੀ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਹੱਥ ਦੇ ਵਿੱਚ ਸਰਕਾਰ ਵੀ ਹੈ ਇਸ ਵੇਲੇ, ਕਿਉਂਕਿ ਉਹ ਸਰਕਾਰਾਂ ਨੂੰ ਫੰਡ ਦਿੰਦੇ ਨੇ, ਬਹੁਤ ਵੱਡੇ ਲੈਵਲ 'ਤੇ ਸਿਆਸੀ ਪਾਰਟੀਆਂ ਨੂੰ ਫੰਡ ਜਾਂਦਾ ਹੈਗਾ, ਉਹ ਸਰਕਾਰਾਂ ਬਣਾਉਂਦੇ ਨੇ। ਇੱਕ ਪਾਸੇ ਤੁਸੀਂ ਕੁਝ ਬੰਦੇ ਕਿਉਂ ਨਹੀਂ ਤੁਸੀਂ ਪਬਲਿਕ ਦੀ ਸਾਰੀ ਜਿਹੜੀ ਤਾਕਤ ਆਪਣੇ ਨਾਲ ਜੋੜਨ ਲਈ, ਜਿੰਨੇ ਤੁਸੀਂ ਲਾਈਕ ਮਾਈਂਡਡ ਹੈਗੇ ਹੋ, ਇੱਕ ਵੱਡਾ ਗਰੁੱਪ ਬਣ ਕੇ ਤੁਸੀਂ ਇਕੱਠੇ ਚੱਲੋ। ਕਿਉਂਕਿ ਜੇਕਰ ਆਪਾਂ ਇਕੱਠੇ ਅਲੱਗ-ਅਲੱਗ ਚੱਲੀ ਜਾਵਾਂਗੇ ਤਾਂ ਫਿਰ ਉਹੀ ਹਾਲ ਹੋਏਗਾ ਜਿਹੜਾ ਇਤਿਹਾਸ ਦੇ ਵਿੱਚ ਪਹਿਲਾਂ ਹੁੰਦਾ ਆਇਆ। ਨਹੀਂ ਕੋਸ਼ਿਸ਼ ਇਹੀ ਹੋ ਰਹੀ ਹੈ ਕਿ ਜਿਹੜਾ ਨਾ ਜਿੱਥੇ ਕੋਈ ਕਿਸਾਨ ਅੰਦੋਲਨ ਨੇ ਉਦਾਹਰਨ ਸੈੱਟ ਕੀਤੀ ਹੈ ਨਾ, ਉੱਥੇ ਕਿੰਨੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਲੇਕਿਨ ਉਹ ਇਕੱਠੀਆਂ ਕੋਈ ਇੱਕ ਦਿਨ 'ਚ ਨਹੀਂ ਹੋਈਆਂ। ਉਹਨਾਂ ਦਾ ਪਿੱਛੇ 15-20 ਸਾਲ ਦਾ ਇਤਿਹਾਸ ਪਿਆ। ਅਸੀਂ ਵੀ ਬਾਰ-ਬਾਰ ਜਦੋਂ ਵੀ ਇਹਨਾਂ ਸਾਡੇ ਦੋਸਤ ਨੇ ਸਾਰੇ, ਅਸੀਂ ਵੀ ਕਹਿੰਦੇ ਰਹਿੰਦੇ ਹੁੰਦੇ ਸੀਗੇ ਵੀ ਤੁਸੀਂ ਅੱਡ ਲੜੀ ਜਾਓਗੇ ਤਾਂ ਕੀ ਨਿਕਲੂਗਾ ਇਹ 'ਚੋਂ। ਪਰ ਅਲਟੀਮੇਟਲੀ ਸਮਾਜ, ਕਿਉਂਕਿ ਕੁਦਰਤ ਜਾਂ ਸਮਾਜ ਜਦੋਂ ਲੋੜ ਹੁੰਦੀ ਹੈ ਤਾਂ ਉਹ ਹੀਰੋ ਵੀ ਪੈਦਾ ਕਰ ਲੈਂਦਾ, ਉਹ ਯੂਨਿਟੀ ਵੀ ਕ੍ਰੀਏਟ ਕਰ ਲੈਂਦਾ। ਸੋ ਇਸ ਕਰਕੇ ਐਸੀ ਗੱਲ ਨਹੀਂ ਕੁਲਨ ਜੀ, ਸਮਾਂ ਆ ਰਿਹਾ ਔਰ ਸਮੇਂ ਨੇ ਇੱਕ ਕਿਸਾਨ ਅੰਦੋਲਨ ਨੇ ਜਿਹੜੀ ਉਦਾਹਰਨ ਸੈੱਟ ਕੀਤੀ ਹੈ ਉਹ ਸਾਡੇ ਸਾਹਮਣੇ ਕਿ ਜਦੋਂ ਸਾਰੀਆਂ ਜਥੇਬੰਦੀਆਂ ਆਪਣੇ ਲੈਵਲ 'ਤੇ ਆਪਣਾ ਕੰਮ ਕਰ ਰਹੀਆਂ ਸੀ, ਨਿੱਕਾ, ਉਹ ਸਾਰਾ ਦਾ ਕੰਮ ਲਗਭਗ ਇੱਕੋ ਜਿਹਾ ਸੀਗਾ। ਉਹ ਜਦੋਂ ਉਹਨਾਂ ਨੂੰ ਲੋੜ ਪਈ, ਜਦੋਂ ਸਿਰ 'ਤੇ ਪਈ, ਜਦੋਂ ਵੱਡਾ ਹਮਲਾ ਹੋਇਆ ਤਾਂ ਫਿਰ ਉਹ ਇਕੱਠੇ ਹੋ ਗਏ। ਤਾਂ ਇੱਦਾਂ ਹੀ ਸਮਾਜ 'ਚ ਹੁੰਦਾ ਅਤੇ ਇੱਥੇ ਵੀ ਹੋ ਰਿਹਾ। ਤੁਸੀਂ ਰੈਡੀ ਹੋ ਜੇਕਰ ਸਾਰੇ ਜਿੰਨੇ ਬੰਦੇ ਲਾਈਕ ਮਾਈਂਡਡ ਜੇ ਇਕੱਠੇ ਹੋਣ ਦੀ ਗੱਲ ਕਰਦੇ ਨੇ ਤਾਂ ਤੁਹਾਡੀ ਜਥੇਬੰਦੀ ਜਿਹੜੀ ਤੁਸੀਂ ਜਿਨ੍ਹਾਂ ਲੋਕਾਂ ਨਾਲ ਤੁਸੀਂ ਹੈਗੇ, ਤੁਸੀਂ ਸਾਰੇ ਜਣੇ ਰੈਡੀ? ਨਹੀਂ, ਇਕੱਲੇ ਰੈਡੀ ਦੀ ਗੱਲ ਨਹੀਂ, ਅਸੀਂ ਆਲਰੇਡੀ ਕੋਸ਼ਿਸ਼ ਕਰ ਰਹੇ ਹਾਂ। ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ 'ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅੱਡ ਜਥੇਬੰਦੀਆਂ ਨੂੰ ਅਸੀਂ ਇਨਵਾਈਟ ਕਰੀਏ। ਅਸੀਂ ਸਾਰੇ ਦੇ ਸਾਰੇ ਲੋਕਾਂ ਦੇ ਫੰਕਸ਼ਨਾਂ 'ਚ ਜਾਂਦੇ ਹਾਂ, ਸਾਰੇ ਲੋਕਾਂ ਨਾਲ ਗੱਲ ਸਾਂਝੀ ਕਰਦੇ ਹਾਂ, ਇਕੱਠੇ ਹੋ ਕੇ ਵੀ ਕੰਮ ਕਰਦੇ ਹਾਂ ਔਰ ਅੱਗੇ ਤੋਂ ਵੀ ਕਰਦੇ ਰਹਾਂਗੇ। ਔਰ ਇਹਦੀ ਲੋੜ ਵੀ ਆ, ਇਹਦੇ ਬਿਨਾਂ ਗੱਲ ਵੀ ਨਹੀਂ ਬਣਨੀ। ਜਿਹੜਾ ਹੁਣ ਅਸੀਂ 4 ਜਣੇ ਇਕੱਠੇ ਹੋਏ ਹਾਂ ਜਿਹੜੇ ਇੱਕੋ ਜਿਹੀ ਗੱਲ ਕਰਨ ਵਾਲੇ, ਉਹ ਵੀ ਇੱਕ ਇਸੇ ਕੋਸ਼ਿਸ਼ 'ਚ ਹੋਏ ਹਾਂ ਕਿ ਇਕੱਲੇ ਨੂੰ ਤਾਂ ਫਿਰ ਐਂ ਮਤਲਬ ਜੇ ਮਾਰ ਪਈ ਜਾਊਗੀ, ਪਲੱਸ ਗੱਲ ਵੀ ਨਹੀਂ ਸੁਣੀ ਜਾਣੀ। ਕਿਸੇ ਦੇ ਕੋਈ ਐਲੀਗੇਸ਼ਨ ਲਾ ਦਿਓ, ਕਿਸੇ ਦੇ ਕੋਈ ਲਾ ਦਿਓ। ਰਾਜੀਵ ਦੀਕਸ਼ਿਤ ਨਾਲ ਇਹੀ ਹੋਇਆ। ਰਾਜੀਵ ਦੀਕਸ਼ਿਤ ਨੇ ਆਊਟ ਆਫ ਦੀ ਵੇ ਬੋਲਣ ਦੀ ਕੋਸ਼ਿਸ਼ ਕੀਤੀ ਔਰ ਰਾਜੀਵ ਦੀਕਸ਼ਿਤ ਮੈਂ ਸਮਝਦਾ ਕਿ ਉਹ ਚਾਨਣ ਮਨਾਰਾ ਹੈ ਸਾਡੇ ਸਾਹਮਣੇ, ਜਿਹਨੇ ਕਿ ਆਪਣੇ ਲੈਵਲ 'ਤੇ ਇਸ ਗੱਲ ਦਾ ਬੀੜਾ ਉਠਾਇਆ ਕਿ ਮੈਂ ਮੁਲਕ ਦੇ ਅੰਦਰ 'ਚ ਆਹ ਚੇਤਨਾ ਦੀ ਜਿਹੜੀ ਚਿੰਗ ਲਾਉਣੀ ਹੈ ਔਰ ਉਹ ਕਾਮਯਾਬ ਹੋਇਆ। ਉਹਦੇ ਅੰਦਰ ਚਾਹੇ ਮਾਰਿਆ ਗਿਆ, ਲੇਕਿਨ ਉਸ ਤੋਂ ਬਾਅਦ ਜੋ ਰਾਜੀਵ ਦੀਕਸ਼ਿਤ ਨੂੰ ਸੁਣਨ ਵਾਲੇ ਬੰਦੇ ਸੀਗੇ, ਕਿਉਂਕਿ ਉਹਦੀਆਂ ਵੀਡੀਓਜ਼ ਬਹੁਤ ਜ਼ਿਆਦਾ ਰਿਕਾਰਡ ਹੋ ਗਈਆਂ ਸੀਗੀਆਂ, ਉਹ ਵੀਡੀਓਜ਼ ਜਿਹੜੀ ਤੁਹਾਡੇ ਵਰਗੇ ਮੀਡੀਆ ਨੇ ਜਿਹੜਾ ਉਹਦੀਆਂ ਵੀਡੀਓਜ਼ ਰਿਕਾਰਡ ਕੀਤੀਆਂ ਹੋਈਆਂ ਸੀਗੀਆਂ, ਉਹ ਵੀਡੀਓਜ਼ ਇੱਕ ਤੋਂ ਬਾਅਦ ਜਦੋਂ ਆਈਆਂ ਸਾਹਮਣੇ ਤਾਂ ਉਹਦੇ ਨਾਲ ਇੱਕ ਜੋ ਅਚੀਵ ਕਰਨਾ ਚਾਹੁੰਦਾ ਸੀ, ਹਾਲਾਂਕਿ ਉਹਨੂੰ ਦੇਖ ਨਹੀਂ ਸਕਿਆ, ਉਹਦੀ ਡੈਥ ਹੋ ਗਈ। ਲੇਕਿਨ ਉਸ ਤੋਂ ਬਾਅਦ ਜਿਹੜਾ ਅੱਜ ਰਾਜੀਵ ਦੀਕਸ਼ਿਤ ਨੂੰ ਲੱਖਾਂ ਲੋਕ ਜਿਹੜੇ ਨੇ ਫੋਲੋ ਕਰਦੇ ਆ, ਲੱਖਾਂ ਲੋਕ ਉਹਦੇ ਤੋਂ ਸਿੱਖਦੇ ਆ, ਲੱਖਾਂ ਲੋਕ ਉਹਦੇ ਤੋਂ ਉਤਸ਼ਾਹ ਲੈਂਦੇ ਆ। ਤਾਂ ਇੱਦਾਂ ਹੀ ਸਮਾਜ ਦੇ ਅੰਦਰ ਜਿਹੜਾ ਤਬਦੀਲੀ ਹੁੰਦੀ ਆ ਔਰ ਮੈਂ ਸਮਝਦਾ ਕਿ ਤਬਦੀਲੀ ਹੁੰਦਾ ਹੀ ਇੱਦਾਂ ਹੈ ਕਿਉਂਕਿ ਜਿਵੇਂ ਜਹਾਜ਼ ਨੇ ਟੇਕ ਆਫ ਕਰਨਾ ਹੁੰਦਾ 에ਅਰ ਸਟ੍ਰਿਪ ਤੋਂ, ਤਾਂ ਪਹਿਲਾਂ ਉਹ ਹੌਲੀ ਤੁਰਦਾ, ਫਿਰ ਉਹ ਦੌੜਦਾ, ਫਿਰ ਬਹੁਤ ਤੇਜ਼ੀ ਨਾਲ ਦੌੜਦਾ, ਫਿਰ ਉਹ ਟੇਕ ਆਫ ਕਰ ਜਾਂਦਾ। ਤਾਂ ਇਹ ਵਰਤਾਰਾ ਸਮਾਜ 'ਚ ਵੀ ਹੁੰਦਾ। ਸਮਾਜ 'ਚ ਪਹਿਲਾਂ ਜਿਹੜਾ ਕੋਈ ਵੀ ਚੇਤਨਾ ਆਉਂਦੀ ਹੈ ਤਾਂ ਉਹ ਬੜੀ ਸਲੋ ਹੁੰਦੀ ਆ, ਫਿਰ ਉਹਦੀ ਸਪੀਡ ਵਧੀ ਜਾਂਦੀ ਹੈ ਅਤੇ ਇੱਕ ਸਪੀਡ ਆਉਂਦੀ ਹੈ ਜਿੱਥੇ ਜਾ ਕੇ ਉਹ ਟੇਕ ਆਫ ਕਰ ਜਾਂਦਾ। ਫਿਰ ਉਹ ਟੇਕ ਆਫ ਜਦੋਂ ਕਰਦਾ ਤਾਂ ਫਿਰ ਸਮਾਜ ਦੇ ਅੰਦਰ ਰੈਵੋਲੂਸ਼ਨ ਆਉਂਦੀ ਹੈ। ਤੁਸੀਂ ਗੱਲ ਕੀਤੀ ਹੈਗੀ ਹੈ ਰਾਜੀਵ ਦੀਕਸ਼ਿਤ ਦੀ, ਤੁਸੀਂ ਦੇਖੋ ਵੀ ਡਾਕਟਰ ਹੈਗੜੇ ਜਿਹੜੇ ਨੇ ਉਹ ਵੀ ਜਿਹੜੇ ਉਹਨਾਂ ਨੇ ਬੜਾ ਹਟ ਕੇ ਗੱਲ ਕੀਤੀ ਔਰ ਧੱਜੀਆਂ ਉਡਾਈਆਂ ਨੇ ਜਿਹੜੇ ਸਿਸਟਮ ਦੀਆਂ। ਤੁਸੀਂ ਬੜੇ ਹਟ ਕੇ ਗੱਲ ਕੀਤੀ ਹੈ, ਬੜੀਆਂ ਧੱਜੀਆਂ ਉਡਾਈਆਂ ਨੇ ਸਿਸਟਮ ਦੀਆਂ। ਤੁਸੀਂ ਭੁਗਤਭੋਗੀ ਵੀ ਰਹੇ ਹੋ, ਹੁਣ ਵੀ ਹੈਗੇ ਹੋ ਇਸ ਵੇਲੇ ਵੀ। ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜਿਹੜੇ ਨੇ ਉਹ ਵੀ ਭੁਗਤਭੋਗੀ ਰਹੇ ਨੇ ਅਤੇ ਇਸ ਵੇਲੇ ਵੀ ਹੈਗੇ ਨੇ, ਅਤੇ ਜਾਨ ਦਾ ਖਤਰਾ ਵੀ ਇਹੋ ਜਿਹੇ ਲੋਕਾਂ ਨੂੰ ਹੈਗਾ। ਕਿਉਂਕਿ ਜਿਸ ਲੈਵਲ ਦੇ ਉੱਤੇ ਤੁਸੀਂ ਲੋਕ ਬੋਲ ਰਹੇ ਹੋ, ਇਹ ਤੁਸੀਂ ਵਾਕਈ ਹੀ ਤੁਹਾਨੂੰ ਜਿਹੜਾ ਸਲੂਟ ਕਰਨਾ ਬਣਦਾ ਕਿ ਤੁਸੀਂ ਇੱਕ ਐਡੀ ਵੱਡੀ ਲੌਬੀ ਦੇ ਨਾਲ ਤੁਸੀਂ ਵੱਡਾ ਪੰਗਾ ਲੈ ਰਹੇ ਹੋ, ਪਬਲਿਕ ਤੱਕ ਜਿਹੜੀ ਹੈਲਥ ਦੀ ਗੱਲ ਵੀ ਪਹੁੰਚਾ ਰਹੇ ਹੋ। ਲੇਕਿਨ ਮੈਂ ਫਿਰ ਇਹੀ ਕਹਿ ਰਿਹਾ ਕਿ ਇੱਕ ਵੱਡੇ ਲੈਵਲ ਦੇ ਉੱਤੇ ਜੇਕਰ ਇਕੱਠੇ ਕਿਹਨੂੰ ਸੋਚਦੇ ਹੋ ਕਿ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਨਿਕਲ ਕੇ ਇਸ ਗੱਲ ਦੇ ਲਈ ਆਉਣਾ ਹੀ ਪੈਣਾ ਅਤੇ ਕੋਈ ਨਾ ਕੋਈ ਪਲੇਟਫਾਰਮ ਆਪਾਂ ਨੂੰ ਦੇਣਾ ਹੀ ਪੈਣਾ। ਕੌਣ? ਸਵਾਲ ਇੱਥੇ ਪੈਦਾ ਹੁੰਦਾ, ਕੌਣ ਪਹਿਲ ਕਰੇਗਾ?
ਕਿ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਤੁਸੀਂ ਰਲ ਕੇ ਗੱਲ ਕਰ ਰਹੇ ਹੋ, ਠੀਕ ਹੈ, ਆਪਣੇ ਆਪਣੇ ਲੈਵਲ ਦੇ ਉੱਤੇ ਗੱਲ ਕਰ ਰਹੇ ਹੋ, ਠੀਕ ਹੈ। ਕਦੇ ਕਿਸੇ ਪਲੇਟਫਾਰਮ ਦੇ ਉੱਤੇ ਪਹਿਲ ਕਰਨ ਦੀ ਗੱਲ ਚੱਲੀ ਹੈ ਹੁਣ ਤੱਕ, ਜਾਂ ਕੋਈ ਪਲਾਨ ਬਣਿਆ ਇਸ ਤਰ੍ਹਾਂ ਦਾ ਵੀ ਆਪਾਂ ਇਕੱਠੇ ਹੋ ਕੇ ਸਾਰਾ ਸਿਸਟਮ ਨੂੰ ਜਿਹੜਾ ਉਹ ਆਵਾਜ਼ ਚੱਕੀ? ਨਹੀਂ, ਉਹ ਤਾਂ ਇਹ ਪਲਾਨ ਹੀ ਨਿਕਲੀ ਬਣੀ। ਆਲਰੇਡੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਸਾਡੇ ਫੰਕਸ਼ਨਾਂ ਦੇ ਵਿੱਚ, ਮਲਟੀਪਲ ਕਿਸਮ ਦੇ ਲੋਕ ਆਉਂਦੇ ਨੇ, ਪੋਲੀਟੀਕਲ ਪਾਰਟੀਆਂ ਨੂੰ ਅਸੀਂ ਇਨਵਾਈਟ ਕਰਦੇ ਹਾਂ, ਬਾਕੀ ਜਥੇਬੰਦੀਆਂ ਨੂੰ ਇਨਵਾਈਟ ਕਰਦੇ ਹਾਂ। ਅਸੀਂ ਉਹ ਜਿਵੇਂ ਕਿਸਾਨ ਯੂਨੀਅਨਾਂ ਨੇ, ਇਹਨਾਂ ਨਾਲ ਸਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਨੇ, ਇੰਡੀਵਿਜੂਅਲੀ ਮੀਟਿੰਗਾਂ ਕੀਤੀਆਂ ਸੀ ਜਾ ਕੇ ਵੀ ਆਹ ਹੱਲ ਆ ਆਪਣੇ ਕੋਲੇ। ਹੁਣ ਵੀ ਸਾਡੇ ਇੰਟਰੈਕਸ਼ਨ ਲਗਾਤਾਰ ਉਹਨਾਂ ਨਾਲ ਹੈਗੇ, ਦੋਸਤ ਨੇ ਸਾਡੇ, ਉਹ ਸਾਰੇ ਦੋਸਤ ਨੇ, ਉਹਨਾਂ ਦੇ ਨਾਲ ਲਗਾਤਾਰ ਅਸੀਂ ਬਹਿਸ ਕਰਦੇ ਰਹਿੰਦੇ ਹਾਂ, ਡਿਸਕਸ਼ਨ ਕਰਦੇ ਰਹਿੰਦੇ ਹਾਂ ਕਿ ਆਪਣੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ, ਇੱਕੋ ਰਸਤਾ ਬਚਿਆ ਹੋਇਆ ਸਾਡੇ ਕੋਲੇ ਜੇ ਤੁਸੀਂ ਦੇਸ਼ ਨੂੰ ਬਚਾਉਣਾ, ਔਰ ਖਾਸ ਕਰਕੇ ਪੰਜਾਬ ਨੂੰ ਬਚਾਉਣਾ, ਕਿਉਂਕਿ ਪੰਜਾਬ ਉਸ ਮਾਰਚ 'ਚ ਬਹੁਤ ਜ਼ਿਆਦਾ ਹੈ। ਹਰ ਮਾਰਚ ਪੰਜਾਬ ਫਰੰਟ ਮੋਰੀ ਹੈ, ਤੇ ਪਰ ਪੰਜਾਬ ਲੜਦਾ ਵੀ ਹੈ। ਪੰਜਾਬ ਦਾ ਇੱਕ ਗੁਣ ਹੈ ਕਿ ਪੰਜਾਬ ਦਾ ਜਵਾਬ ਵੀ ਦਿੰਦਾ, ਬਾਕੀ ਮੁਲਕ ਤੋਂ ਪਹਿਲਾਂ ਜਵਾਬ ਦਿੰਦਾ। ਬਾਕੀ ਹੁਣ ਜਿਹੜਾ ਕਿਸਾਨ ਅੰਦੋਲਨ ਜਵਾਬ ਸਭ ਤੋਂ ਵੱਡਾ ਪੰਜਾਬ ਦਾ ਹੀ ਹੈ। ਬਿਲਕੁਲ ਸਭ ਤੋਂ ਵੱਡਾ ਨਹੀਂ, ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀ ਉਹਦੇ ਵਿੱਚ ਵੀ ਮੁਗਲਾਂ ਦੇ ਖਿਲਾਫ ਸੀ ਤਾਂ ਵੀ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। तो ये ਜਿਹੜਾ ਪੰਜਾਬ ਦਾ ਕਿਰਦਾਰ ਹੈ ਉਹ ਸ਼ਾਇਦ ਗੁਰੂ ਸਾਹਿਬਾਨ ਨੇ ਤੋਂ ਵੀ ਸ਼ਾਇਦ ਪਹਿਲਾਂ ਦਾ ਹੋਵੇ, ਲੇਕਿਨ ਗੁਰੂ ਸਾਹਿਬਾਨ ਦੇ ਜਿਹੜੀ ਉਹ 10 ਪੀੜ੍ਹੀਆਂ ਜਿਹੜੀਆਂ 10 ਸਾਡੇ ਗੁਰੂ ਸਾਹਿਬਾਨ ਹੋਏ ਆ, ਉਹਨਾਂ ਦਾ ਜਿਹੜਾ ਲਗਾਤਾਰ ਇੱਕ ਤੋਂ ਬਾਅਦ ਇੱਕ ਐਵੋਲਿਊਸ਼ਨ ਹੋਈ ਇਤਿਹਾਸ ਹੈ ਉਹ ਬਹੁਤ ਮਤਲਬ ਸ਼ਾਨਾ ਮੱਤਾ ਹੈ। ਔਰ ਸ਼ਾਨਾ ਮੱਤਾ ਇਤਿਹਾਸ ਜਿਹੜਾ ਹੁੰਦਾ ਉਹ ਸ਼ਾਨਾ ਮੱਤੇ ਸਮਾਜ 'ਚੋਂ ਪੈਦਾ ਹੁੰਦਾ। ਕੋਈ ਇਤਿਹਾਸ ਆਪਣੇ ਆਪ 'ਚੋਂ ਹਵਾ 'ਚੋਂ ਨਹੀਂ ਪੈਦਾ ਹੁੰਦਾ। ਜੇ ਇਤਿਹਾਸ ਪੈਦਾ ਹੋਇਆ ਤਾਂ ਇਹਦਾ ਮਤਲਬ ਉਹ ਸਮਾਜ ਉਹਨੂੰ ਜਨਮ ਦੇਣ ਦੀ ਉਹਦੇ ਅੰਦਰ ਸਮਰੱਥਾ ਸੀ। ਹੀਰੋ ਜਿਹੜੇ ਹੁੰਦੇ ਪੈਦਾ ਹੁੰਦੇ ਆ, ਗੁਰੂ ਪੈਦਾ ਹੁੰਦੇ ਆ, ਹੀਰੋ ਪੈਦਾ ਹੁੰਦੇ ਆ, ਉਹ ਉਦੋਂ ਹੀ ਪੈਦਾ ਹੁੰਦੇ ਆ ਜਦੋਂ ਸਮਾਜ ਦੇ ਅੰਦਰ ਸ਼ਕਤੀ ਹੁੰਦੀ ਹੈ। ਉਹ ਸਮਾਜ ਦੀ ਸ਼ਕਤੀ ਦਿਖਦੀ ਨਹੀਂ ਹੈ, ਉਹ ਜਿਹੜਾ ਹੀਰੋ ਹੁੰਦਾ, ਲੀਡਰ ਹੁੰਦਾ, ਉਹਦੇ ਰਾਹੀਂ ਉਹ ਦਿਖਦੀ ਹੈ। ਅੱਛਾ, ਹੁਣ ਮੈਂ ਤੁਹਾਨੂੰ ਰੋਕਾਂ। ਇਲੈਕਸ਼ਨ ਆ ਰਹੀ ਹੈ, ਬਹੁਤ ਜਲਦੀ ਇਲੈਕਸ਼ਨ ਆ ਰਹੀ ਹੈ, ਅਤੇ ਇਲੈਕਸ਼ਨ ਤੋਂ ਪਹਿਲਾਂ ਹੀ ਜੇਕਰ ਆਪਾਂ ਇਸ ਚੀਜ਼ ਨੂੰ ਛੇੜਦੇ ਹਾਂ, ਪਬਲਿਕ ਵੀ ਅਵੇਅਰ ਹੋਏਗੀ ਇਸ ਚੀਜ਼ ਦੀ, ਕਿਉਂਕਿ ਅੱਜ ਗੱਲ ਚੱਲ ਰਹੀ ਹੈ ਸਿੱਖਿਆ ਦੀ, ਅੱਜ ਗੱਲ ਚੱਲ ਰਹੀ ਹੈ ਸਿਹਤ ਦੀ। ਦਿੱਲੀ ਦੇ ਵਿੱਚ ਆਹ ਹੋ ਰਿਹਾ ਜੀ, ਅਸੀਂ ਦਿੱਲੀ 'ਚ ਆਹ ਕਰਤਾ, ਅਸੀਂ ਪੰਜਾਬ 'ਚ ਵੀ ਆਹ ਕਰਾਂਗੇ, ਪੰਜਾਬ ਦੇ ਵਿੱਚ ਵੀ ਸਿੱਖਿਆ ਦੀ ਗੱਲ ਚੱਲ ਰਹੀ ਹੈ, ਸਿਹਤ ਦੀ ਗੱਲ ਚੱਲ ਰਹੀ ਹੈ, ਲੇਕਿਨ ਜਿਹੜੀ ਰੀਅਲ ਹੈਲਥ ਦੀ ਗੱਲ ਕੋਈ ਨਹੀਂ ਕਰ ਰਿਹਾ। ਤੁਹਾਡੇ ਵਰਗੇ ਜਿੰਨੇ ਵੀ ਵਿਸਲ ਬਲੋਅਰ ਨੇ ਜਾਂ ਤੁਹਾਡੇ ਵਰਗੀ ਹੈਲਥ ਦੀ ਗੱਲ ਕਰਨਾ, ਨੈਚੁਰਲ ਹੈਲਥ ਸਾਇੰਸਿਸ ਦੀ ਗੱਲ ਕਿਤੇ ਨਹੀਂ ਹੋ ਰਹੀ। ਗੱਲ ਸਾਰੀ ਜਿੱਥੇ ਹੋ ਰਹੀ ਹੈ ਉਹ ਮਾਡਰਨ ਮੈਡੀਕਲ ਸਾਇੰਸ ਦੀ ਹੋ ਰਹੀ ਹੈ ਕਿ ਅਸੀਂ ਆਹ ਕੁਝ ਕਰ ਦਾਂਗੇ, ਕਿਤੇ ਵੀ ਤੁਹਾਡੀ ਨਹੀਂ ਹੋ ਰਹੀ। ਕਿਤੇ ਤੁਸੀਂ ਇਲੈਕਸ਼ਨ ਦੇ ਵਿੱਚ, ਹੁਣ ਆਉਣ ਵਾਲਾ ਸਮਾਂ ਇਲੈਕਸ਼ਨ ਦਾ ਹੈਗਾ, ਅਤੇ ਇਸ ਵੇਲੇ ਹਰੇਕ ਜਥੇਬੰਦੀ ਉਹ ਰੌਲਾ ਪਾ ਕੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਇਹੀ ਉਹ ਮੌਕਾ ਜਦੋਂ ਗੱਲ ਮਨਵਾਈ ਜਾ ਸਕਦੀ ਹੈ। ਕਿ ਤੁਹਾਡੀ ਵੀ ਜਥੇਬੰਦੀਆਂ ਜਿਹੜੀਆਂ ਵੀ ਹੈਗੀਆਂ ਨੇ, ਤੁਹਾਡੇ ਲੱਗੇ ਹੋਏ ਨੇ, ਕਿ ਤੁਸੀਂ ਵੀ ਕੁਝ ਇਸ ਤਰ੍ਹਾਂ ਦਾ ਕਰਨ ਜਾ ਰਹੇ ਹੋ ਤਾਂ ਕਿ ਪਬਲਿਕ ਤੱਕ ਗੱਲ ਵੀ ਪਹੁੰਚੇ ਔਰ ਤੁਹਾਡੀ ਗੱਲ ਵੀ ਮੰਨੀ ਜਾਵੇ? ਨਹੀਂ, ਬਿਲਕੁਲ ਇਹ ਗੱਲ ਅਸੀਂ ਪਿਛਲੇ ਇਲੈਕਸ਼ਨਾਂ 'ਚ ਵੀ ਕੀਤੀ ਸੀਗੀ। ਅਸੀਂ ਪੋਲੀਟੀਕਲ ਪਾਰਟੀਆਂ ਨੂੰ ਅਪਰੋਚ ਕਰਕੇ ਕੁਝ ਪੋਲੀਟੀਕਲ ਪਾਰਟੀਆਂ ਦੇ ਏਜੰਡੇ 'ਚ ਵੀ ਪਾਇਆ ਸੀਗਾ। ਉਹਨਾਂ ਦੇ ਇਲੈਕਸ਼ਨ ਏਜੰਡੇ ਆਲਰੇਡੀ ਪਵਾਤਾ ਸੀ। ਅਸੀਂ ਆਰਗੈਨਿਕ ਫਾਰਮਿੰਗ ਦੀ ਗੱਲ ਪਵਾਤੀ ਸੀ, ਇਨਵਾਇਰਨਮੈਂਟ ਦੀ ਗੱਲ ਪਵਾਤੀ ਸੀ, ਹੈਲਥ ਦੀ ਗੱਲ ਪਵਾਈ ਸੀਗੀ। ਐਤਕੀ ਵੀ ਅਸੀਂ ਉਹੀ ਕੋਸ਼ਿਸ਼ ਕਰਾਂਗੇ ਔਰ ਇਹ ਕੋਸ਼ਿਸ਼ ਹਰ ਪਲੇਟਫਾਰਮ 'ਤੇ ਚੱਲਦੀ ਰਹਿੰਦੀ ਹੈ।
ਤੁਸੀਂ ਨੋਟ ਕੀਤਾ ਹੋਣਾ ਇਹਦੇ ਜਿਹੜੀ ਉਹਨਾਂ ਨੇ ਰੋਲਣ ਦੀ ਕੋਸ਼ਿਸ਼ ਕੀਤੀ ਸਾਨੂੰ ਕਰੋਨਾ ਦੇ ਨਾਂ 'ਤੇ, ਉਹਨਾਂ ਨੇ ਕਰੋਨਾ ਦੇ ਨਾਂ 'ਤੇ ਸਾਰੇ ਮੁੱਦੇ ਰੋਲਣ ਦੀ ਕੋਸ਼ਿਸ਼ ਕੀਤੀ ਆ। ਲੇਕਿਨ ਉਹਦੇ 'ਚ ਤੁਸੀਂ ਨੋਟ ਕਰੋ ਕਿ ਉਸ ਕਰੋਨਾ ਦੇ ਮੁੱਦੇ ਦੇ ਉੱਪਰ ਜਿੰਨਾ ਟਫ ਫਾਈਟ ਦਿੱਤੀ ਅਸੀਂ, ਤੇ ਅਸੀਂ ਕਿਹਦੇ ਸਿਰ 'ਤੇ ਦਿੱਤੀ? ਆਯੁਰਵੇਦ ਦੇ ਸਿਰ 'ਤੇ, ਬਦਲਵੇਂ ਮਾਡਲ ਦੇ ਸਿਰ 'ਤੇ। ਉਹ ਬਦਲਵੇਂ ਮਾਡਲ ਨੂੰ ਮੰਨਣ ਵਾਲੇ ਤੁਸੀਂ ਦੇਖੋ ਅੱਜ ਲੋਕ ਕਿੰਨੇ ਨੇ। ਡਾਕਟਰ ਸਾਹਿਬ ਤੁਸੀਂ ਆਪਣੇ ਮਾਡਲ ਨੂੰ ਬਦਲਵਾ ਨਾ ਕਹੋ, ਜਿਹੜਾ ਆਇਆ ਉਹ ਬਦਲਵਾ, ਕਿਉਂਕਿ ਆਪਣਾ ਤਾਂ ਪਹਿਲਾਂ ਦਾ ਹੀ ਹੈ। ਆਪਣਾ ਤਾਂ 200 ਸਾਲ ਤੋਂ ਕੀ ਹਜ਼ਾਰਾਂ ਸਾਲ ਤੋਂ ਆਪਣਾ ਆਯੁਰਵੇਦ ਜਿਹੜਾ ਇੰਡੀਆ ਦੇ ਵਿੱਚ ਸੀਗਾ, ਇਹ ਤਾਂ ਬਦਲਵਾ ਮਾਡਲ ਤਾਂ ਉਹਨਾਂ ਦਾ ਆਇਆ। ਅੱਜ ਆਪਾਂ ਨੂੰ ਬਦਲਵਾ ਮਾਡਲ ਕਹਿਣ ਦੀ ਲੋੜ ਪੈ ਗਈ, ਜਦ ਕਿ ਆਪਣਾ ਤਾਂ ਪਹਿਲਾਂ ਐਸਟੈਬਲਿਸ਼ਡ ਸੀਗਾ। ਬਿਲਕੁਲ ਸਹੀ ਕਿਹਾ ਤੁਸੀਂ, ਇਹ ਮੁੱਖ ਧਾਰਾ ਸਾਡੀ ਮੁੱਖ ਧਾਰਾ। ਲੇਕਿਨ ਮੈਂ ਉਸੇ ਸ਼ਬਦਾਵਲੀ 'ਚ ਗੱਲ ਕਰ ਰਿਹਾ ਜਿਸ ਸ਼ਬਦਾਵਲੀ 'ਚ ਆਮ ਗੱਲ ਕੀਤੀ ਜਾਂਦੀ ਹੈ, ਕਿਉਂਕਿ ਮੁੱਖ ਧਾਰਾ ਜੋ ਬਣ ਚੁੱਕੀ ਹੈ, ਕਿਉਂਕਿ ਪੈਸਾ ਸਾਰਾ ਬਜਟ ਉਹਨਾਂ ਨੂੰ ਮਿਲਦਾ, ਤੇ ਇਸ ਕਰਕੇ ਮੁੱਖ ਧਾਰਾ ਹੁਣ ਉਹ ਬਣ ਚੁੱਕੇ ਆ। ਵੈਸੇ ਤੁਹਾਡੀ ਗੱਲ ਸਹੀ ਹੈ ਕਿ ਸਾਡਾ ਤਾਂ ਮੁੱਖ ਧਾਰਾ ਆਯੁਰਵੇਦ ਹੈ, ਉਹ ਸਦੀਆਂ ਤੋਂ ਰਿਹਾ। ਔਰ ਅੱਜ ਵੀ ਦੇਖੋ ਕਰੋਨਾ ਦੇ ਵਿੱਚ ਜੇ ਕੋਈ ਕਰਦਾ ਹੈ, ਕਿਹੜਾ ਪਰਿਵਾਰ ਹੈ ਜਿਹਨੇ ਕਾੜੇ ਨਹੀਂ ਪੀਤੇ? ਕਿਹੜਾ ਪਰਿਵਾਰ ਹੈ ਜਿਹਨੇ ਸਾਡੀ ਗੱਲ ਨਹੀਂ ਸੁਣੀ? ਸਰਕਾਰਾਂ ਨੇ ਕਾੜੇ ਭੇਜੇ ਨੇ। ਹਾਂ, ਤੇ ਇਸ ਕਰਕੇ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜੀ ਇਹ ਪਲੇਟਫਾਰਮ ਹੈ, ਇਹ ਗੱਲ ਹੈ, ਇਹ ਵੱਡੇ ਪੱਧਰ 'ਤੇ ਲਾਗੂ ਹੋਣੀ ਚਾਹੀਦੀ ਹੈ। ਤਾਂ ਕਰੋਨਾ ਜਿੱਥੇ ਇੱਕ ਉਦਾਹਰਨ ਹੈ ਕਿ ਕਰੋਨਾ ਦੇ ਨਾਂ 'ਤੇ ਸਾਰੇ ਮੁੱਦੇ ਰੋਲਣ ਦੀ ਕੋਸ਼ਿਸ਼ ਕੀਤੀ ਗਈ, ਕਰੋਨਾ ਦੇ ਨਾਂ 'ਤੇ ਹਜ਼ਾਰ ਕਿਸਮ ਦੇ ਹੋਰ ਮਾੜੇ ਕੰਮ ਕੀਤੇ ਗਏ, ਉੱਥੇ ਚੰਗਾ ਵੀ ਸਾਡੇ ਸਾਹਮਣੇ ਦਿਖ ਰਿਹਾ ਕਿ ਅਸੀਂ ਰੈਜ਼ਿਸਟੈਂਸ ਵੀ ਦਿੱਤੀ, ਅਸੀਂ ਬੋਲੇ ਵੀ ਇਸ ਗੱਲ ਦੇ ਬਾਵਜੂਦ ਕਿ ਸਾਰੇ ਸਾਨੂੰ ਖਤਰੇ, ਥ੍ਰੈਟਾਂ ਵੀ ਆਈਆਂ, ਖਤਰੇ ਵੀ ਹੋਏ, ਅਸੀਂ ਬੋਲੇ ਔਰ ਸਾਡੀ ਗੱਲ ਵੀ ਸੁਣੀ ਗਈ। ਅੱਜ ਮੈਨੂੰ ਦੱਸੋ ਪੰਜਾਬ 'ਚ ਕੋਈ ਬੰਦਾ, ਮੈਨੂੰ ਜਿੰਨੇ ਬੰਦੇ ਮਿਲਦੇ ਆ ਲਗਭਗ, ਉਹ ਮੈਨੂੰ ਉਹਨਾਂ ਨੂੰ ਪਤਾ ਵੀ ਮੈਂ ਕਰੋਨਾ 'ਤੇ ਕੀ ਬੋਲਿਆ। ਪੰਜਾਬੀ ਦਾ ਜਿਹੜਾ ਆਡੀਅנס ਹੈ, ਕਿਉਂਕਿ ਪੰਜਾਬੀ 'ਚ ਆਪਾਂ ਹੀ ਬੋਲਿਆ ਜ਼ਿਆਦਾ, ਬਾਕੀ ਹਿੰਦੀ ਵਾਲੇ ਦੋਸਤ ਨੇ, ਤਾਂ ਉਹ ਪੰਜਾਬੀ ਵਾਲੇ ਜਿਹੜੇ ਆਪਾਂ ਨੂੰ ਮਿਲਦੇ ਆ, ਉਹ ਇੱਥੋਂ ਦੇ ਨਹੀਂ ਇਕੱਲੇ, ਦੁਨੀਆ ਦੇ ਜਿਹੜੇ NRI ਦੀ ਗੱਲ ਕਰਦੇ ਆ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕੀ ਬੋਲਿਆ। ਇਸ ਕਰਕੇ ਉਹ ਤਾਕਤ ਆਪਣੀ ਜਿਹੜਾ ਲਗਾਤਾਰ ਵੱਧ ਰਹੀ ਹੈ। ਮੈਂ ਸਮਝਦਾ ਕਿ ਸਮਾਜ ਦੇ ਵਿੱਚ 10 ਸਾਲ ਦਾ 12 ਸਾਲ ਦਾ ਸਮਾਂ ਕੋਈ ਬਹੁਤ ਵੱਡਾ ਨਹੀਂ ਹੁੰਦਾ, ਉਹ ਛੋਟਾ ਸਮਾਂ ਹੁੰਦਾ, ਲੇਕਿਨ ਮੈਂ ਬਹੁਤ ਵੱਡੀ ਅਚੀਵਮੈਂਟ ਹੈ। ਕਿਉਂਕਿ ਜਦੋਂ ਅਸੀਂ 10 12 ਸਾਲ 15 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀਗਾ, ਤਾਂ ਅਸੀਂ ਤਰਸਦੇ ਹੁੰਦੇ ਸੀਗੇ। ਮੈਨੂੰ ਅੱਜ ਵੀ ਯਾਦ ਹੈ, ਮਿੰਦਰ ਜੀ ਕਹਿੰਦੇ ਹੁੰਦੇ ਸੀ, ਮੈਂ ਕਿਹਾ ਮਿੰਦਰ ਜੀ ਇਹ ਮੂਵਮੈਂਟ ਬਣੇਗੀ, ਵੀ ਅਸੀਂ ਸਾਡੀ ਗੱਲ ਸੁਣਨ ਵਾਲੇ ਉਹੀ 15 20 50 ਬੰਦੇ ਹੁੰਦੇ ਸੀਗੇ, ਅਤੇ ਉਹ ਗੱਲ ਸੁਣ ਕੇ ਵੀ ਮਤਲਬ ਜੇ ਮਤਲਬ 100 ਬੰਦਾ ਸਾਡੀ ਮੀਟਿੰਗ 'ਚ ਆਉਂਦਾ ਸੀਗਾ, ਆਰਗੈਨਿਕ ਫਾਰਮਿੰਗ ਦਾ ਅਸੀਂ ਸਕੂਲ ਲੈਂਦੇ ਸੀਗੇ ਜਾਂ ਟ੍ਰੇਨਿੰਗ ਕੈਂਪ ਲਾਉਂਦੇ ਸੀ, ਤਾਂ 1-2 ਕਿਸਾਨ ਮਸਾਂ ਲਾਗੂ ਕਰ। ਮੈਨੂੰ ਯਾਦ ਹੈ ਜਦੋਂ ਮੈਂ ਤੇ ਤੁਸੀਂ ਮਿਲੇ ਸੀਗੇ, ਉਸ ਵੇਲੇ ਵੀ ਤੁਸੀਂ ਜਦੋਂ ਪ੍ਰਗਟ ਸਿੰਘ ਉਹਨਾਂ ਦੇ ਘਰੇ ਕਰਦੇ ਸੀ, ਉਦੋਂ ਵੀ ਬਹੁਤੇ ਬੰਦੇ ਨਹੀਂ ਆਉਂਦੇ, ਲੇਕਿਨ ਜਦੋਂ ਆਪਾਂ ਸਟਾਰਟ ਕੀਤਾ ਸੀਗਾ, ਉਸ ਤੋਂ ਬਾਅਦ ਲੋਕੀ ਸੈਂਕੜੇ ਦੀ ਤਾਦਾਦ ਵਿੱਚ ਲੋਕੀ ਆਉਣੇ ਸ਼ੁਰੂ ਹੋ ਗਏ ਸੀਗੇ। ਤੁਸੀਂ ਗੱਲ ਕੀਤੀ ਹੈ ਕਿ ਝੂਠ ਦਾ ਝੂਠ ਹੀ ਰਹੇਗਾ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੇ, ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤੇ ਤੁਸੀਂ ਇਹ ਵੀ ਨਾਲ ਗੱਲ ਕੀਤੀ ਹੈ ਕਿ 10-12 ਸਾਲ ਦਾ ਜਿਹੜਾ ਵਕਫਾ ਜਿਹੜਾ ਉਹ ਬਹੁਤਾ ਵੱਡਾ ਵੀ ਨਹੀਂ ਹੁੰਦਾ, ਤੇ ਜੇ ਕਿਸੇ ਨੂੰ ਸਮਝਾਉਣਾ ਤੇ ਬਹੁਤ ਵੱਡੀ। ਹੁਣ ਆਪਾਂ ਜੇਕਰ ਗੱਲ ਨੂੰ ਕਨਕਲੂਡ ਕਰੀਏ ਤਾਂ ਕੀ ਸਮਝਦੇ ਹੋ ਕਿ ਜੇਕਰ ਤੁਸੀਂ ਸਾਰੇ ਇਸੇ ਤਰ੍ਹਾਂ ਅਲੱਗ-ਅਲੱਗ ਤੌਰ ਦੇ ਉੱਤੇ ਵਿਸਲਬਲੋ ਕਰਦੇ ਰਹੇ, ਤੇ ਜੇਕਰ ਤੁਸੀਂ ਇਕੱਠੇ ਵੀ ਹੋ ਜਾਂਦੇ ਹੋ, ਤਾਂ ਕਿੰਨਾ ਕੁ ਸਮਾਂ ਤੁਹਾਨੂੰ ਰਿਕੁਆਇਰਡ ਹੈ ਜਿਹੜਾ ਪਬਲਿਕ ਦੇ ਵਿੱਚ ਪੂਰੀ ਇੱਕ ਜਿਹੜੀ ਉਹ ਅਵੇਅਰਨੈਸ ਪੈਦਾ ਕਰਕੇ ਤੇ ਉਹੀ ਪੱਧਤੀ ਨੂੰ ਇੰਡੀਆ ਦੇ ਵਿੱਚ ਮੁੱਖ ਧਾਰਾ ਜਿਹੜੀ ਬਣਾਉਣ ਦਾ, ਜਿਹੜੀ ਪੱਧਤੀ ਨੂੰ ਅੰਗਰੇਜ਼ਾਂ ਨੇ ਦਬਾ ਦਿੱਤਾ? ਕੁਲਵੰਤ ਜੀ, ਹੁਣ ਆਵਾਜ਼ ਕਾਫੀ ਉੱਚੀ ਹੋ ਚੁੱਕੀ ਸਾਡੀ, ਹੁਣ ਉਨੀ ਦਬਾਈ ਨਹੀਂ ਜਾ ਸਕਦੀ ਹੈ, ਕਿਉਂਕਿ ਹੁਣ ਕਿਸੇ ਇੱਕ ਵਿਅਕਤੀ ਦੀ ਆਵਾਜ਼ ਨਹੀਂ ਰਹੀ। ਰਾਜੀਵ ਦੀਕਸ਼ਿਤ ਨੂੰ ਮਰਵਾਇਆ ਗਿਆ ਜਿਸ ਢੰਗ ਦੇ ਨਾਲ, ਉਹ ਇੱਕ ਇਕੱਲਾ ਸੀ ਉਸ ਵੇਲੇ, ਉਹ ਹੋਰ ਬੋਲ ਨਹੀਂ ਸੀ ਰਿਹਾ, ਅਤੇ ਸ਼ਾਇਦ ਉਹਨਾਂ ਨੂੰ ਗਲਤਫਹਿਮੀ ਹੋ ਗਈ ਵੀ ਇਹਨੂੰ ਫਿਜ਼ੀਕਲੀ ਐਲੀਮੀਨੇਟ ਕਰ ਦਿਓ, ਚੱਲ ਬਾਕੀ ਬੰਦ ਹੋ ਜਾਏਗੀ ਸਭ ਦੀ। ਲੇਕਿਨ ਅੱਜ ਜੇ ਇੱਕ ਅੱਧਾ ਬੰਦਾ ਕੋਈ ਫਿਜ਼ੀਕਲੀ ਐਲੀਮੀਨੇਟ ਹੋ ਵੀ ਜਾਏਗਾ, ਤਾਂ ਬਾਕੀ ਹੋਰ ਬਹੁਤ ਲੋਕ ਨੇ ਜਿਹੜੇ ਉਹਦੀ ਆਵਾਜ਼ ਨੂੰ ਚੁੱਕਣ ਵਾਲੇ। ਸੋ ਅੱਜ ਇਸ ਕਰਕੇ ਆਵਾਜ਼ ਬਹੁਤ ਸਟਰੋਂਗ ਹੈ ਰਾਜੀਵ ਦੀਕਸ਼ਿਤ ਦੇ ਪੀਰੀਅਡ ਨਾਲੋਂ, ਤਾਂ ਉਹ ਸਮਾਂ ਬਹੁਤ ਜ਼ਿਆਦਾ ਨਹੀਂ ਹੋਇਆ। ਤਾਂ ਮੈਂ ਸਮਝਦਾ ਕਿ ਇੱਕ ਦਹਾਕਾ ਸਾਨੂੰ ਹੋਰ ਚਾਹੀਦਾ। ਦਹਾਕੇ ਚੇਂਜ ਕਰ ਦੋਗੇ? ਦਹਾਕੇ ਜਿਹੜੀ ਇਹ ਆਵਾਜ਼ ਬਹੁਤ ਲਾਊਡ ਹੋ ਜਾਏਗੀ, ਕਮ ਸੇ ਕਮ ਇੰਨੀ ਕੁ ਲਾਊਡ ਹੋ ਜਾਏਗੀ ਕਿ ਦੂਜੀ ਆਵਾਜ਼ਾਂ ਜਿਹੜੀਆਂ ਨੇ ਉਹ ਬਹੁਤ ਧੀਮੀਆਂ ਲੱਗਣ ਲੱਗ ਜਾਣਗੀਆਂ। ਪਰਸੈਂਟੇਜ ਦੇ ਹਿਸਾਬ ਨਾਲ ਸੋਚੋ, ਇਸ ਵੇਲੇ ਪਰਸੈਂਟੇਜ ਦੇ ਹਿਸਾਬ ਨਾਲ ਆਪਾਂ ਜੇ ਬਜਟ ਦੀ ਗੱਲ ਕਰੀਏ ਤਾਂ 2% ਹੈ। ਪਰਸੈਂਟੇਜ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਕਿੰਨੇ % ਲੋਕਾਂ ਨੂੰ ਤੁਸੀਂ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੇ ਅਵੇਅਰ ਕਰ ਦੋਗੇ, ਲੋਕੀ ਟੋਟਲ ਜਿਹੜੀ ਆ ਮੁਖਤਾਰਾ ਚੇਂਜ ਹੋ ਜਾਏ? ਕੁਲਵੰਤ ਜੀ, ਕਦੀ ਸਾਰੇ ਲੋਕ ਇੱਦਾਂ ਨਹੀਂ ਚੇਂਜ ਹੁੰਦੇ। ਤੁਸੀਂ ਜਿਹੜੇ ਸੋਸ਼ਲ ਸਾਇੰਟਿਸਟ ਨੇ, ਮੈਂ ਦੱਸਦਾ ਪਰਸੈਂਟੇਜ ਕਿੱਦਾਂ ਹੁੰਦੀ ਆ। ਸੋਸ਼ਲ ਸਾਇੰਸਿਸ ਕਹਿੰਦੀਆਂ ਨੇ ਕਿ ਜੇ ਸਮਾਜ ਦਾ 1% ਬੰਦਾ ਚੇਤਨ ਹੋ ਜਾਵੇ ਤੇ ਥਾਣ ਲਵੇ, ਤਾਂ ਸੋਸ਼ਲ ਰੈਵੋਲੂਸ਼ਨ ਕਰ ਸਕਦਾ। 1% ਸਿਰਫ ਸਾਨੂੰ 100% 'ਤੇ ਕੰਮ ਕਰਨ ਦੀ ਨਾ ਪੋਸੀਬਲ ਹੈ ਕਰਨਾ, ਨਾ ਇਹ ਹੋਣਾ ਹੈ। ਉਹ ਬਾਕੀ ਜਿਹੜੇ 99% ਹੁੰਦੇ ਆ, ਉਹਦੇ 'ਚੋਂ 3-4% ਹੋਰ ਹੁੰਦੇ ਆ ਜਿਹੜੇ ਕਿ ਰਿਲੇਟਿਵਲੀ ਜ਼ਿਆਦਾ ਅਵੇਅਰ ਹੁੰਦੇ ਆ। ਫਿਰ 1% ਨੂੰ 5% ਬਣਦਾ ਟਾਈਮ ਨਹੀਂ ਲੱਗਦਾ, ਲੇਕਿਨ 95% ਨੇ ਫਿਰ ਵੀ ਨਾਲ ਹੀ ਲੱਗਣਾ ਹੁੰਦਾ। ਸਿਰਫ ਉਹ ਤਾਂ ਕਹਿੰਦੇ ਵੀ ਹਾਂ ਤੁਸੀਂ ਠੀਕ ਕਰ ਰਹੇ ਹੋ,
ਜਦੋਂ ਸਾਨੂੰ ਠੀਕ ਕਰਨ ਲੱਗ ਗਏ ਹੋ ਤਾਂ ਸਮਝੋ ਕਿ ਸਾਡਾ ਪਰਪਸ ਹੱਲ ਹੋ ਗਿਆ। ਜਦੋਂ ਇੱਕ ਵਾਰ ਪਹਿਲੀ ਫੇਜ਼ ਆਏਗੀ ਜਿੱਥੇ ਸਾਨੂੰ ਕਹਿਣਗੇ ਵੀ ਹਾਂ ਤੁਹਾਡੀ ਗੱਲ ਤਾਂ ਸਹੀ ਹੈ, ਉਹ ਲਾਗੂ ਨਹੀਂ ਕਰ ਪਾ ਰਹੇ ਕਿਸਾਨ ਅੱਜ ਇਸ ਸਥਿਤੀ 'ਤੇ ਪਹੁੰਚ ਗਿਆ ਕਿ ਉਹ ਕਹਿੰਦਾ ਵੀ ਆਰਗੈਨਿਕ ਫਾਰਮਿੰਗ ਤਾਂ ਵਧੀਆ ਗੱਲ ਹੈ, ਮਾੜੀ ਨਹੀਂ ਹੈ, ਪਰ ਸਾਡੀ ਅੱਜ ਮਜਬੂਰੀ ਹੈ। ਹੁਣ ਇਸ ਸਟੇਜ 'ਤੇ ਅਸੀਂ ਪਹੁੰਚ ਗਏ ਹੋਏ ਹਾਂ ਕਿ ਸਾਨੂੰ ਕੋਈ ਗਲਤ ਨਹੀਂ ਕਹਿੰਦਾ। ਕਿਸਾਨੀ ਉਹਨਾਂ ਦੇ ਨਾਲ ਅਸੀਂ ਕਿੰਨੀ ਵਾਰੀ ਮੀਟਿੰਗਾਂ ਕੀਤੀਆਂ ਨੇ, ਸਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਗਲਤ ਹੋ। ਸ਼ੁਰੂ ਕਹਿੰਦੇ ਸੀਗੇ, ਜਦੋਂ ਸ਼ੁਰੂ ਅਸੀਂ ਕੀਤਾ ਸਾਨੂੰ ਕਹਿੰਦੇ ਸੀ ਨਹੀਂ ਇੱਦਾਂ ਸੰਭਵ ਹੀ ਨਹੀਂ ਹੈ, ਐਵੇਂ ਤੁਸੀਂ ਥਿਓਰੈਟੀਕਲ ਗੱਲਾਂ ਕਰਦੇ ਹੋ, ਕਿਤਾਬੀ ਗੱਲਾਂ ਨੇ ਤੁਹਾਡੀਆਂ, ਬਿਨਾਂ ਕੈਮੀਕਲ ਦੇ ਨਹੀਂ ਖੇਤੀ ਹੁੰਦੀ ਇੱਦਾਂ ਹੀ ਹੋਊਗੀ। ਅੱਜ ਉਹ ਇਹ ਨਹੀਂ ਕਹਿੰਦੇ, ਅੱਜ ਉਹ ਕਹਿੰਦੇ ਸੰਭਵ ਹੈ। ਉੱਥੋਂ ਲੈ ਕੇ ਉੱਪਰ ਟੌਪ 'ਤੇ ਵੀ ਜਿਹੜੀ ਸਾਇੰਟੀਫਿਕ ਵਰਲਡ ਹੈ ਉਹ ਵੀ ਇਹ ਗੱਲ ਮੰਨ ਚੁੱਕੀ ਹੈ, ਈਵਨ FAO ਮੰਨ ਚੁੱਕਿਆ ਹੈ ਕਿ ਕਿਹੜੀ ਆਰਗੈਨਿਕ ਫਾਰਮਿੰਗ ਹੈ, ਕੈਮੀਕਲ ਫ੍ਰੀ ਫਾਰਮਿੰਗ ਹੈ, ਇਹਦੇ ਨਾਲ ਤੁਸੀਂ ਫੀਡ ਕਰ ਸਕਦੇ ਹੋ। ਸੋ ਇਹਦਾ ਮਤਲਬ ਹੈ ਕਿ ਜਦੋਂ ਟੌਪ 1% ਕੌਣ ਹੁੰਦਾ, ਉਹ ਅਵੇਅਰ ਤੇ ਲੜਨ ਵਾਲੇ ਲੋਕ, ਚੇਤਨ ਤੇ ਜਥੇਬੰਦ, ਦੋ ਕੰਪੋਨੈਂਟ ਹੁੰਦੇ ਆ। ਚੇਤਨ ਤੇ ਜਥੇਬੰਦ ਲੋਕ ਅਗਰ 1% ਵੀ ਹੋਣ, ਤੁਸੀਂ ਪਿੰਡ 'ਚ ਹਿਸਾਬ ਲਾ ਕੇ ਦੇਖੋ, ਪਿੰਡ ਦੀ ਆਬਾਦੀ ਹੁੰਦੀ ਹੈ ਐਵਰੇਜ, ਪਿੰਡ ਦੀ ਆਬਾਦੀ 5000 ਹੈ, 5000 'ਚ 50 ਬੰਦੇ ਇੱਕ ਪਿੰਡ 'ਚ ਹੋਣ ਜੇ ਤਾਂ ਹਿਸਾਬ ਲਾ ਲਓ ਪਿੰਡ 'ਤੇ ਭੜਥੂ ਪੈ ਜਾਏਗਾ। 50 ਬੰਦੇ ਤਾਂ ਬਹੁਤ ਜ਼ਿਆਦਾ ਹੁੰਦੇ ਆ। ਸੋ ਜਿਹੜੀ ਆਮ ਜਨਤਾ ਹੁੰਦੀ ਉਹ ਭੋਲੀ ਭਾਲੀ ਹੁੰਦੀ ਆ, ਉਹ ਕੰਮੇ ਹੁੰਦੇ ਆ, ਇਹ ਨਹੀਂ ਵੀ ਉਹ ਮਾੜੇ ਹੁੰਦੇ ਆ, ਲੇਕਿਨ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਜੀਵਨ ਦਾ ਤਰੀਕਾ ਹੁੰਦਾ, ਉਹ ਆਪਣੇ ਜੀਵਨ ਦੇ 'ਚ ਉਹਨੂੰ ਇੰਨਾ ਵੇਲ ਹੀ ਨਹੀਂ ਹੁੰਦਾ ਕਿ ਵੀ ਉਹਦੇ 'ਚ ਉਹ ਕੋਈ ਸਾਂਝੀ ਗੱਲ ਸੋਚ ਸਕਣਗੇ। ਮੈਂ ਕੀ ਲੈਣਾ ਵਾਲੇ ਜ਼ਿਆਦਾ ਲੋਕੀ ਹੁੰਦੇ ਨਾ ਮੇਨ। ਨਹੀਂ ਇਹ ਨਹੀਂ ਹੈ ਕਿ ਮੈਂ ਨਹੀਂ ਉਹਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦਾ ਜੀਵਨ ਜਿਹੜਾ ਹੁੰਦਾ ਉਹ ਇੰਨਾ ਉਲਝਿਆ ਹੁੰਦਾ ਕਿ ਉਹ ਵਿਚਾਰੇ ਆਪਣੀ ਰੋਜ਼ੀ ਰੋਟੀ 'ਚ ਹੀ ਜਿਹੜੇ ਨੇ ਉਹ ਮਸਾਂ ਪੂਰੀ ਕਰਦੇ ਆ। ਉਹਨਾਂ ਨੂੰ ਦੂਜੀ ਗੱਲ ਸੋਚਣ ਦਾ ਸਮਾਂ ਵੀ ਨਹੀਂ ਹੁੰਦਾ, ਅਤੇ ਉਹਨਾਂ ਨੇ ਸਮਾਜ ਨੇ ਉਹਨੂੰ ਸਹੂਲਤ ਵੀ ਨਹੀਂ ਦਿੱਤੀ ਹੁੰਦੀ ਕਿ ਉਹ ਕੈਪੇਬਲ ਹੋ ਜਾਣ। ਇਸ ਕਰਕੇ ਉਹ ਜਦੋਂ ਚੰਗੇ ਬੰਦੇ ਉਸ 1% ਨੂੰ ਠੀਕ ਕਹਿਣਾ ਸ਼ੁਰੂ ਕਰ ਦੇਣ ਵੀ ਤੁਹਾਡੀ ਗੱਲ ਤਾਂ ਯਾਰ ਸਹੀ ਹੈ, ਮੰਨਦੇ ਆ ਤੁਹਾਡੀ ਗੱਲ ਸਹੀ ਹੈ, ਪਰ ਆਹ ਦਿੱਕਤਾਂ ਨੇ, ਹੁੰਗਾਰਾ ਜ਼ਰੂਰ ਭਰ ਜਾਂਦੇ ਨੇ। ਹਾਂ, ਤੇ ਉਹ ਦਿੱਕਤਾਂ ਜਿਹੜੀਆਂ ਹੁੰਦੀਆਂ ਨੇ, ਦਿੱਕਤਾਂ ਫਿਰ ਸਮਾਜ ਦੇ ਅੰਦਰ ਇਹੋ ਜਿਹਾ ਚਰਨਿੰਗ ਪ੍ਰੋਸੈਸ ਚੱਲ ਰਿਹਾ ਹੁੰਦਾ, ਐਸੀ ਵਧਾਉਣੀ ਪੈ ਰਹੀ ਹੁੰਦੀ ਹੈ ਕਿ ਉਹ ਦਿੱਕਤਾਂ ਹੌਲੀ ਹੌਲੀ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਿਰਫ ਉਹਦੀ ਲੋੜ ਹੁੰਦੀ ਕਿ ਤੁਹਾਨੂੰ ਉਹ 1% ਬੰਦੇ ਨੂੰ ਠੀਕ ਕਹਿਣਾ ਸ਼ੁਰੂ ਕਰ ਦੇਣ। ਅਸੀਂ 1% ਬੰਦੇ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਮੈਂ ਸਮਝਦਾ ਕਿ 1% ਬੰਦਾ ਜਿਹੜਾ ਉਹ ਹੋਰ ਦਹਾਕੇ 'ਚ ਕਨਵਰਟ ਹੋ ਜਾਣਾ। ਉਦੋਂ ਉਹ ਜਿਹੜਾ 1% ਆ ਉਹਦੀ ਜਿਹੜੀ ਮੈਂ ਪਿੰਡ ਦੀ ਉਦਾਹਰਨ ਦਿੱਤੀ ਹੈ ਕਿ 5000 ਦੀ ਆਬਾਦੀ ਦੇ ਵਿੱਚ 50 ਬੰਦੇ ਅਗਰ ਹੋ ਜਾਣ ਅਵੇਅਰ, ਤਾਂ ਤੁਸੀਂ ਹਿਸਾਬ ਲਾ ਲਓ ਉਸ ਪਿੰਡ ਦਾ ਹਾਲ ਕੀ ਹੋਊਗਾ। ਨਹੀਂ, ਮੈਂ ਇੱਥੇ ਰੋਕ ਰਿਹਾ ਤੁਹਾਨੂੰ, ਮੇਰੀ ਇੱਕ ਗੱਲ ਸੁਣੋ। ਤੁਸੀਂ 1% ਦੀ ਗੱਲ ਕੀਤੀ ਹੈ, 1% ਦਾ ਮਤਲਬ ਇਹ ਹੈ ਕਿ ਜੇ ਪੰਜਾਬ ਦੀ ਆਬਾਦੀ 3.25 ਕਰੋੜ ਹੈ ਤਾਂ 3.25 ਲੱਖ ਬੰਦਾ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਵਿਸਲ ਬਲੋਰ ਹੋਰ ਖੜਾ ਕਰ ਦੋਗੇ, ਹੋਰ ਇਸ ਤਰ੍ਹਾਂ ਦੇ ਬੰਦੇ ਖੜੇ ਕਰ ਦੋਗੇ। ਬਿਲਕੁਲ ਹੋ ਰਿਹਾ। ਤੁਸੀਂ ਚੈਨਲਾਂ ਦੇ ਵਿੱਚ ਭਾਸ਼ਾ ਦੇਖੋ ਲੋਕਾਂ ਦੀ, ਤੁਸੀਂ ਸੁਣਿਆ ਕਰੋ, ਵੀਡੀਓ ਤੁਸੀਂ ਸੁਣਦੇ ਹੀ ਹੋ, ਤਾਂ ਉਹ ਸਾਰੀ ਜੋ ਅਸੀਂ ਕਹਿ ਰਹੇ ਹਾਂ ਕਿਸੇ ਨਾ ਕਿਸੇ ਸ਼ਕਲ 'ਚ ਉਹ ਤੁਹਾਨੂੰ ਉਹੀ ਕਹਿੰਦੇ ਮਿਲਣਗੇ। ਤੁਸੀਂ ਮਿਲਟਸ ਵਾਲੀ ਉਦਾਹਰਨ ਲੈ ਲਓ, ਫਾਰ ਉਦਾਹਰਨ ਦੇ ਤੌਰ 'ਤੇ। ਉਹ ਮਿਲਟਸ ਆਪਾਂ ਕਿੰਨੇ ਸਾਲ ਹੋਏ ਸ਼ੁਰੂ ਕੀਤੇ? 2 ਸਾਲ ਹੋਏ ਨਾ। ਅਤੇ 2 ਸਾਲ 'ਚ ਹਰ ਪਿੰਡ 'ਚ ਲੋਕ ਆਪਣੇ ਆਪ ਹੀ ਮਿਲਟਸ ਲੈਣੇ ਸ਼ੁਰੂ ਕਰਤੇ ਲੋਕਾਂ ਨੇ। ਔਰ ਕਿਉਂਕਿ ਜਿਹੜੀ ਸਿਆਣੀ ਗੱਲ ਹੁੰਦੀ ਹੈ, ਸੱਚ ਹੁੰਦੀ ਆ, ਉਹ ਸੱਚ ਬੜਾ ਪਾਵਰਫੁਲ ਹੁੰਦਾ। ਉਹ ਗੱਲ ਜੱਚ ਰਹੀ ਹੈ ਉਹਨਾਂ ਨੂੰ ਕਿ ਗੱਲ ਸਾਡੇ ਤਾਂ ਭੁੱਖੇ ਵੀ ਇਹੀ ਖਾਂਦੇ ਸੀਗੇ। ਨਾਲੇ ਇੱਕ ਪਿੰਡ ਦੇ ਵਿੱਚ ਤੁਹਾਡੇ ਕੋਲੋਂ ਲੈ ਕੇ ਇੱਕ ਬੰਦਾ ਵੀ ਠੀਕ ਹੋ ਗਿਆ ਤਾਂ ਸਾਰੇ ਪਿੰਡ ਨੂੰ ਗਾਹ ਦੇਣਾ ਹੈ। ਬਿਲਕੁਲ ਇਸ ਕਰਕੇ ਜਿਹੜਾ 1% ਵਾਲਾ ਮੁੱਦਾ ਹੈ, ਉਹਦੇ ਲਈ ਇੱਕ ਦਹਾਕਾ ਹੋਰ ਚਾਹੀਦਾ। ਬਸ ਇੱਕ ਦਹਾਕੇ ਜਿਹੜਾ 1% ਦਾ ਕ੍ਰਿਟੀਕਲ ਮਾਸ ਹੈ ਉਹ ਪੂਰਾ ਹੋਣ ਦੀ ਪੂਰੀ ਸੰਭਾਵਨਾ ਹੈ। ਅਤੇ 1% ਜਿੱਦਣ ਪੂਰਾ ਹੋ ਗਿਆ ਉਦੋਂ ਸਮਾਜ ਰੈਵੋਲੂਸ਼ਨ ਦੇ ਰਾਹ 'ਤੇ ਪੈ ਜਾਂਦਾ। ਫਿਰ ਸਮਾਜ 'ਚ ਉਹਨੂੰ ਕੋਈ ਉਸ ਰੈਵੋਲੂਸ਼ਨ ਨੂੰ ਰੋਕ ਨਹੀਂ ਸਕਦਾ। 1% ਨੂੰ ਦਬਾਉਣਾ ਸੰਭਵ ਨਹੀਂ ਹੁੰਦਾ, ਠੀਕ ਹੈ ਨਾ, ਕਿਉਂਕਿ ਜਿਹੜਾ ਜਿਹਦੇ ਰਾਹੀਂ ਦਬਾਉਣਾ ਹੈ ਉਹ ਵੀ ਤਾਂ ਉਸੇ ਸਮਾਜ ਦਾ ਹਿੱਸਾ ਨੇ। ਉਹ ਪੁਲਿਸ, ਉਹ ਫੌਜ, ਉਹ ਸਾਰਾ ਮੁਲਾਜ਼ਮ, ਉਹ ਸਾਰਾ ਢਾਂਚਾ, ਉਹ ਵੀ ਤਾਂ ਉੱਥੇ ਵਿਚਰ ਰਿਹਾ। ਉਹ ਵੀ ਤਾਂ ਉਹਦੀ ਹੁਣ ਸਾਡੇ ਕੋਲ ਕਿੰਨੇ ਨੇ ਜਿਹੜੇ ਬਦਲ ਦੀ ਗੱਲ, ਸਾਡੇ ਕੋਲ ਕਿੰਨੇ ਪੁਲਿਸ ਅਫਸਰ ਨੇ, ਕਿੰਨੇ ਆਰਮੀ ਦੇ ਅਫਸਰ ਨੇ। ਮੈਨੂੰ ਆਰਮੀ ਵਾਲਿਆਂ ਦੇ ਬਹੁਤ ਫੋਨ ਆਉਂਦੇ ਆ, ਪੁਲਿਸ ਵਾਲਿਆਂ ਦੇ ਬਹੁਤ ਆਉਂਦੇ ਆ ਸਾਰੇ। ਤਾਂ ਉਹ ਜਿਹੜੀ ਚੇਤਨਾ ਹੁੰਦੀ ਆ, ਚੇਤਨਾ ਬਹੁਤ ਐਟਮ ਬੰਬ ਤੋਂ ਵੀ ਵੱਧ ਜਿਹੜੀ ਹੈ ਪਾਵਰਫੁਲ ਹੁੰਦੀ ਆ। ਇਸ ਕਰਕੇ ਉਹਦੇ 'ਚ ਉਸ ਕੰਮ 'ਚ ਆਪਾਂ ਲੱਗੇ ਹੋਏ ਸਾਰੇ। ਤੁਸੀਂ ਵੀ ਸ਼ਾਮਲ ਹੋ, ਚੈਨਲਾਂ ਵਾਲੇ ਤੁਹਾਨੂੰ ਵੀ ਸਲੂਟ ਹੈ, ਕਿਉਂਕਿ ਦੇਖੋ ਇੱਕ ਕਿਸਾਨ ਮੋਰਚੇ ਨੇ ਸਿੱਧ ਕਰਤਾ ਕਿ ਜੇ ਤੁਹਾਡਾ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਕਿਸਾਨ ਮੋਰਚੇ ਦੀ ਇਹ ਕਾਮਯਾਬੀ ਨਹੀਂ ਸੀ ਹੋਣੀ। ਇਹੀ ਸਮਾਜ 'ਚ ਬਾਕੀ ਵਰਤਾਰੇ 'ਤੇ ਵੀ ਹੈ, ਬਾਕੀ ਚੇਤਨਾ 'ਤੇ ਵੀ ਲਾਗੂ ਹੁੰਦੀ ਹੈ। ਕਿਉਂਕਿ ਜਿਹੜਾ ਵੱਡਾ ਮੀਡੀਆ ਵਿਕ ਗਿਆ, ਉਹਨਾਂ ਨੂੰ ਅਗਲੇ ਨੇ ਪੈਸੇ ਦੇ ਬਲਬੂਤੇ 'ਤੇ ਖਰੀਦ ਲਿਆ, ਉਹ ਉਹਨਾਂ ਦੀ ਬੋਲੀ ਬੋਲਦਾ। ਅਤੇ ਕਿਹਨੂੰ ਬਚਾਇਆ? ਕਿਹਨੂੰ? ਸਮਾਜ ਨੂੰ ਕਿਹਨੇ ਬਚਾਇਆ? ਲੋਕਾਂ ਨੂੰ ਕਿਹਨੇ ਬਚਾਇਆ? ਲੋਕਾਂ ਦੇ ਹੱਕ 'ਚ ਕੌਣ ਖੜਾ ਕੇ? ਛੋਟੇ ਉਹ ਮਿਹਨਤਕਸ਼ ਲੋਕ, ਤੁਹਾਡੇ ਵਰਗੇ ਜਰਨਲਿਸਟ ਜਿਹੜੇ ਕਿ ਆਪਣੇ ਸਵੇਰੇ ਉੱਠਦੇ ਨੇ,
ਤੇ ਰਾਤ ਤੱਕ ਫਿਰ ਉਹ ਸਾਰਾ ਕੁਝ ਲੋਕਾਂ 'ਚ ਫਿਰਦੇ ਆ, ਲੋਕਾਂ 'ਚੋਂ ਇਨਫੋਰਮੇਸ਼ਨ ਇਕੱਠੀ ਕਰਦੇ ਆ, ਸੂਚਨਾਵਾਂ ਇਕੱਠੀਆਂ ਕਰਦੇ ਆ, ਫਿਰ ਉਹ ਸ਼ੇਅਰ ਕਰਦੇ ਆ। ਤਾਂ ਇਹ ਜਿਹੜਾ ਕਮਾਲ ਦਾ ਵਰਤਾਰਾ ਸਾਰਾ ਵਾਪਰ ਰਿਹਾ, ਇਹ ਸਾਰਾ ਉਹ 1% ਜਨਰੇਟ ਹੋ ਰਿਹਾ। ਤੇ ਮੈਂ ਸਮਝਦਾ ਕਿ 1% ਜਨਰੇਟ ਕਰਨ 'ਚ ਕੋਈ ਬਹੁਤਾ ਟਾਈਮ ਨਹੀਂ ਲੱਗਣਾ, ਔਰ ਹੁਣ ਇਹਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਇਸ ਸਟੇਜ 'ਤੇ ਪਹੁੰਚ ਚੁੱਕੇ ਹਾਂ ਕਿ ਇਹ ਹੁਣ ਜਿਹਨੂੰ ਕਹਿੰਦੇ ਆ ਲੜੀ ਬਣ ਗਈ ਹੋਈ ਆ, ਇਹ ਦੀਵੇ ਨਾਲ ਦੀਵਾ ਜਗਦਾ ਜਾ ਰਿਹਾ। ਹੁਣ ਕਿਸੇ ਇੱਕ ਦੀਵੇ ਨੂੰ ਤੁਸੀਂ ਨੁਕਸਾਨ ਪਹੁੰਚਾ ਵੀ ਦਿਓਗੇ ਤਾਂ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ, ਉਲਟਾ ਹੋਊਗਾ। ਉਹ ਦੀਵਾ ਜਿਹੜਾ ਉਹ ਸੂਰਜ ਬਣ ਜਾਏਗਾ। ਤਾਂ ਇਸ ਕਰਕੇ ਇਸ ਗੱਲ ਤੋਂ ਹੁਣ ਡਰਨ ਦੀ ਲੋੜ ਨਹੀਂ ਹੈ ਕਿ ਵੀ ਕਿਸੇ ਦੀਵੇ ਨੂੰ ਅਗਰ ਕੋਈ ਬੁਝਾ ਵੀ ਦੇਵੇਗਾ ਤਾਂ ਉਹਦੇ ਨਾਲ ਕੋਈ ਇਹ ਚੀਜ਼ ਰੁਕਣ ਲੱਗੀ ਆ। ਰਜੀਵ ਦੀਕਸ਼ਿਤ ਵੇਲੇ ਸ਼ਾਇਦ ਕਿਸੇ ਨੂੰ ਗਲਤਫਹਿਮੀ ਸੀਗੀ ਤੇ ਤਾਂ ਹੀ ਸ਼ਾਇਦ ਉਹਦੇ ਉੱਪਰ ਐਡਾ ਮਾਰੂ ਕਿਸਮ ਦਾ ਹਮਲਾ ਹੋਇਆ। ਤੇ ਉਹ ਇੱਕ ਸਾਡਾ ਐਸਾ ਚਾਨਣ ਨੂੰ ਰਾਹ ਸੀਗਾ ਜਿਹੜਾ ਕਿ ਇਸ ਸੋਸ਼ਲ ਰੈਵੋਲੂਸ਼ਨ ਦਾ ਜਨਮਦਾਤਾ ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ। ਤੇ ਉਹਦੇ 'ਚ ਪਦ ਚੰਨ ਦਾ ਚੱਲ ਰਹੇ ਆਪਾਂ, ਔਰ ਅਸੀਂ ਆਪਣੇ ਹਸਪੀਟਲ ਦਾ ਨਾਮ ਵੀ ਉਹਦੇ ਨਾਂ 'ਤੇ ਰੱਖਿਆ, ਆਪਣੇ ਸੈਂਟਰਾਂ ਦੇ ਨਾਮ ਵੀ ਉਹਦੇ ਨਾਂ 'ਤੇ ਯਾਦ ਕਰ ਰਹੇ ਹਾਂ। ਤੇ ਮੈਂ ਸਮਝਦਾ ਕਿ ਉਹਦੀ ਜਿਹੜਾ ਦੀਵਾ ਜਗਾਇਆ ਹੋਇਆ, ਚਿਣਗ ਲਾਈ ਹੋਈ ਆ, ਇਹ ਰੰਗ ਲਿਆਏਗੀ ਔਰ ਆਉਣ ਵਾਲਾ ਸਮਾਂ ਜਿਹੜਾ ਹੈ ਬਹੁਤ ਵਧੀਆ ਸਮਾਜ ਸਿਰਜਣ ਵੱਲ ਨੂੰ ਤੁਰਿਆ ਜਾਊਗਾ। मैं अकेला ही चला था जानिबे मंजिल मगर लोग साथ आते गए कारवां बनता गया। ਗੱਲ ਇਹ ਹੈ ਕਿ ਇਹ ਤੁਸੀਂ ਬੜੀ ਵੱਡੀ ਰੈਵੋਲੂਸ਼ਨ ਲਿਆਉਣ ਦੀ ਗੱਲ ਕੀਤੀ ਹੈ। 3 ਲੱਖ ਬੰਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਟਾਰਗੇਟ ਰੱਖਿਆ ਹੈ। ਬਹੁਤ ਸਾਰੇ ਇਕੱਠੇ ਵੀ ਹੋ ਗਏ, ਬਹੁਤ ਸਾਰੇ ਲੋਕ ਜਿਹੜੇ ਜਾਗਰੂਕ ਵੀ ਹੋ ਚੁੱਕੇ ਨੇ। ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਗੱਲਾਂ ਕਰਦੇ ਹੋ, ਜਦੋਂ ਤੁਹਾਨੂੰ ਰਾਜੀਵ ਦੀਕਸ਼ਿਤ ਦੀ ਜਿਹੜਾ ਹਸ਼ਰ ਆ ਉਹ ਯਾਦ ਆਉਂਦਾ, ਜਦੋਂ ਤੁਸੀਂ ਆਪਣੇ ਉੱਤੇ ਕੇਸ ਬਣਨ ਦੀ ਗੱਲਾਂ ਯਾਦ ਕਰਦੇ ਹੋ, ਜਦੋਂ ਤੁਸੀਂ ਡਾਕਟਰ ਵਿਸ਼ਵ ਰੂਪ ਰਾਏ ਨਾਲ ਹਰ 2 ਮਹੀਨੇ ਬਾਅਦ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਦਾਇਰ ਹੁੰਦੀ ਹੈ, ਉਹ ਗੱਲਾਂ ਸਾਹਮਣੇ ਆਉਂਦੀਆਂ ਨੇ, ਤੇ ਕਦੇ ਤੁਹਾਡੇ ਵਿੱਚ ਜਦੋਂ ਤੁਸੀਂ ਸਾਰੇ ਇਸ ਤਰ੍ਹਾਂ ਦੇ ਬੁੱਧੀਜੀਵੀ ਬੈਠਦੇ ਹੋ, ਕਦੇ ਚਰਚਾ ਛਿੜਦੀ ਹੈ ਵੀ ਯਾਰ ਸਾਡੇ ਤੇ ਵੀ ਹਮਲਾ ਹੋ ਸਕਦਾ, ਸਾਨੂੰ ਵੀ ਇਸ ਤਰ੍ਹਾਂ ਕਰ ਸਕਦਾ? ਨਹੀਂ ਕੁਲਵੰਤ ਜੀ, ਇਹਦੇ ਲਈ ਮੈਂਟਲੀ ਪ੍ਰੀਪੇਅਰਡ ਹੁੰਦਾ ਬੰਦਾ, ਨਹੀਂ ਤਾਂ ਬੋਲਦਾ ਹੀ ਨਹੀਂ। ਤੁਸੀਂ ਜਿੱਥੋਂ ਸਾਡੀ ਗੱਲ ਕਰਦੇ ਹੋ ਚਾਰਾਂ ਦੀ, ਜਦੋਂ ਬੰਦਾ ਬੋਲਦਾ ਹੈ ਨਾ, ਉਹ ਉਹਦੇ ਲਈ ਮਾਨਸਿਕ ਤੌਰ 'ਤੇ ਤਿਆਰ ਹੁੰਦਾ ਪਹਿਲਾਂ, ਫਿਰ ਹੀ ਬੋਲਣਾ ਸ਼ੁਰੂ ਕਰਦਾ। ਜਿਸ ਦਿਨ ਮੈਂ ਪਹਿਲੇ ਦਿਨ ਬੋਲਿਆ ਸੀਗਾ ਕਰੋਨਾ 'ਤੇ ਆਪਣਾ ਬਦਲਵਾਂ ਰੂਪ ਦਿੱਤਾ ਸੀ, ਉਹਦੇ ਪਹਿਲੇ ਦਿਨ ਮੈਂ ਯਾਦਵਿੰਦਰ ਨੂੰ ਯਾਦ ਹੋਣਾ ਤੁਹਾਨੂੰ, ਜਿਹੜੀ ਵੀਡੀਓ ਸੀਗੀ ਨਿਊਜ਼ 18 ਵਾਲੀ, ਤਾਂ ਮੈਂ ਔਨਲਾਈਨ ਕਹਿਤਾ ਸੀਗਾ, ਤੀਜਾ ਦਿਨ ਸੀ ਅਜੇ, ਤਾਂ ਇਹ ਤਾਂ ਬਹੁਤ ਮਤਲਬ ਭਾਂਬੜ ਮੱਚਿਆ ਹੋਇਆ ਸੀ ਉਸ ਵੇਲੇ। ਅਤੇ ਮੈਂ ਉਹਨੂੰ ਯਾਦਵਿੰਦਰ ਨੇ ਸਿੱਧਾ ਸਵਾਲ ਪੁੱਛ ਲਿਆ ਸੀਗਾ ਵੀ ਤੁਹਾਨੂੰ ਡਰ ਨਹੀਂ ਲੱਗਦਾ? ਮੈਂ ਕਿਹਾ ਸਾਡਾ ਤਾਂ ਬਾਬਾ ਨਹੀਂ ਡਰਿਆ, ਅਸੀਂ ਕਿਉਂ ਡਰੀਏ? ਜੇ ਸਾਡੇ ਬਾਬਰ ਨੇ ਬਾਬੇ ਨੇ ਉਦੋਂ ਬਾਬਰ ਨੂੰ ਜਾਬਰ ਕਹਿਤਾ ਸੀਗਾ, ਅਤੇ ਉਦੋਂ ਬਾਬੇ ਨਾਲ ਕਿਹੜਾ ਲੋਕ ਖੜ੍ਹੇ ਸੀਗੇ ਉਦੋਂ? ਅੱਜ ਤਾਂ ਮੇਰੇ ਨਾਲ ਖੜਨ ਵਾਲੇ 4 ਬੰਦੇ ਹੋਣਗੇ। ਸੋ ਇਸ ਕਰਕੇ ਜਦੋਂ ਅਸੀਂ ਬੋਲਦੇ ਹਾਂ ਤਾਂ ਉਹਦੇ ਲਈ ਮੈਂਟਲੀ ਤਿਆਰ ਹੁੰਦੇ ਹਾਂ। ਤਾਂ ਇਸ ਕਰਕੇ ਇਹ ਕੋਈ ਮਸਲਾ ਨਹੀਂ ਹੈ, ਨਾ ਕੋਈ ਇਹ 'ਚ ਡਰ ਹੈ, ਨਾ ਕੋਈ ਇਹਦੇ 'ਚ ਝਿਜਕ ਹੈ। ਜਿਸ ਕੰਮ ਲਈ ਤੁਰੇ ਹਾਂ ਉਹਦੇ ਪ੍ਰਤੀ ਪੂਰਾ ਵਿਸ਼ਵਾਸ ਹੈ ਕਿ ਇਹ ਵਧੀਆ ਕੰਮ ਹੈ, ਇਹ ਕੁਦਰਤ ਦਾ ਕੰਮ ਹੈ, ਮਨੁੱਖਤਾ ਦਾ ਕੰਮ ਹੈ, ਪਰਮਾਤਮਾ ਦਾ ਕੰਮ ਹੈ, ਅਤੇ ਅਸੀਂ ਉਹਦਾ ਹੀ ਕੁਦਰਤ ਦੇ ਬੱਚੇ ਹਾਂ, ਪਰਮਾਤਮਾ ਦੇ ਬੱਚੇ ਹਾਂ। ਅਤੇ ਸਾਡਾ ਫਰਜ਼ ਬਣਦਾ ਕਿ ਸਾਨੂੰ ਕੁਦਰਤ ਨੇ, ਮੈਨੂੰ ਹੁਣ 70 ਸਾਲ ਕੁਦਰਤ ਨੇ ਇੱਕ ਲਾਡਾਂ ਨਾਲ ਪਾਲਿਆ, ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਉਹਦਾ ਕਰਜ਼ ਮੋੜਾਂ। ਜੇ ਮੈਂ ਨਹੀਂ ਮੋੜਦਾ ਤਾਂ ਮੈਂ ਗੱਦਾਰ ਹਾਂ ਉਸ ਕੁਦਰਤ ਦਾ, ਉਸ ਪਰਮਾਤਮਾ ਦਾ। ਤਾਂ ਉਹ ਕਰਜ਼ ਮੋੜਨਾ ਬਣਦਾ ਧਰਤੀ ਮਾਂ ਦਾ। ਕੋਈ ਧਰਤੀ ਮਾਂ 'ਤੇ ਸੰਕਟ ਹੈ, ਅੱਜ ਧਰਤੀ ਖੁਦ ਸੰਕਟ 'ਚ ਆ ਚੁੱਕੀ ਹੈ, ਤਾਂ ਅਸੀਂ ਬੱਚੇ ਹਾਂ ਉਹਦੇ। ਜੇ ਮੈਨੂੰ ਨਹੀਂ ਯਾਦ ਕਿ ਮੈਨੂੰ 70 ਸਾਲਾਂ 'ਚ ਕਦੀ ਕੋਈ ਲੋੜ ਮੇਰੀ ਖੜੀ ਹੋਈ ਹੋਵੇ ਤਾਂ ਪੂਰੀ ਨਾ ਹੋਈ ਹੋਵੇ, ਹਾਲਾਂਕਿ ਮੈਂ ਬੜੇ ਗਰੀਬ ਪਰਿਵਾਰ 'ਚੋਂ ਸੀਗਾ, ਤਾਂ ਉਹਦੇ ਬਾਵਜੂਦ ਮੈਨੂੰ ਨਹੀਂ ਕਦੇ ਯਾਦ ਮੈਂ ਕਦੀ ਭੁੱਖਾ ਸੁੱਤਾ ਹੋਵਾਂ, ਮੈਨੂੰ ਨਹੀਂ ਯਾਦ ਮੈਨੂੰ ਕਦੀ ਕੱਪੜਿਆਂ ਦੀ ਦਿੱਕਤ ਆਈ ਹੋਵੇ। ਮੈਂ ਪੜ੍ਹਨ ਚਲਾ ਗਿਆ, ਮੇਰੇ ਗਰੀਬ ਜੇ ਪੇਰੈਂਟਸ ਸੀਗੇ, MBBS ਕੀਤੀ, ਮੈਨੂੰ ਨਹੀਂ ਯਾਦ ਕਿ ਕਦੀ ਮੇਰੇ ਫਾਦਰ ਨੇ ਮੈਨੂੰ ਕਿਹਾ ਹੋਵੇ ਵੀ ਮੇਰੇ ਕੋਲ ਤਾਂ ਫੀਸ ਨਹੀਂ ਤੇਰੇ ਦੇਣ ਦੀ। ਤਾਂ ਇਸ ਕਰਕੇ ਜਿਸ ਕੁਦਰਤ ਨੇ, ਜਿਸ ਪਰਮਾਤਮਾ ਨੇ ਸਾਨੂੰ ਲਾਡਾਂ ਨਾਲ ਪਾਲਿਆ, ਔਰ ਮੈਨੂੰ ਅੱਜ ਵੀ ਯਾਦ ਹੈ ਮੈਂ ਘੱਟੋ ਘੱਟ 4-5 ਵਾਰੀ ਮੌਤ ਦੇ ਮੂੰਹ 'ਚ ਡਿੱਗਦਾ ਜਿਵੇਂ ਮੈਨੂੰ ਖਿੱਚ ਲਿਆ ਹੋਵੇ ਕਿਸੇ ਨੇ, ਅੱਜ ਵੀ ਉਹ ਘਟਨਾਵਾਂ ਯਾਦ ਨੇ ਸਾਰੀਆਂ। ਤਾਂ ਇਸ ਕਰਕੇ ਉਸ ਕੁਦਰਤ ਦਾ, ਉਸ ਪਰਮਾਤਮਾ ਦਾ ਤੁਹਾਡੇ ਉੱਪਰ ਇੱਕ ਕਰਜ਼ ਹੁੰਦਾ ਅਤੇ ਉਹ ਮੋੜਨਾ ਹੁੰਦਾ, ਅਤੇ ਉਹ ਮੋੜਿਆ ਹੀ ਜਾਂਦਾ ਸੱਚ ਨਾਲ ਖੜ੍ਹ ਕੇ, ਇਨਸਾਫ ਨਾਲ ਖੜ੍ਹ ਕੇ, ਮਨੁੱਖਤਾ ਦੇ ਹੱਕ 'ਚ ਖੜ੍ਹ ਕੇ, ਕੁਦਰਤ ਦੇ ਹੱਕ 'ਚ ਖੜ੍ਹ ਕੇ। ਤਾਂ ਇਹ ਫਰਜ਼ ਵੀ ਬਣਦਾ ਆਪਣਾ। ਅਤੇ ਡਾਕਟਰ ਸਾਹਿਬ, ਤੁਸੀਂ ਬਹੁਤ ਵੱਡੇ ਮਿਸ਼ਨ ਦੇ ਉੱਤੇ ਤੁਰੇ ਹੋ, ਬੰਦੇ ਇੰਨੇ ਤੁਸੀਂ ਨਾਲ ਜੋੜਨ ਦੀ ਗੱਲ ਕੀਤੀ ਹੈਗੀ ਹੈ, ਲੋਕੀ ਬਹੁਤ ਸਾਰੇ ਜੁੜ ਵੀ ਰਹੇ ਨੇ ਤੁਹਾਡੇ ਕੋਲ ਸੈਂਟਰ ਦੇ ਵਿੱਚ। ਅੱਜ ਲੋਕਾਂ ਦੀ ਭੀੜ ਦੇਖ ਕੇ ਕਿਹਾ ਜਾ ਸਕਦਾ ਵੀ ਬਹੁਤ ਸਾਰੇ ਲੋਕ ਤੁਸੀਂ ਜਾਗਰੂਕ ਵੀ ਕਰ ਦਿੱਤੇ ਨੇ। ਸੋਸ਼ਲ ਮੀਡੀਆ ਵੀ ਤੁਹਾਡੇ ਨਾਲ ਹੈਗਾ, ਔਰ ਮੈਂ ਤਾਂ ਤੁਹਾਡੇ ਨਾਲ ਸ਼ੁਰੂ ਤੋਂ ਹੀ ਨਾਲ ਸੀ ਅਤੇ ਅੱਗੋਂ ਵੀ ਤੁਹਾਡੇ ਨਾਲ ਵਾਅਦਾ ਹੈਗਾ ਕਿ ਨਾਲ ਹੀ ਰਹਾਂਗਾ। ਪਰ ਮੈਂ ਇਹ ਚਾਹੁੰਦਾ ਕਿ ਤੁਸੀਂ ਸਾਰਾ ਕੁਛ ਕਰ ਲਿਆ ਹੈ, ਪਲਾਨ ਵੀ ਬੜਾ ਵੱਡਾ ਹੈਗਾ। ਕੁਛ ਜਾਂਦੇ ਤੁਸੀਂ ਜਿਹੜੇ ਡਾਕਟਰ ਤੁਹਾਡੇ ਨਾਲ ਲਾਈਕ ਮਾਈਂਡਡ ਤੁਹਾਡੇ ਨਾਲ ਡਾਕਟਰ ਨੇ, ਜਾਂ ਪਬਲਿਕ ਹੈਗੀ ਹੈ ਜਿਹੜੀ ਤੁਹਾਡੀ ਗੱਲ ਸੁਣਦੀ ਹੈ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਆਉਣ ਵਾਲੇ ਇਲੈਕਸ਼ਨ ਆ ਰਹੇ ਨੇ, ਵੀ ਕੀ ਕਹਿਣਾ ਚਾਹੋਗੇ? ਅਤੇ ਤੁਸੀਂ ਡਾਕਟਰਸ ਨੂੰ, ਜਿਹੜੇ ਲਾਈਕ ਮਾਈਂਡਡ ਡਾਕਟਰਸ ਨੇ ਅਤੇ ਪਬਲਿਕ, ਇਹਨਾਂ ਨੂੰ ਕੀ ਕਹਿਣਾ ਚਾਹੋਗੇ? ਕੁਲਵੰਤ ਜੀ, ਡਾਕਟਰ ਤਾਂ ਇੱਕ ਬਹੁਤ ਹੀ ਵਧੀਆ ਪੇਸ਼ਾ ਹੈ, ਔਰ ਬਹੁਤ ਇੰਟੈਲੀਜੈਂਟ ਬੱਚੇ ਆਉਂਦੇ ਆ। ਨਹੀਂ, ਤੁਹਾਡੇ ਲਾਈਕ ਬਿਲਕੁਲ ਨਹੀਂ, ਲਾਈਕ ਮਾਈਂਡਡ ਸਾਰੇ ਸ਼ੁਰੂ 'ਚ ਲਾਈਕ ਮਾਈਂਡਡ ਹੀ ਹੁੰਦੇ ਆ,
ਉਹ ਤਾਂ ਇੱਕ ਸਿਸਟਮ ਜਦੋਂ ਪੈ ਜਾਂਦੇ ਆ ਤਾਂ ਫਿਰ ਉਹ ਸਿਸਟਮ ਦੇ ਵਿੱਚ ਬਹਿਣ 'ਚ ਬਹਿ ਜਾਂਦੇ ਆ। ਇਹ ਨਹੀਂ ਹੈ ਕਿ ਕੋਈ ਬੇਈਮਾਨ ਹੁੰਦਾ, ਕੋਈ ਡਾਕਟਰ ਬੇਈਮਾਨ ਨਹੀਂ ਹੈ, ਕੋਈ ਬੱਚਾ ਜੋ ਡਾਕਟਰੀ ਚਾਹੁੰਦਾ ਤਾਂ ਉਹ ਬੇਈਮਾਨੀ ਕਰਨ ਵਾਸਤੇ ਨਹੀਂ ਆਉਂਦਾ। ਇਸ ਕਰਕੇ ਉਹ ਜਦੋਂ ਸਿਸਟਮ ਦੇ ਵਿੱਚ ਜਿਹਨੂੰ ਕਦੇ ਸੰਗਲਾਂ 'ਚ ਬੰਨ੍ਹਿਆ ਜਾਂਦਾ ਉਹਦੇ ਲਈ ਇੱਕ ਟਰੈਕ ਵਿਛਾਤੀ ਜਾਂਦੀ ਹੈ ਕਿ ਇਸ ਟਰੈਕ 'ਤੇ ਚੱਲਣਾ ਤੂੰ, ਤਾਂ ਉਹ ਟਰੈਕ ਨੂੰ ਛੱਡ ਕੇ ਚੱਲਣ ਦਾ ਹੌਸਲਾ ਨਹੀਂ ਕਰਦੇ, ਬਸ ਇੰਨਾ ਹੀ ਆ। ਅਤੇ ਮੈਂ ਆਪਣੇ ਡਾਕਟਰ ਦੋਸਤਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਆਪਾਂ ਮਨੁੱਖਤਾ ਨਾਲ ਖੜੀਏ। ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਨੂੰ ਸਿਹਤਮੰਦ ਕਰਨਾ ਹੈ। ਪਹਿਲੀ ਗੱਲ ਤਾਂ ਸਾਨੂੰ ਇਸ ਗੱਲ 'ਤੇ ਚੇਤਨਾ ਫੈਲਾਉਣੀ ਚਾਹੀਦੀ ਹੈ ਕਿ ਸਿਹਤ ਵਿਗੜ ਕਿਉਂ ਰਹੀ ਹੈ, ਫਿਰ ਸਿਹਤ ਬਚਾਉਣੀ ਕਿੱਦਾਂ। ਅਤੇ ਜੋ ਵੀ ਅਵੇਲੇਬਲ ਐਵੀਡੈਂਸ ਹੈ, ਚਾਹੇ ਕਿਸੇ ਪੈਥੀ ਦੀ ਹੈ ਚਾਹੇ ਕਿ ਨਹੀਂ ਹੈ, ਚਾਹੇ ਉਹ ਸਾਨੂੰ ਪਸੰਦ ਹੈ ਚਾਹੇ ਨਹੀਂ ਪਸੰਦ, ਉਹਨੂੰ ਸੁਣਨਾ ਚਾਹੀਦਾ ਓਪਨ ਮਾਈਂਡ ਨਾਲ। ਕਲੋਜ਼ਡ ਮਾਈਂਡ ਜਿਹੜਾ ਹੁੰਦਾ ਬੜਾ ਹੀ ਮਾੜਾ ਮਾਈਂਡ ਹੁੰਦਾ, ਉਹ ਕਦੀ ਸਿੱਖਦਾ ਨਹੀਂ ਹੈ। ਸੋ ਡਾਕਟਰਾਂ ਨੂੰ ਤਾਂ ਮੇਰੀ ਇਹੀ ਦੋਸਤਾਂ ਨੂੰ ਅਪੀਲ ਹੈ ਕਿ ਓਪਨ ਮਾਈਂਡ ਨਾਲ ਸੋਚੋ, ਸਮਝੋ, ਔਰ ਜੋ ਠੀਕ ਸਹੀ ਹੈ ਉਹਦੇ ਨਾਲ ਖੜੋ। ਜਿੱਥੇ ਤੱਕ ਸਵਾਲ ਬਾਕੀ ਦੋਸਤਾਂ ਦਾ ਜਿਹੜੇ ਸੋਚ ਸਮਝ ਵਾਲੇ ਆ, ਜਿਹੜੇ 1% ਬਣਨ ਜਾ ਰਹੇ ਆ ਜਾਂ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ, ਹਾਂ, ਤਾਂ ਉਹਦੇ 'ਚ ਇਹ ਹੈ ਵੀ ਜਿਹੜੀ ਇਲੈਕਸ਼ਨਾਂ ਆ ਰਹੀਆਂ, ਇਲੈਕਸ਼ਨਾਂ ਇੱਕ ਬਹੁਤ ਮੁੱਦਾ ਹੁੰਦਾ ਜਿੱਥੇ ਰੀਅਲ ਮੁੱਦੇ ਫੋਕਸ ਹੋਣੇ ਚਾਹੀਦੇ ਆ। ਅਤੇ ਮੈਂ ਸਮਝਦਾ ਕਿ ਰੀਅਲ ਮੁੱਦਾ ਇਸ ਵੇਲੇ ਜਿਹੜਾ ਨੇ ਉਹ ਇਹੀ ਹੈ, ਜਿੱਥੇ ਖੇਤੀ ਨੂੰ ਬਚਾਈਏ ਆਪਾਂ, ਕਿਉਂਕਿ ਖੇਤੀ ਕੇਂਦਰ ਹੁੰਦਾ ਕਿਸੇ ਵੀ ਸਮਾਜ ਦੇ ਵਿੱਚ। ਜਿਹੜੀ ਕੁਦਰਤੀ ਸਰੋਤ ਨੇ ਉਹ ਖੇਤੀ ਉਹਦੇ 'ਚ ਬਹੁਤ ਇੰਪੋਰਟੈਂਟ ਹਿੱਸਾ ਹੈ, ਕਿਉਂਕਿ ਮਨੁੱਖੀ ਸਮਾਜ ਦਾ ਉਹ ਕੇਂਦਰੀ ਐਕਟੀਵਿਟੀ ਆ ਕਿ ਧਰਤੀ ਦੇ ਗਰਭ 'ਚੋਂ ਫੂਡ ਪੈਦਾ ਕਰਨਾ ਹੈ, ਤੁਸੀਂ ਹੋਰ ਰਿਕੁਆਇਰਮੈਂਟਸ ਪੈਦਾ ਕਰਨੀਆਂ ਨੇ। ਤਾਂ ਉਹ ਜਿੱਥੇ ਬਾਕੀ ਇੰਡਸਟਰੀ ਹੈ, ਹੋਰ ਹੈ, ਉਹਨਾਂ ਸਾਰਿਆਂ ਤੋਂ ਪਹਿਲਾਂ ਪ੍ਰਾਇਮਰੀ ਖੇਤੀ ਹੈ। ਉਹ ਖੇਤੀ ਬਹੁਤ ਹੀ ਪਵਿੱਤਰ ਪੇਸ਼ਾ ਹੈ। ਹਾਲਾਂਕਿ ਕੁਦਰਤ ਕਰਦੀ ਹੈ ਜ਼ਿਆਦਾ ਖੇਤੀ, ਪਰਮਾਤਮਾ ਕਰਦਾ ਹੈ, ਸਾਡਾ ਤਾਂ ਐਵੇਂ ਮਾੜਾ ਮੋਟਾ ਲੈਣ ਹੁੰਦਾ, ਲੇਕਿਨ ਫਿਰ ਵੀ ਉਹ ਜਿਹੜਾ ਪੇਸ਼ਾ ਹੈ ਕਿਸਾਨੀ ਦਾ, ਮੈਂ ਸਮਝਦਾ ਸਭ ਤੋਂ ਪਵਿੱਤਰ ਪੇਸ਼ਾ। ਜੇ ਕਿਸਾਨਾਂ ਨੂੰ ਕਹੀਏ ਤਾਂ ਸੱਚੇ ਪੁੱਤਰ ਨੇ ਉਹ ਇਸ ਧਰਤੀ ਦੇ, ਇਸ ਪਰਮਾਤਮਾ ਦੇ। ਤਾਂ ਅਸੀਂ ਕਿਸਾਨਾਂ ਨਾਲ ਖੜੀਏ, ਸਾਰੇ ਕਿਸਾਨੀ ਨੂੰ ਬਚਾਈਏ, ਖੇਤਾਂ ਨੂੰ ਬਚਾਈਏ, ਖੇਤੀ ਨੂੰ ਬਚਾਈਏ, ਆਰਗੈਨਿਕ ਫੂਡ ਜਿਹੜਾ ਜ਼ਹਿਰ ਮੁਕਤ ਫੂਡ ਪੈਦਾ ਕਰਨ ਵੱਲ ਤੁਰੀਏ, ਕਿਸਾਨਾਂ ਨੂੰ ਅਡਾਪਟ ਕਰੀਏ, ਫੈਮਿਲੀ ਫਾਰਮਰ ਅਡਾਪਟ ਕਰੀਏ ਆਪਾਂ। ਅਸੀਂ ਬਾਰ-ਬਾਰ ਖੇਤੀ ਵਿਰਾਸਤ ਮਿਸ਼ਨ ਤੋਂ ਇੱਕ ਭੁੱਖਾ ਦੇ ਰਹੇ ਹਾਂ ਕਿ ਫੈਮਿਲੀ ਡਾਕਟਰ ਤੁਹਾਡਾ ਹੋਵੇ ਨਾ ਹੋਵੇ, ਫੈਮਿਲੀ ਫਾਰਮਰ ਜ਼ਰੂਰ ਬਣਾ ਲਓ, ਤਾਂ ਹੀ ਸਹੀ ਠੀਕ ਹੈ। ਕਿਉਂਕਿ ਕਿਸਾਨ ਤੁਹਾਡੇ ਨਾਲ ਅਗਰ ਜੁੜਿਆ ਹੋਇਆ ਤਾਂ ਉਹਦੇ ਕੋਲ ਸਮਰੱਥਾ। ਤੁਸੀਂ ਉਹਨੂੰ ਕਹੋ ਵੀ ਤੇਰੀ ਆਰਥਿਕਤਾ ਮੇਰੇ ਜੁੰਮੇ ਅਤੇ ਫੂਡ ਤੇਰੇ ਜੁੰਮੇ, ਤੂੰ ਮੈਨੂੰ ਫੂਡ ਦੇਣਾ, ਮੈਨੂੰ ਚੀਜ਼ਾਂ ਚਾਹੀਦੀਆਂ ਨੇ, ਇਹ ਤੂੰ ਜ਼ਹਿਰ ਮੁਕਤ ਕਰਕੇ ਪੈਦਾ ਦੇ ਉਹ ਕਰ ਦੇਗਾ। ਉਹਨੂੰ ਸਿਰਫ ਆਪਣੀ ਆਰਥਿਕਤਾ ਬੱਚੇ ਪਾਲਣੇ, ਉਹਨੇ ਕਿਸਾਨ ਖੁਸ਼ ਹੋਏਗਾ। ਕਿਸਾਨ ਤਾਂ ਬਾਗੋ ਬਾਗ ਹੋਏਗਾ ਕਿ ਮੈਂ ਤਾਂ ਪਾਪ ਤੋਂ ਛੁੱਟਿਆ ਅਤੇ ਨਾਲੇ ਮੇਰੀ ਪਰਿਵਾਰ ਵੀ ਪਲ ਰਿਹਾ। ਤਾਂ ਉਹ ਇਕੱਠੇ ਹੋ ਕੇ ਜਿਹੜੇ ਕੰਜ਼ਿਊਮਰ ਨੇ, ਜੇ ਇਕੱਠੇ ਹੋ ਕੇ ਕਿਸਾਨ ਅਡਾਪਟ ਕਰਨਾ ਸ਼ੁਰੂ ਕਰ ਦੇਣ, ਤਾਂ ਮੈਂ ਕਹਿੰਦਾ ਕਿ 10 ਸਾਲ ਕੀ 5-7 ਸਾਲਾਂ 'ਚ ਹੀ ਤਬਦੀਲੀ ਜਿਹੜੀ ਹੈ ਉਹ ਬਹੁਤ ਵੱਡੀ ਤਬਦੀਲੀ ਹੋ ਸਕਦੀ ਹੈ, ਜੇ ਅਸੀਂ ਅੱਜ ਇਸ ਗੱਲ ਨੂੰ ਸਮਝ ਲਈਏ ਕਿ ਫੈਮਿਲੀ ਫਾਰਮਰ, ਕਿ 10 ਫੈਮਿਲੀ 15 ਫੈਮਿਲੀ 20 ਫੈਮਿਲੀ ਬਣ ਕੇ ਫਾਰਮਰ ਅਡਾਪਟ ਕਰ ਲਓ। ਉੱਧਰੋਂ ਫਾਰਮਰ ਇਕੱਠੇ ਹੋ ਜਾਣ, ਕਿਉਂਕਿ ਇਕੱਲੇ ਖੇਤੀ ਕਰਨੀ ਬਹੁਤ ਔਖੀ ਆ। ਜੇ ਉਹ ਇਕੱਠੇ ਹੋ ਜਾਣਗੇ ਤਾਂ ਖੇਤੀ ਕਰਨੀ ਬਹੁਤ ਸੌਖੀ ਹੋ ਜਾਏਗੀ। ਇੱਕ ਦੂਜੇ ਦੀ ਹੈਲਪ ਕਰੋਗੇ ਤੁਸੀਂ, ਈਵਨ ਬੈਂਕਾਂ 'ਤੇ ਤੁਹਾਡੀ ਨਿਰਭਰਤਾ ਨਹੀਂ ਰਹੂਗੀ, ਤੁਸੀਂ ਆਪਣੇ ਨਿੱਕੇ ਬੈਂਕ ਆਪ ਬਣਾ ਸਕਦੇ ਹੋ। ਤਾਂ ਇਸ ਕਰਕੇ ਲੋੜ ਹੈ ਅੱਜ ਕਿ ਕਿਸਾਨ ਆਪਣੇ ਲੈਵਲ 'ਤੇ ਇਕੱਠੇ ਹੋਣ, ਜ਼ਹਿਰ ਮੁਕਤ ਖੇਤੀ ਕਰਨ, ਕੋਆਪਰੇਟਿਵ ਖੇਤੀ ਕਰਨ, ਔਰ ਕੰਜ਼ਿਊਮਰ ਆਪਣੇ ਲੈਵਲ 'ਤੇ ਇਕੱਠੇ ਹੋਣ। ਸਿੱਧਾ ਕੰਜ਼ਿਊਮਰ ਜਾਂ ਤਾਂ ਕਿਸਾਨ ਤੋਂ ਖਰੀਦਣ, ਜਾਂ ਵਿੱਚ ਵਿਚਾਲੇ ਜਿਹੜੇ ਗਰੀਬ ਲੋਕ ਨੇ, ਰੇਹੜੀ ਵਾਲੇ ਨੇ, ਫੜੀ ਵਾਲੇ ਨੇ, ਛੋਟੇ ਦੁਕਾਨਦਾਰ ਨੇ, ਉਹਨਾਂ ਨੂੰ ਪਾਲਣ। ਕਿਉਂਕਿ ਉਹ ਜਿਹੜੇ ਛੋਟੇ ਦੁਕਾਨਦਾਰ ਨੇ ਉਹ ਵੀ ਮਿਹਨਤਕਸ਼ ਲੋਕ ਨੇ, ਰੇਹੜੀ ਵਾਲਾ ਵੀ ਮਿਹਨਤਕਸ਼ ਹੈ। ਤਾਂ ਉਹ ਮਿਹਨਤਕਸ਼ ਲੋਕਾਂ ਨੂੰ ਵਿਚਾਲੇ ਪਾ ਕੇ ਅਸੀਂ ਇੱਕ ਲਿੰਕ ਬਣਾ ਸਕਦੇ ਹਾਂ ਸਮਾਜ ਦੇ ਅੰਦਰ। ਉਹ ਸਾਨੂੰ ਕਿਸੇ ਕਾਰਪੋਰੇਟ ਦੀ ਲੋੜ ਨਹੀਂ ਹੈ। ਫੂਡ ਦੇ ਵਿੱਚ ਕਾਰਪੋਰੇਟ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਫੂਡ ਕਾਰਪੋਰੇਟ ਤੋਂ ਮੁਕਤ ਹੋ ਜਾਣਾ ਚਾਹੀਦਾ, ਕਿਉਂਕਿ ਫੂਡ ਜਿਹੜਾ ਹੈ ਇਹੋ ਜਿਹਾ ਪਵਿੱਤਰ ਪੇਸ਼ਾ ਹੈ, ਪਵਿੱਤਰ ਚੀਜ਼ ਹੈ ਕਿ ਜਿਹਦੇ ਅੰਦਰ ਕੋਈ ਪ੍ਰੋਫਿਟ ਜਿਹੜਾ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਫੂਡ ਦਾ ਜਿਹੜਾ ਮਾਮਲਾ ਹੈ, ਖਾਸ ਕਰਕੇ ਉਹਨੂੰ ਆਪਾਂ ਨੂੰ ਬਹੁਤ ਦੇਣਾ ਚਾਹੀਦਾ ਹੈ। ਤਾਂ ਤੁਸੀਂ ਦੇਖਿਆ ਕਿ ਆਪਾਂ ਫੂਡ ਦੇ ਸਿਰ 'ਤੇ ਕਿੰਨੀਆਂ ਬਿਮਾਰੀਆਂ ਠੀਕ ਕਰ ਰਹੇ ਹਾਂ ਖਾਣਾ ਬਦਲ ਕੇ। ਤਾਂ ਖਾਣੇ ਨੂੰ ਮੈਂ ਸਮਝਦਾ ਪਵਿੱਤਰ ਡਿਕਲੇਅਰ ਕਰਕੇ ਅਤੇ ਖੇਤੀ ਨੂੰ ਪਵਿੱਤਰ ਡਿਕਲੇਅਰ ਕਰਕੇ ਇਸ ਸਮਾਜ ਨੂੰ ਜਿਹੜਾ ਹੈ ਇਹ ਕੋਆਪਰੇਸ਼ਨ ਦੇ ਬੇਸ 'ਤੇ ਇਕੱਠੇ ਹੋ ਕੇ, ਸਾਂਝੇ ਹੋ ਕੇ ਉਹ ਇੱਕ ਐਸੀ ਚੇਤਨਾ ਔਰ ਐਸੀ ਜਥੇਬੰਦਕ ਸਮਾਜ ਉਸਾਰਨਾ ਚਾਹੀਦਾ ਜਿਹਦੇ ਅੰਦਰ ਕਿ ਫੂਡ ਜਿਹੜਾ ਹੈ, ਖਾਣਾ ਜਿਹੜਾ ਉਹ ਬਹੁਤ ਹੀ ਸ਼ੁੱਧ ਔਰ ਸੰਤੁਲਿਤ ਔਰ ਜਿਹੜਾ ਜ਼ਹਿਰ ਮੁਕਤ ਮਿਲੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਿਆ ਕਮਾਲ ਦੀ ਜਾਣਕਾਰੀ ਦਿੱਤੀ। ਔਰ ਮੈਂ ਇਸ ਗੱਲ ਨੂੰ ਦਿਲੋਂ ਜਿਹੜਾ ਤੁਹਾਡਾ ਕਦਰ ਕਰਦਾ ਕਿ ਤੁਸੀਂ ਇੱਕ ਐਸੀ ਸ਼ੁਰੂਆਤ ਕੀਤੀ ਹੈ ਜਿਸ ਦੀ ਅੱਜ ਹਰ ਕੋਈ ਗੱਲ ਕਰ ਰਿਹਾ, ਔਰ ਇਸ ਲੈਵਲ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ ਕਿ ਅੱਜ ਜਿਹੜੇ ਵਿਸਲ ਬਲੋਅਰ ਨੇ ਉਹਨਾਂ ਨੂੰ ਇਕੱਠੇ ਹੋ ਕੇ ਬਿਗਲ ਬਣਾਉਣ ਦੀ
ਜਿਹੜੀ ਗੱਲ ਪਹੁੰਚ ਗਈ, ਕਿਉਂਕਿ ਪਹਿਲਾਂ ਤਾਂ ਹਾਲਾਤ ਇਦਾਂ ਦੇ ਸੀਗੇ ਵੀ ਵਿਸਲ ਵਜਾਉਣ ਨੂੰ ਵੀ ਕੋਈ ਤਿਆਰ ਨਹੀਂ ਸੀਗਾ। ਰਾਜੀਵ ਦੀਕਸ਼ਿਤ ਹੋਣਾ ਨੇ ਵਿਸਲ ਵਜਾਈ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਆਪਾਂ ਅੱਜ ਵਿਸਲ ਜਿਹੜੀਆਂ ਵੱਜਣੀਆਂ ਨੇ, ਘਰ ਘਰ ਵਿਸਲ ਵੱਜਣੀਆਂ ਸ਼ੁਰੂ ਹੋ ਗਈਆਂ ਨੇ। ਲੋੜ ਬਿਗਲ ਬਣਨ ਦੀ ਹੋ ਗਈ ਹੈ, ਵਿਸਲ ਤੋਂ ਬਿਗਲ ਬਣਨ ਦੀ ਹੋ ਗਈ ਹੈ। ਤੇ ਜਦੋਂ ਇਸ ਜੰਗ ਦੇ ਵਿੱਚ ਬਿਗਲ ਵੱਜ ਜਾਣਾ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਪਬਲਿਕ ਨਾਲ ਹੈ, ਇਸ ਜੰਗ ਨੂੰ ਨਾ ਜਿੱਤਿਆ ਜਾ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ। ਇੱਕ ਵੱਡਾ ਮਿਸ਼ਨ, ਇੱਕ ਵੱਡੇ ਪੱਧਰ ਦੇ ਉੱਤੇ ਛੇੜਨ ਦੀ ਗੱਲ ਚੱਲ ਰਹੀ ਹੈ। ਤੇ ਜਿਹੜਾ ਜਿਸ ਤਰੀਕੇ ਦੇ ਨਾਲ ਡਾਕਟਰ ਅਮਰ ਸਿੰਘ ਆਜ਼ਾਦ ਲਾਈਕ ਮਾਈਂਡਡ ਡਾਕਟਰ ਜਿਹੜੇ ਹੈਗੇ ਨੇ, ਇਹਨਾਂ ਦੇ ਨਾਲ ਆਚਾਰਿਆ ਮਨੀਸ਼ ਨੇ, ਡਾਕਟਰ ਅਵਧੇਸ਼ ਪਾਂਡੇ ਨੇ, ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੇ, ਭਾਵੇਂ ਕਿ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ, ਲੇਕਿਨ ਇਹਨਾਂ ਸਮੱਸਿਆਵਾਂ ਤੋਂ ਨਿਕਲਣ ਦੇ ਵਿੱਚ ਇਹਨਾਂ ਨੂੰ ਕੋਈ ਦਿੱਕਤ ਨਹੀਂ। ਇਹ ਕਹਿੰਦੇ ਵੀ ਅਸੀਂ ਇਸ ਲਈ ਤਿਆਰ ਹਾਂ। ਰਾਜੀਵ ਦੀਕਸ਼ਿਤ ਦਾ ਜੋ ਹਸ਼ਰ ਹੋਇਆ, ਸਾਨੂੰ ਉਸ ਸਾਡੇ ਵਾਸਤੇ ਇੱਕ ਜਿਹੜਾ ਉਦਾਹਰਨ ਹੈਗੀ ਆ, ਪਰ ਇਹਦੇ ਬਾਵਜੂਦ ਵੀ ਅਸੀਂ ਉਸ ਚੀਜ਼ ਨੂੰ ਮੰਨ ਕੇ ਚੱਲ ਰਹੇ ਹਾਂ ਵੀ ਸਾਡੇ ਨਾਲ ਵੀ ਅਜਿਹਾ ਹੋ ਸਕਦਾ। ਲੇਕਿਨ ਇਹਦੇ ਬਾਵਜੂਦ ਵੀ ਇਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਬੰਦਾ ਜਿਹੜਾ ਇਹ 1% ਵੀ ਸਮਾਜ ਦੇ ਵਿੱਚ ਜਿਹੜਾ ਜਿਹੜੀ ਚੇਤਨਾ ਆ ਗਈ ਤਾਂ ਫਿਰ ਰੈਵੋਲੂਸ਼ਨ ਜਿਹੜਾ ਉਹ ਗਦਰ ਹੈ ਜਿਹੜਾ ਉਸ ਨੂੰ ਰੋਕਣ ਦੇ ਵਿੱਚ ਕੋਈ ਰੋਕ ਨਹੀਂ ਪਾਏਗਾ। ਤੇ ਸਰਕਾਰਾਂ ਨੂੰ ਝੁੱਕ ਕੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨਣੀਆਂ ਪੈਣਗੀਆਂ। ਲੋੜ ਹੈ 3 ਕਰੋੜ ਬੰਦਾ ਪੰਜਾਬ ਦੇ ਵਿੱਚ ਹੈਗਾ। ਲੋੜ ਹੈ ਸਿਰਫ 3 ਲੱਖ ਬੰਦਾ ਪੈਦਾ ਕਰਨ ਦੀ, ਜਿਹੜੇ ਕਿ ਇਹ ਵਿਸਲ ਜਿਹੜੀ ਹੈ ਘਰ ਘਰ ਵਜਾਵੇ। 12,700 ਕੁਝ ਪਿੰਡ ਨੇ ਤੇ 12,700 ਕੁਝ ਪਿੰਡਾਂ ਦੇ ਵਿੱਚ ਅਗਰ ਕੁਝ ਵੀ ਲੋਕ ਜਿਹੜੇ ਨੇ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਹੋ ਜਾਣਗੇ ਜਿਹੜੇ ਕਿ ਚੇਤੰਨ ਨੇ, ਜਿਹੜੇ ਕਿ ਇਹ ਸਾਬਤ ਕਰ ਸਕਦੇ ਨੇ ਵੀ ਸਾਡੇ ਨਾਲ ਅਸੀਂ ਆਹ ਚੀਜ਼ਾਂ ਯੂਜ਼ ਕੀਤੀਆਂ, ਅਸੀਂ ਆਹ ਚੀਜ਼ਾਂ ਆਹ ਕਰਿਆ, ਅਸੀਂ ਅੱਜ ਠੀਕ ਹਾਂ, ਤੇ ਉਹ 12,700 ਕੁਝ ਪਿੰਡਾਂ ਦੇ ਵਿੱਚੋਂ ਆਪਾਂ ਕੁਝ ਸਮਾਂ ਨਹੀਂ ਲੱਗਣਾ ਕਿ ਜਿਹਦੇ ਵਿੱਚ ਆਪਾਂ ਇਹ ਚੇਤਨਾ ਨੂੰ ਜਿਹੜਾ ਤੇਜ਼ੀ ਨਾਲ ਜੰਗਲ ਦੀ ਅੱਗ ਵਾਂਗੂ ਨਾ ਫੈਲਾ ਸਕੀਏ। ਤੇ ਜੇਕਰ ਅਜਿਹਾ ਹੁੰਦਾ ਤਾਂ ਨਾ ਸਿਰਫ ਅਸੀਂ ਆਪਣੇ ਪੰਜਾਬ ਨੂੰ ਬਲਕਿ ਆਪਣੇ ਦੇਸ਼ ਨੂੰ ਤੇ ਉਸ ਦੇਸ਼ ਨੂੰ ਬਚਾ ਸਕਦੇ ਹਾਂ, ਬਲਕਿ ਉਸ ਵਿਸ਼ਵ ਦੇ ਉਸ ਭਾਈਚਾਰੇ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹਾਂ ਕਿ ਜਿਹੜੇ ਕਦੇ ਕਹਿੰਦੇ ਨੇ ਕਿ ਪੰਜਾਬ ਜਾਂ ਸਾਡਾ ਇੰਡੀਆ ਜਿਹੜਾ ਉਹ ਸ਼ੂਗਰ ਦੀ ਕੈਪੀਟਲ ਬਣਨ ਜਾ ਰਿਹਾ। ਕਦੇ ਕੁਛ ਕਹਿੰਦੇ ਨੇ, ਕਦੇ ਕੁਛ ਕਹਿੰਦੇ ਨੇ। ਤੇ ਸਾਡੀ ਪੱਧਤੀ ਨੂੰ ਦਬਾ ਕੇ ਹੀ ਸਾਡੇ ਉੱਤੇ ਹੀ ਜਿਹੜਾ ਫੂਡ, ਜੰਕ ਫੂਡ ਤੇ ਹੋਰ ਚੀਜ਼ਾਂ ਲੱਦ ਕੇ ਤੇ ਸਾਨੂੰ ਹੀ ਅੱਜ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੋਈ ਕਾਰਨ ਨਹੀਂ ਰਹਿ ਜਾਏਗਾ ਕਿ ਉਹਨਾਂ ਨੂੰ ਮੂੰਹ ਤੋੜ ਜਵਾਬ ਨਾ ਮਿਲੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਘਰ ਘਰ ਕਰ ਦਿਓ, ਕਿਉਂਕਿ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਸਿਰਫ ਡਾਕਟਰ ਸਾਹਿਬ ਦੀ ਔਰ ਮੇਰੀ ਜ਼ਿੰਮੇਵਾਰੀ ਜਾਂ ਮੇਰੇ ਨਾਲ ਦੇ ਜਾਂ ਡਾਕਟਰ ਸਾਹਿਬ ਦੇ ਨਾਲ ਦੇ ਬੰਦਿਆਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਅਸੀਂ ਹੀ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਅੱਗੇ ਆਈਏ। ਜੇ ਤੁਸੀਂ ਸਾਡੇ ਨਾਲ ਹੋ, ਜੇ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਨੇ, ਤਾਂ ਤੁਸੀਂ ਸਿਰਫ ਇੱਕੋ ਹੀ ਕੰਮ ਕਰਨਾ ਹੈ ਕਿ ਇਹਨਾਂ ਵੀਡੀਓ ਜਿਹੜੀਆਂ ਅਜਿਹੀਆਂ ਆਉਂਦੀਆਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਹੋ ਇੱਕ ਮਾਧਿਅਮ ਹੈ ਜਿਹੜਾ ਲੋਕਾਂ ਨੂੰ ਚੇਤੰਨ ਕਰ ਸਕਦਾ। ਜਿਹੜੇ ਲੋਕ ਇਹਨਾਂ ਗੱਲਾਂ ਨੂੰ ਸੁਣਨਗੇ, ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਉਹਨਾਂ ਦੇ ਮਨ ਦੀ ਜਿਹੜੀ ਅਵਸਥਾ ਹੈਗੀ ਹੈ, ਜਿਹੜੀ ਇੱਕ ਸੋਚ ਹੈ ਉਹ ਨਾ ਬਦਲੇ। ਤੇ ਜਦੋਂ ਸੋਚ ਬਦਲਣੀ ਸ਼ੁਰੂ ਹੁੰਦੀ ਹੈ ਤਾਂ ਉਦੋਂ ਜਦੋਂ ਉਹਨਾਂ ਦੇ ਸਾਹਮਣੇ ਸਬੂਤ ਆਉਂਦੇ ਨੇ, ਲੋਕ ਉਹ ਆਉਂਦੇ ਨੇ ਜਿਹੜੀਆਂ ਜਿਸ ਤਰ੍ਹਾਂ ਦੀਆਂ ਗੱਲਾਂ ਕਰਕੇ, ਜਿਹੜੀ ਇਸ ਤਰ੍ਹਾਂ ਦੇ ਉਪਾਅ ਅਸੀਂ ਦੱਸ ਕੇ ਉਹ ਉਹਨਾਂ ਤੱਕ ਪਹੁੰਚਾਉਂਦੇ ਹਾਂ ਤੇ ਉਹ ਠੀਕ ਹੁੰਦੇ ਨੇ। ਕੋਈ ਕਾਰਨ ਨਹੀਂ ਰਹਿ ਜਾਂਦਾ ਉਹਨਾਂ ਨੂੰ ਦੇਖ ਕੇ ਪਹਿਲਾਂ ਹੀ ਬਣੀ ਹੋਈ ਸੋਚ ਜਿਹੜੀ ਉਹ ਬਦਲ ਨਾ ਜਾਵੇ। ਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।